ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਖਾਲਸਾ ਤੇ ਸਿੰਘ ਸਟੇਸ਼ਨ ਦੀ ਇਸ ਖਾਸ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਕੌਮੀ ਸ਼ਹੀਦਾਂ ਦੇ ਬਾਰੇ। ਸ਼ਹਾਦਤ ਕੌਮਾਂ ਦੀ ਜਿੰਦ ਜਾਨ ਹੁੰਦੀ ਹੈ। ਸ਼ਹੀਦਾਂ ਵੱਲੋਂ ਦਿੱਤੀ ਗਈ ਕੁਰਬਾਨੀ ਕੌਮਾਂ ਨੂੰ ਮੁੜ ਸੁਰਜੀਤ ਕਰ ਦਿੰਦੀ ਹੈ। ਗੁਲਾਮੀ ਦੇ ਜੁੱਲੇ ਵਿੱਚ ਫਸੀ ਕੌਮ ਅੰਦਰ ਆਜ਼ਾਦੀ ਦੀ ਪਿਆਸ ਜਗਾ ਦਿੰਦੀ ਹੈ। ਪਰ ਸ਼ਹਾਦਤ ਦੀ ਦਾਤ ਬਖਸ਼ੀਆਂ ਹੋਈਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਸ਼ਹੀਦ ਆਪਣੀ ਕੌਮ ਦੇ ਲਈ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨੂੰ ਤਿਆਗ ਕੇ ਮੌਤ ਦਾ ਰਾਹ ਚੁਣਦਾ। ਗੁਰੂ ਅੱਗੇ ਸ਼ੀਸ਼ ਅਰਪਣ ਕਰ ਦੇਣਾ ਇਸ ਦੁਨੀਆ ਦਾ ਮਹਾਨ ਕਾਰਜ ਹੈ। ਕੋਈ ਵਿਰਲੇ ਜਨ ਹੀ ਗੁਰਸਿੱਖੀ ਦੇ ਇਸ ਬਰੀਕ ਰਸਤੇ ਤੇ ਚੱਲ ਕੇ ਆਪਣਾ ਸ਼ੀਸ਼ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਦੇ ਹਨ। ਐਸੇ ਹੀ ਵਿਰਲੇ ਗੁਰਸਿੱਖ ਜਨਾਂ ਵਿੱਚੋਂ ਇੱਕ ਸਨ ਭਾਈ ਅਨੋਖ ਸਿੰਘ ਜੀ ਬੱਬਰ। ਅੱਜ ਅਸੀਂ ਗੱਲ ਕਰਾਂਗੇ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ। ਉਹਨਾਂ ਦੇ ਜੀਵਨ ਦੇ ਉਹ ਪਹਿਲੂ ਜਿਹੜੇ ਸ਼ਾਇਦ ਤੁਸੀਂ ਕਿਤੇ ਨਾ ਸੁਣੇ ਹੋਣ ਤੇ ਨਾ ਪੜ੍ਹੇ ਹੋਣ, ਉਹਨਾਂ ਦੇ ਬਾਰੇ ਅਸੀਂ ਅੱਜ ਚਰਚਾ ਕਰਾਂਗੇ। ਤੁਹਾਡੇ ਸਾਹਮਣੇ ਉਹ ਪਹਿਲੂ ਭਾਈ ਸਾਹਿਬ ਦੇ ਜੀਵਨ ਦੇ ਰੱਖਾਂਗੇ ਤੇ ਨਾਲ ਹੀ ਉਹਨਾਂ ਦਾ ਸੰਘਰਸ਼ ਨੂੰ ਯੋਗਦਾਨ ਤੇ ਸੰਘਰਸ਼ ਦੇ ਪ੍ਰਤੀ ਉਹਨਾਂ ਦੀ ਕਮਿਟਮੈਂਟ, ਉਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਅੱਜ ਗੱਲ ਕਰਾਂਗੇ। ਇਹ ਸਾਰੇ ਉੱਤੇ ਚਰਚਾ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਦੋ ਮਹਿਮਾਨ ਜੁੜੇ ਹੋਏ ਨੇ, ਭਾਈ ਹਰਵਿੰਦਰ ਸਿੰਘ ਜੀ ਯੂਕੇ ਤੋਂ ਤੇ ਮਨਪ੍ਰੀਤ ਸਿੰਘ ਜੀ ਯੂਕੇ ਤੋਂ। ਮੈਂ ਉਹਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਦਾ ਜੀ। ਮਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਬ੍ਰੌਡਕਾਸਟ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਆਵਾਜ਼ੇ ਖਾਲਸਾ ਤੇ ਸਿੰਘ ਸਟੇਸ਼ਨ ਦੇ ਦੋਨਾਂ ਦਾ ਇੱਕ ਜੁਆਇੰਟ ਪਲੇਟਫਾਰਮ ਤੋਂ ਅੱਜ ਆਪਾਂ ਸ਼ਹੀਦ ਭਾਈ ਅਨੋਖ ਸਿੰਘ ਜੀ ਬੱਬਰ ਹੋਣਾ ਦੇ ਜੀਵਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਨ ਵੀ ਹੈ। 30 ਅਗਸਤ 1987 ਨੂੰ ਭਾਈ ਸਾਹਿਬ ਜੀ ਸ਼ਹੀਦ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਤਾਂ ਹਰਵਿੰਦਰ ਭਾਜੀ, ਮੈਂ ਤੁਹਾਡੇ ਤੋਂ ਉਹਨਾਂ ਦੇ ਥੋੜ੍ਹਾ ਜਿਹਾ ਫੈਮਿਲੀ ਬਾਰੇ ਜਾਣਾਂਗਾ ਕਿ ਤੁਸੀਂ ਅਗਰ ਬਰੀਫ ਦੇ ਵਿੱਚ ਇਹ ਦੱਸੋ ਕਿ ਉਹਨਾਂ ਦਾ ਪਿੰਡ ਕਿਹੜਾ ਸੀਗਾ ਤਾਂ ਕਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ। ਭਾਈ ਸਾਹਿਬ ਦਾ ਜਿਹੜਾ ਜਨਮ ਹੈ ਨਾ, ਉਹ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪਿੰਡ ਵੜਿੰਗ ਸੋਭਾ ਸਿੰਘ 'ਚ ਹੋਇਆ ਸੀ। ਸੋ ਭਾਈ ਸਾਹਿਬ ਦੇ 3 ਭਰਾ ਸਨ। ਭਾਈ ਸਾਹਿਬ ਦੇ ਮਾਤਾ ਜੀ ਦਾ ਨਾਂ ਨਿਰੰਜਨ ਕੌਰ ਸੀ ਤੇ ਪਿਤਾ ਜੀ ਦਾ ਨਾਂ ਮੱਖਣ ਸਿੰਘ ਜੀ ਸੀ। ਸੋ ਇਹ ਬਰੀਫ ਜੀ ਉਹਨਾਂ ਦੀ ਇੰਟਰੋਡਕਸ਼ਨ, ਜਿਹੜੀ ਪਿੰਡ ਤੇ ਕਿਹੜੇ ਖਿੱਤੇ ਸੋ ਸਨ, ਇਹ ਸਨ ਸੀ ਵਿੱਚ ਜੀ। ਹਰਵਿੰਦਰ ਭਾਜੀ, ਤੁਸੀਂ ਭਾਈ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਨੇ, ਤੁਸੀਂ ਉਹਨਾਂ ਨੂੰ ਮਿਲੇ ਵੀ ਹੋ, ਤਾਂ ਇੱਕ ਸਾਨੂੰ ਦੱਸੋ ਕਿ ਜਦੋਂ ਤੁਸੀਂ ਭਾਈ ਸਾਹਿਬ ਜੀ ਦੇ ਬਾਰੇ ਸੋਚਦੇ ਹੋ, ਤੁਹਾਡੇ ਮਨ ਦੇ ਵਿੱਚ, ਤੁਹਾਡੇ ਦਿਮਾਗ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਬਣਦੀ ਹੈ, ਕਿਸ ਤਰ੍ਹਾਂ ਦੀ ਤਸਵੀਰ ਉਹਨਾਂ ਦੀ ਸਾਹਮਣੇ ਆਉਂਦੀ ਹੈ? ਇੱਕ ਸਾਡੇ ਆਪਣੇ ਜਿਹੜੇ ਵਿਊ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਭਾਈ ਸਾਹਿਬ ਜੀ ਦੀ ਸ਼ਖਸੀਅਤ ਕਿੱਦਾਂ ਦੀ ਸੀਗੀ। ਮੈਂ ਆਪਣੇ ਆਪ ਨੂੰ ਬਹੁਤ ਸੁਭਾਗਸ਼ਾਲੀ ਸਮਝਦਾ ਕਿ ਮੈਨੂੰ ਭਾਈ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਾ। ਮੇਰੀ ਉਮਰ ਉਦੋਂ ਕਾਫੀ ਛੋਟੀ ਸੀ ਤੇ ਮੈਂ ਆਪਣੇ ਪਿਤਾ ਜੀ ਦੇ ਨਾਲ ਨਾਨਕ ਨਿਵਾਸ ਜਾਂਦਾ ਹੁੰਦੇ ਸੀ, ਜੋ ਸਾਡੀਆਂ ਛੁੱਟੀਆਂ ਹੁੰਦੀਆਂ ਸੀ। ਮੈਨੂੰ ਭਾਈ ਸਾਹਿਬ ਦੀਆਂ ਉਹ ਅੱਜ ਵੀ ਉਹ ਜਿਹੜੀ ਧੁੰਦਲੀ ਜੀ ਇਮੇਜ ਆ, ਉਹ ਮੇਰੇ ਜਹਨ 'ਚ ਅੱਜ ਵੀ ਉੱਦਾਂ ਹੀ ਗੜੀ ਹੋਈ ਆ। ਭਾਈ ਸਾਹਿਬ ਬੜੇ ਹੀ ਹਸਮੁਖ, ਬੜੇ ਹੀ ਜੌਲੀ, ਜਿਹਨੂੰ ਕਹਿੰਦੇ ਆਪਾਂ ਅੰਗਰੇਜ਼ੀ 'ਚ, ਉਹ ਸੁਭਾਅ, ਬੜੇ ਕਮਿਟਡ ਤੇ ਬੜੇ ਹਾਜ਼ਰ ਜਵਾਬ ਤੇ ਬਹੁਤ ਹਸਮੁਖ ਸਨ ਤੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਤੇ ਅਸੀਂ ਸਾਰੇ ਛੋਟੇ ਹੁੰਦੇ ਸਾਂ ਉਦੋਂ, ਤੇ ਅਸੀਂ ਭਾਈ ਸਾਹਿਬ ਦੇ ਅੱਗੇ ਪਿੱਛੇ ਲੱਗੇ ਰਹਿਣਾ। ਭਾਈ ਸਾਹਿਬ ਨੇ ਜੇ ਕਿਤੇ ਬਾਹਰ ਜਾਣਾ ਤੇ ਸਾਡੇ ਵਾਸਤੇ ਟੌਫੀਆਂ ਜਾਂ ਚਾਕਲੇਟ ਲੈ ਕੇ ਆਉਣੀਆਂ। ਸੋ ਭਾਈ ਸਾਹਿਬ ਬੜੇ ਹੀ ਹਸਮੁਖ, ਬੜੇ ਮਿਲਾਪੜਾ ਜਿਹਾ ਸੁਭਾਅ ਸੀ, ਬੜੇ ਹੀ ਸੌਫਟ ਸਪੋਕਨ, ਬੜੇ ਹੀ ਰਹਿਮਦਿਲ ਟਾਈਪ ਦੇ। ਮੇਰੀ ਇਮੇਜ ਜਿਹੜੀ ਮੇਰੇ ਜਹਨ 'ਚ ਉਹਨਾਂ ਦੀ ਹੈਗੀ ਆ, ਉਹ ਅਜੇ ਵੀ ਮੈਨੂੰ ਉਹ ਧੁੰਦਲੀਆਂ ਯਾਦਾਂ ਅਜੇ ਵੀ ਮੇਰੇ ਜਹਨ 'ਚ ਹੈਗੀਆਂ। ਤੇ ਭਾਈ ਜੀ, ਇਹ ਤੁਸੀਂ ਜਦੋਂ ਦੀ ਗੱਲ ਕਰ ਰਹੇ ਹੋ, ਇਹ ਕਿਹੜੇ ਸਨ ਦੀ ਗੱਲ ਹੋਗੀ? ਤਾਂ ਉਸ ਟਾਈਮ ਕਿੰਨੀ ਕੁ ਉਮਰ ਹੋਈ? ਵੀਰ ਜੀ, ਅਸੀਂ 82 ਤੋਂ ਅਸੀਂ ਜਾਣਾ ਸ਼ੁਰੂ ਕੀਤਾ ਸੀ ਨਾਨਕ ਨਿਵਾਸ, ਤੇ 82, 83 ਦੀ ਛੁੱਟੀਆਂ, ਫਿਰ 84 ਮਈ 'ਚ ਮੈਂ ਉਹਨਾਂ ਦੇ ਆਖਰੀ ਵਾਰੀ ਦਰਸ਼ਨ 30 ਮਈ ਨੂੰ ਕੀਤੇ ਸਨ, ਜਦੋਂ ਮੈਂ ਤੇ ਮੇਰੇ ਪਿਤਾ ਜੀ, ਕਿਉਂਕਿ ਮੇਰੇ ਪਿਤਾ ਜੀ ਜਦੋਂ ਵੀ ਅਸੀਂ ਨਾਨਕ ਨਿਵਾਸਿਆਂ ਤੇ ਅਸੀਂ ਉਹਨਾਂ ਦੇ ਕਮਰੇ 'ਚ ਹੀ ਰੁਕਦੇ ਸਾਂ। ਉਹਨਾਂ ਦਾ 50 ਨੰਬਰ ਕਮਰਾ ਹੁੰਦਾ ਸੀ ਨਾਨਕ ਨਿਵਾਸ 'ਚ। ਠੀਕ ਹੈ ਜੀ। ਸੋ ਉਹ ਜਦੋਂ ਮੈਨੂੰ ਯਾਦ ਹੈ ਕਿ ਜਦੋਂ 84 ਮਈ ਦਾ ਮਹੀਨਾ ਸੀ, ਅਸੀਂ ਉਦੋਂ ਤਿਆਰੀ ਕਰਦੇ ਪਏ ਸੀ, ਕਿਉਂਕਿ ਅਖੰਡ ਕੀਰਤਨੀ ਜਥੇ ਦਾ ਜਿਹੜਾ 5ਵੇਂ ਪਾਤਸ਼ਾਹੀ ਦੇ ਸ਼ਹੀਦੀ ਪੁਰਬ ਦਾ ਸਮਾਗਮ ਹੁੰਦਾ, ਹੁਸ਼ਿਆਰਪੁਰ ਹੁੰਦਾ ਹਰ ਸਾਲ। ਇਹ ਕਈ ਸਾਲਾਂ ਤੋਂ ਏਦਾਂ ਸੀ।
ਤੇ ਮੇਰੇ ਪਿਤਾ ਜੀ ਦਰਬਾਰ ਸਾਹਿਬ ਦਰਸ਼ਨ ਕਰਕੇ ਤੇ ਉਹਨਾਂ ਨਾਲ 1-2 ਦਿਨ ਬਿਤਾ ਕੇ ਤੇ ਉਹ ਸਮਾਗਮ ਅਟੈਂਡ ਕਰਨ ਦਾ ਵਿਚਾਰ ਸੀ ਸਾਡਾ। ਠੀਕ ਸੋ ਹੈ। ਉਦੋਂ ਮੈਂ ਆਖਰੀ ਦਰਸ਼ਨ ਕੀਤੇ ਸਨ। ਉਦੋਂ ਭਾਈ ਸਾਹਿਬ ਦੀ ਉਮਰ ਮਤਲਬ ਬੜੇ ਯੰਗਸਟਰ ਸਨ, ਮੈਂ ਤੇ ਬਹੁਤ ਹੀ ਛੋਟਾ ਸੀ, ਮੈਨੂੰ ਬਸ ਧੁੰਦਲੀਆਂ ਹੀ ਯਾਦਾਂ ਵਾ ਮੇਰੇ ਕੋਲ ਤੇ ਉਦੋਂ ਠੀਕ ਹੈ। ਭਾਈ ਸਾਹਿਬ ਕਰੀਬ 22-23 ਸਾਲ 24 ਸਾਲ ਦੇ ਆਸ-ਪਾਸ ਦੀ ਉਮਰ ਹੋ ਗਈ ਉਹਨਾਂ ਦੀ। ਕਿਆ ਬਾਤ ਹੈ। ਮਨਪ੍ਰੀਤ ਭਾਜੀ, ਦੇਖੋ ਹੁਣ ਆਪਾਂ ਅਗਰ ਅੱਜ ਯੂਥ ਦੀ ਗੱਲ ਕਰੀਏ ਕਿ ਵੀ ਜਦੋਂ ਦੀ ਆਪਾਂ ਕਹੀਏ ਕਿ ਇਹ ਉਹ ਦਿਨ ਸੀਗੇ ਜਦੋਂ ਭਾਈ ਸਾਹਿਬ ਜੀ ਪੂਰੀ ਤਰ੍ਹਾਂ ਨਾਲ ਸੰਘਰਸ਼ ਵਿੱਚ ਸੀਗੇ 82 ਦੇ ਵਿੱਚ, ਮਗਰ 78 ਦੇ ਇੱਕ ਜਿਹੜਾ ਸਾਕਾ ਸੀਗਾ ਜਿਹੜਾ ਆਪਣਾ 13 ਸਿੰਘਾਂ ਵਾਲਾ ਹੋਇਆ, ਤਾਂ ਉਹਦਾ ਭਾਈ ਸਾਹਿਬ ਜੀ ਦੇ ਜੀਵਨ ਦੇ ਉੱਤੇ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਪ੍ਰਭਾਵ ਪਿਆ। ਤੇ ਉਸੇ ਦਿਨਾਂ ਦੇ ਵਿੱਚ ਉਹ ਤੋਂ ਪਹਿਲਾਂ ਹੀ ਉਹ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਦੇ ਸੰਪਰਕ ਵਿੱਚ ਆਏ, ਤਾਂ ਉਹਨਾਂ ਦੇ ਨਾਲ ਵੀ ਉਹ ਪ੍ਰਭਾਵਿਤ ਹੋਏ। ਤਾਂ ਤੁਸੀਂ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਵੀ ਜੇ ਤੁਸੀਂ ਜਾਂ ਹਰਵਿੰਦਰ ਭਾਜੀ ਜਿਹੜਾ ਵੀ ਕੋਈ ਐਡ ਕਰ ਸਕਦਾ ਕਿ ਵੀ ਉਹ ਕੀ ਸੀਗਾ ਕਿ ਜਦੋਂ ਮੈਨੂੰ ਲੱਗਦਾ ਕਿ 19-20 ਸਾਲ ਦਾ ਜਿਹੜਾ ਇੱਕ ਨੌਜਵਾਨ 78 ਦੇ ਵਿੱਚ 78 ਤੋਂ ਪਹਿਲਾਂ ਭਾਈ ਫੌਜਾ ਸਿੰਘ ਜੀ ਦੇ ਸੰਪਰਕ ਚ ਆਉਂਦਾ, ਇੱਕ ਯੂਥ ਜਿਹੜਾ ਅੱਜ ਦਾ ਯੂਥ ਜਿਹੜਾ ਹੈ ਉਹ ਸ਼ਾਇਦ ਸਾਡਾ ਸੋਚਦਾ ਵੀ ਨਹੀਂ ਇੰਨਾ ਕੌਮ ਦੇ ਬਾਰੇ, ਤਾਂ ਉਹ ਆਪਾਂ ਥੋੜਾ ਜਿਹਾ ਦੇਖੀਏ ਕਿ ਕੀ ਸੀਗਾ ਭਾਈ ਸਾਹਿਬ ਜੀ ਦਾ ਰੋਲ ਉਸ ਸਮੇਂ। ਬਿਲਕੁਲ ਭਾਜੀ, ਜੇ ਮੈਂ ਇਹਨੂੰ ਟੱਚ ਕਰਨਾ ਹੋਏ ਮੇਰੇ ਨਾਲ ਹਰਵਿੰਦਰ ਸਿੰਘ ਜੀ ਮੇਰੇ ਤੋਂ ਬੈਟਰ ਇਹਦੇ ਚ ਡੀਟੇਲ ਦੇ ਸਕਦੇ ਨੇ, ਪਰ ਜੇ ਮੈਂ ਇਹਨੂੰ ਟੱਚ ਕਰਨਾ ਹੋਏ ਤਾਂ ਦੇਖੋ ਥੋੜਾ ਜਿਹਾ ਸਾਨੂੰ ਸਮੇਂ ਦੇ ਵਿੱਚ ਜਦੋਂ ਆਪਾਂ ਵਾਪਸ ਜਾਂਦੇ ਹਾਂ, ਅਸੀਂ 71, 72, 73 ਦੀ ਗੱਲ ਕਰੀਏ, ਉਦੋਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਹੌਲੀ ਹੌਲੀ ਚੇਂਜ ਹੋ ਰਿਹਾ ਸੀ। ਜੇ ਅਸੀਂ ਗੱਲ ਕਰੀਏ ਜਿਸ ਚੀਜ਼ ਨੂੰ ਅੱਜ ਅਸੀਂ ਜਿਸ ਚੀਜ਼ ਦੀ ਅਸੀਂ ਅੱਜ ਮੂਵੀ ਵੇਖ ਰਹੇ ਹਾਂ, ਉਦੋਂ ਟ੍ਰੇਲਰ ਉਹ ਸ਼ੁਰੂ ਹੋਇਆ ਪੰਜਾਬ ਨੂੰ ਤੋੜਨ ਵਾਸਤੇ, ਸਿੱਖਾਂ ਨੂੰ ਡੀਮੋਰਲਾਈਜ਼ ਕਰਨ ਵਾਸਤੇ, ਸਿੱਖਾਂ ਨੂੰ ਆਪਸ ਚ ਪਾੜਨ ਲਈ। ਉਸ ਵੇਲੇ ਨਿਰੰਕਾਰੀ ਨਾਮ ਦਾ ਜਿਹੜਾ ਇੱਕ ਕਲਟ ਸੀ ਉਹਨੂੰ ਗਵਰਨਮੈਂਟ ਬੈਕ ਕਰ ਰਹੀ ਸੀ। ਜੇ ਅਸੀਂ ਗੱਲ ਕਰੀਏ ਦੂਰਦਰਸ਼ਨ ਤੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਸਨ, ਆਲ ਇੰਡੀਆ ਰੇਡੀਓ ਤੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਸਨ, ਉਹਨਾਂ ਨੂੰ ਸਰਕਾਰੀ ਜ਼ਮੀਨਾਂ ਦਿੱਤੀਆਂ ਜਾ ਰਹੀਆਂ ਸਨ, ਜਿਹੜੀ ਉਹ ਬਕਵਾਸ ਕਰਦੇ ਸਨ। ਮੈਂ ਤੇ ਉਹਨੂੰ ਇਹੀ ਵਰਡ ਕਹਾਂਗਾ ਜੋ ਸਾਡੇ ਗੁਰੂ ਸਾਹਿਬ ਬਾਰੇ ਅਪਸ਼ਬਦ ਯੂਜ਼ ਕਰਦੇ ਸਨ, ਜਿੱਦਾਂ ਸਾਡੀ ਸਿੱਖ ਹਿਸਟਰੀ ਨੂੰ ਤੋੜ ਮੜੋੜ ਕੇ ਪੇਸ਼ ਕਰਦੇ ਸਨ। ਜਾਂ ਅਸੀਂ ਗੱਲ ਕਰੀਏ ਜਦੋਂ ਇਹਨਾਂ ਨੇ ਆਪਣੇ ਨਗਰ ਕੀਰਤਨ ਕੱਢਣੇ ਸ਼ੁਰੂ ਕਰ ਦਿੱਤੇ ਸਿੱਖਾਂ ਦੇ ਮੁਕਾਬਲੇ, ਉਹਦੇ ਵਿੱਚ 5 ਪਿਆਰਿਆਂ ਦੀ ਜਗ੍ਹਾ 7 ਸਿਤਾਰੇ ਬਿਠਾਣੇ ਸ਼ੁਰੂ ਕਰ ਦਿੱਤੇ, ਆਪਣੇ ਨਿਰੰਕਾਰੀ ਨੂੰ ਮਹਾਰਾਜ ਦੇ ਸਰੂਪ ਤੋਂ ਉੱਤੇ ਥਾਂ ਦਿੰਦੇ ਸਨ। ਸੋ ਉਸ ਵੇਲੇ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਸੀ, ਤੇ ਜੇ ਅਸੀਂ ਗੱਲ ਕਰੀਏ ਤੇ ਉਸ ਵੇਲੇ ਬਹੁਤ ਘੱਟ ਲੋਕ ਸਨ ਜਿਹੜੇ ਭਾਈ ਫੌਜਾ ਸਿੰਘ ਵਰਗੇ ਜਿਨ੍ਹਾਂ ਨੇ ਅੰਦਰੂਨੀ ਤੌਰ ਤੇ ਇਹ ਰੀਅਲਾਈਜ਼ ਕਰ ਲਿਆ ਸੀ ਵੀ ਇਹ ਜਿੱਥੇ ਨੂੰ ਗੱਲ ਜਾ ਰਹੀ ਹੈ ਇਹ ਸਿੱਖੀ ਸਿਧਾਂਤਾਂ ਦੇ ਨਾਲ ਫਿੱਟ ਨਹੀਂ ਬੈਠਣੀ। ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਖਾਲਸਾ ਫਾਰਮਸ ਚਲਾਉਂਦੇ ਨੇ, ਉਹਦੇ ਵਿੱਚ ਜਿੱਦਾਂ ਸਿੰਘਾਂ ਨੂੰ ਬੁਲਾਉਂਦੇ ਨੇ, ਉਹਨਾਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿੰਦੇ ਨੇ, ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਨੇ ਵੀ ਜਿਹੜਾ ਸਿੱਖਾਂ ਦਾ ਕੰਮ ਹੈ ਪੈ ਕਾਹੂ ਰੇਤ ਨੇ ਨੈ ਪੈਮਾਨਤ ਆਉਣ ਵਾਲੀ ਜਿਹੜੀ ਸਾਡਾ ਇੱਕ ਸਿਧਾਂਤ ਹੈ, ਉਸ ਸਿਧਾਂਤ ਤੇ ਖਰਾ ਉਤਰਦੇ ਹੋਏ ਉਹਨਾਂ ਨੇ ਸਿੱਖਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਉਹਨਾਂ ਦਿਨਾਂ 'ਚ ਹੀ ਭਾਈ ਅਨੋਖ ਸਿੰਘ ਬੱਬਰ ਜੀ ਜਿਹੜੇ ਨੇ ਉਹ ਆਪਣਾ ਇਹਨਾਂ ਦੇ ਟੱਚ ਵਿੱਚ ਆਉਂਦੇ ਨੇ ਭਾਈ ਫੌਜਾ ਸਿੰਘ ਜੀ ਦੇ। ਜਦੋਂ 78 ਦਾ ਸਾਕਾ ਹੁੰਦਾ ਉਦੋਂ ਇੱਕ ਬੇਸਿਕਲੀ ਇੱਕ ਇਹੋ ਜਿਹੀ ਚੀਜ਼ ਸੀ ਵੀ ਜਿਹੜੀ ਚੀਜ਼ ਭਾਈ ਫੌਜਾ ਸਿੰਘ ਜੀ ਦੂਰ ਅੰਦੇਸ਼ੀ ਦੇ ਨਾਲ ਵੇਖ ਰਹੇ ਸਨ ਉਹ ਜਗ ਜ਼ਾਹਿਰ ਹੋ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨਕਲੀ ਗੁਰਡਮ ਦੇ ਜਿਹੜਾ ਉਹ ਇੱਕ ਗੁਰਡਮ ਦਾ ਜਿਹੜਾ ਕਲਟ ਉਭਾਰਿਆ ਜਾ ਰਿਹਾ ਗਵਰਨਮੈਂਟ ਵੱਲੋਂ, ਉਹਦਾ ਸਿੱਧਾ ਕਲੈਸ਼ ਸਿੱਖੀ ਦੇ ਨਾਲ ਆ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ 78 ਦੀ ਸ਼ਹੀਦੀ। 78 ਦੀ ਸ਼ਹੀਦੀ ਜਦੋਂ 13 ਸਿੰਘਾਂ ਦੀ ਹੁੰਦੀ ਹੈ, ਅਨੋਖ ਸਿੰਘ ਜੀ ਦੇ ਦਿਮਾਗ ਤੇ ਉਦੋਂ ਅਸਰ ਪੈਂਦਾ। ਮੈਂ ਤੁਹਾਨੂੰ ਇੱਕ ਗੱਲ ਇੱਥੇ ਜ਼ਰੂਰ ਕਰਨਾ ਚਾਹੁੰਦਾ, ਥੋੜਾ ਜਿਹਾ ਸਟੱਡੀ ਕਰੋ ਵੀ ਇੱਕ MA ਇਕਨੋਮਿਕਸ ਕੀਤਾ ਹੋਇਆ ਬੰਦਾ ਕੋਈ ਮਾੜਾ ਮੋਟਾ ਬੰਦਾ ਨਹੀਂ, ਇੱਕ ਉਸ ਵੇਲੇ ਪੋਸਟ ਗ੍ਰੈਡ ਕਰਨੀ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ। ਅੱਛਾ, ਉਸ ਤੋਂ ਬਾਅਦ ਉਹ ਬੰਦਾ ਇੱਕ ਵਧੀਆ ਵੈਲ ਪੇਡ ਜੌਬ ਕਰਦਾ ਹੋਇਆ SGPC ਦੇ ਵਿੱਚ ਐਜ਼ ਐਨ ਇੰਸਪੈਕਟਰ ਦੀ, ਐਜ਼ ਐਨ ਇਵੈਲੂਏਟਰ ਦੀ ਜੇ ਅਸੀਂ ਗੱਲ ਕਰੀਏ, ਤੇ ਉਹ ਜਿਹਾ ਪੜ੍ਹਿਆ ਲਿਖਿਆ ਬੰਦਾ ਬਗੈਰ ਕੋਈ ਜਿੱਦਾਂ ਨਿੱਜੀ ਜੇ ਅਸੀਂ ਗੱਲ ਕਰੀਏ ਕੋਈ ਨਿੱਜ ਦੀ ਲੜਾਈਆਂ ਨਹੀਂ ਸਨ ਇਹ ਸੂਰਮਿਆਂ ਦੀਆਂ, ਇਹਨਾਂ ਦੀਆਂ ਲੜਾਈਆਂ ਸੀਗੀਆਂ ਪੰਥ ਦੇ ਤੌਰ ਤੇ ਵੱਡੀ ਪਿਕਚਰ ਦੇਖਦੇ ਤਾਂ ਕੋਈ ਨਾਮ ਭਿੱਜੀਆਂ ਰੂਹਾਂ ਸੀਗੀਆਂ, ਧਰਮ ਕਮਾਈ ਇਹਨਾਂ ਦੀ ਵਧੀਆ ਸੀ, ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਦੇ ਵਿੱਚ ਦੂਰ ਅੰਦੇਸ਼ੀ ਸੀਗੀ। ਸੋ ਉਹ ਦੂਰ ਅੰਦੇਸ਼ੀ ਨੂੰ ਦੇਖਦੇ ਹੋਏ ਇਹ ਉਸ ਸ਼ਹੀਦੀ ਤੋਂ ਬਾਅਦ ਬਿਲਕੁਲ ਮੋਟੀਵੇਟ ਹੋ ਜਾਂਦੇ ਨੇ ਔਰ ਫੁੱਲ ਫਲੈਜ ਮੈਂ ਸਮਝਦਾ ਆਪਣਾ ਸਾਰਾ ਕੁਝ ਛੱਡ ਕੇ ਤੇ ਇਸ ਦੇ ਵਿੱਚ ਕੁੱਦ ਦਿੰਦੇ ਨੇ। ਮਸਲਾ ਕੀ ਸੀ ਜੇ ਅਸੀਂ ਮਸਲਾ ਸੈਂਟਰ ਪੁਆਇੰਟ ਦੇਖਣਾ ਹੋਵੇ ਤੇ ਉਹ ਸੈਂਟਰ ਪੁਆਇੰਟ ਸੀਗੀ ਗੁਰੂ ਸਾਹਿਬ ਦੀਆਂ ਬੇਦਬੀਆਂ ਉਸ ਵੇਲੇ ਦੀਆਂ, ਨਿਰੰਕਾਰੀ ਜੋ ਕਰ ਰਹੇ ਸਨ ਗੁਰੂ ਸਾਹਿਬ ਦੇ ਖਿਲਾਫ। ਉਹ ਕੋਈ ਵੀ ਸਿੱਖ ਜਿੱਦਾਂ ਗੁਰੂ ਸਾਹਿਬ ਨੂੰ ਅਸੀਂ ਸਦਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਲਿਖਿਆ ਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ, ਉਹ ਨਹੀਂ ਕਰ ਸਕਦੇ, ਇੱਕ ਗੁਰਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਠੀਕ ਹੈ, ਨਿੰਦਰ ਦੁਸ਼ਟ ਵਡਿਆਈ ਦੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸਿਖਾਈ,
ਇਹ ਉਹਨਾਂ ਨਿੰਦਕਾਂ ਨੇ ਜੋ ਉਸ ਵੇਲੇ ਕੀਤਾ, ਜਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡਾ ਇਤਿਹਾਸ ਤੋੜਿਆ ਮਰੋੜਿਆ, ਉਹ ਸਾਡੇ ਸਿੱਖਾਂ ਦੇ ਵਿੱਚ ਜਿਨ੍ਹਾਂ ਦੇ ਥੋੜੇ ਅਣਖੀ ਸਿੱਖ ਸਨ, ਜਿਹਨੇ ਮੀਰੀ ਪੀਰੀ ਦੇ ਧਾਰਨੀ ਸਨ, ਬਰਦਾਸ਼ਤ ਨਹੀਂ ਹੋਇਆ ਔਰ ਉਹ ਜੰਗੇ ਮੈਦਾਨ ਵਿੱਚ ਜਿਹੜਾ ਕੁੱਦ ਪਏ। ਬਿਲਕੁਲ ਭਾਜੀ, ਜਿੱਦਾਂ ਤੁਸੀਂ ਦੱਸਿਆ ਕਿ ਵੀ ਭਾਈ ਸਾਹਿਬ ਜੀ ਸੰਪਰਕ ਚ ਆਉਂਦੇ ਨੇ। ਹਰਵਿੰਦਰ ਭਾਜੀ, ਮੈਂ ਇਸ ਮੁੱਦੇ ਤੇ ਇੱਕ ਚੀਜ਼ ਐਡ ਕਰਨਾ ਚਾਹੂੰਗਾ। ਹਾਂਜੀ, ਇਹ ਜਿਹੜਾ ਜੀਓਗ੍ਰਾਫੀਕਲ ਏਰੀਆ ਸੀ, ਜਿੱਦਾਂ ਭਾਈ ਅਨੋਖ ਸਿੰਘ ਬੱਬਰ ਹੋਣਾ ਦਾ ਪਿੰਡ, ਭਾਈ ਸੁਲੱਖਣ ਸਿੰਘ ਹੋਣੀ ਹੋ ਗਏ ਨਾਗੋਕੇ ਜਿਹੜਾ ਪਿੰਡ ਸੀ, ਉੱਥੇ ਕਾਫੀ ਸਾਰੇ ਸਿੰਘਾਂ ਨੇ ਸੇਵਾ ਨਿਭਾਈ ਆ ਉਸ ਪਿੰਡ ਦੇ ਵਿੱਚੋਂ, ਤੇ ਜਿਹੜੇ ਪਹਿਲੇ ਸ਼ਹੀਦ ਹੋਏ ਹਨ ਇਸ ਜਥੇਬੰਦੀ ਦੇ, ਉਹ ਵੀ ਉਸੇ ਪਿੰਡ ਚੋਂ ਹੋਏ ਨੇ। ਤੇ ਇਹਨਾਂ ਨਾਲ ਭਾਈ ਸੁਖਦੇਵ ਸਿੰਘ ਬੱਬਰ, ਇਹ ਸਾਰਾ ਇਲਾਕਾ ਸੇਮ ਹੀ ਸੀ। ਸੋ ਜਿੱਦਾਂ ਆਪਾਂ ਜਾਣਦੇ ਹਾਂ ਕਿ ਜਦੋਂ ਯੂਥ ਇੱਕ ਦੂਜੇ ਨਾਲ ਮਿਲਦਾ ਵਾ, ਸੋ ਉਹਨਾਂ ਨੂੰ ਲਾਗ ਲੱਗਦੀ ਆ, ਓਦਾਂ ਹੀ ਭਾਈ ਸਾਹਿਬ ਨੂੰ ਵੀ ਪਹਿਲਾਂ ਜਦੋਂ ਮਿਲਦੇ ਸਨ ਤਾਂ ਉਹਨਾਂ ਲਾਗ ਨਹੀਂ ਸੀ, ਪਰ 78 ਤੋਂ ਜਿੱਦਾਂ ਭਾਈ ਮਨਪ੍ਰੀਤ ਸਿੰਘ ਨੇ ਦੱਸਿਆ, ਉਸ ਤੋਂ ਬਾਅਦ ਇੱਕ ਮੋੜ ਆਇਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ, ਤੇ ਫਿਰ ਉਹਨਾਂ ਨੇ ਅਗਲੇ ਸਾਲ ਹੀ 78 ਤੋਂ ਬਾਅਦ 79 ਚ ਉਹਨਾਂ ਨੇ ਅੰਮ੍ਰਿਤ ਛਕ ਕੇ ਉਹ ਤਿਆਰ ਬਰਤਿਆਰ ਹੋਏ। ਸੋ ਮੈਂ ਇੰਨਾ ਹੀ ਐਡ ਕਰਨਾ ਚਾਹੂੰਗਾ ਪਿਛਲੇ ਜਿਹੜਾ ਆਪਾਂ ਡਿਸਕਸ਼ਨ ਕਰ ਰਹੇ ਸੀ। ਹਾਂਜੀ ਬਿਲਕੁਲ ਭਾਜੀ। ਭਾਜੀ, ਜੋ ਅਸੀਂ ਪੜ੍ਹਿਆ ਤੇ ਜੋ ਅਸੀਂ ਕੁਝ ਸੁਣਿਆ ਕਿ ਭਾਈ ਸਾਹਿਬ ਜੀ ਜਦੋਂ 78 ਦੇ ਸਾਕੇ ਦੇ ਟਾਈਮ, ਸ਼ਾਇਦ ਉਦੋਂ ਉਹਨਾਂ ਨੇ ਅੰਮ੍ਰਿਤਪਾਨ ਨਹੀਂ ਕੀਤਾ ਸੀਗਾ, ਸ਼ਾਇਦ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਪਾਨ ਕੀਤਾ। ਤਾਂ ਥੋੜਾ ਜਿਹਾ ਉਹ ਦੱਸੋ ਕਿ ਕਿਉਂਕਿ ਜਿਹੜੇ ਸਿੰਘ ਸ਼ਹੀਦ ਹੁੰਦੇ ਨੇ, ਇੱਕ ਸਾਡੇ ਲਈ ਉਹਨਾਂ ਦਾ ਜੀਵਨ ਬਹੁਤ ਇੰਸਪੀਰੇਸ਼ਨ ਹੈ, ਕਿ ਵੀ ਉਹਨਾਂ ਨੂੰ ਕੀ ਐਸਾ ਜਿਹੜਾ ਮੋਟੀਵੇਟ ਕਰਦਾ, ਜਾਂ ਉਹਨਾਂ ਨੂੰ ਜਿਹੜੀ ਪ੍ਰੇਰਨਾ ਆ, ਇੱਕ ਸ਼ਕਤੀ ਹੈ, ਤਾਕਤ ਹੈ, ਇਹ ਕਿੱਥੋਂ ਮਿਲਦੀ ਹੈ? ਤਾਂ ਉਹ ਦੱਸੋ ਕਿ ਭਾਈ ਸਾਹਿਬ ਦਾ ਜੀਵਨ ਕਿੱਦਾਂ ਦਾ ਸੀਗਾ ਜਦੋਂ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਉਸ ਤੋਂ ਬਾਅਦ ਉਹਨਾਂ ਦੀ ਲਾਈਫ ਕਿੱਦਾਂ ਦੀ ਸੀਗੀ, ਤਾਂ ਕਿਸ ਤਰੀਕੇ ਦੇ ਨਾਲ ਉਹ ਇਸ ਸਿੱਖੀ ਨੂੰ, ਆਪਣੇ ਜੀਵਨ ਨੂੰ ਦੇਖਦੇ ਸੀਗੇ? ਭਾਈ ਸਾਹਿਬ ਉੱਦਾਂ ਜਿੱਦਾਂ ਮੈਂ ਉਹਨਾਂ ਦੇ ਪਰਿਵਾਰ ਤੋਂ ਮੇਰੀ ਕਾਫੀ ਗੱਲ ਹੋਈ, ਉਹਨਾਂ ਦੇ ਬ੍ਰਦਰਸ ਨਾਲ ਵੀ, ਤੇ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਪਹਿਲਾਂ ਤੋਂ ਹੀ ਇੱਕ ਸਰਲ ਸੁਭਾਅ ਦੇ ਸ਼ਖਸੀਅਤ ਸਨ। ਸੋ ਜਦੋਂ ਉਹ ਆਪਣੀ ਸੰਗਤ ਦੇ ਵਿੱਚ ਆ ਕੇ ਭਾਈ ਫੌਜਾ ਸਿੰਘ ਦੇ ਵੀ ਫਾਰਮ ਤੇ ਵੀ ਜਾਂਦੇ ਸਨ, 1-2 ਸਾਲ ਹੋ ਚੁੱਕੇ ਸਨ। ਕਿਉਂਕਿ ਜੇ ਆਪਾਂ ਥੋੜਾ ਜਿਹਾ ਪਿਛੋਕੜ ਜਾਈਏ, ਪੁਰਾਣੇ ਪੁਰਾਤਨ ਸਿੰਘ ਹੁੰਦੇ ਸਨ, ਉਹ ਆਪਣੇ ਵਾਂਗੂ ਨਹੀਂ ਕਿ ਜੇ ਕਿਸੇ ਨੇ ਕਿ ਅੰਮ੍ਰਿਤ ਛਕਾ ਦੋ ਤੇ ਅਗਲੇ ਦਿਨ ਅੰਮ੍ਰਿਤ ਛਕਾਤਾ, ਏਦਾਂ ਨਹੀਂ ਹੁੰਦਾ ਸੀ ਪਹਿਲਾਂ। ਉਹ ਏਦਾਂ ਹੁੰਦਾ ਸੀ ਕਿ ਪਹਿਲਾਂ ਉਹਨਾਂ ਨੂੰ ਸੰਗਤ ਕਰਨ ਨੂੰ, ਜਿੱਦਾਂ ਕੋਈ ਮੇਰੇ ਵਰਗਾ ਅੰਮ੍ਰਿਤ ਛਕਣ ਵੀ ਜਾਂਦਾ ਸੀ, ਉਹਨੂੰ ਕਹਿੰਦੇ ਸੀ ਸਾਲ ਤੂੰ ਸੰਗਤ ਕਰ, ਸਾਲ ਕੀਰਤਨ ਸੁਣ, ਸੇਵਾ ਕਰ, ਕਕਾਰ ਪਾ, ਆਪਣੀ ਮਤਲਬ ਤਿਆਰੀ ਕਰ ਪੂਰੀ। ਸੋ ਏਦਾਂ ਹੀ ਹੁੰਦਾ ਸੀ। ਜਿਹੜੇ ਜਦੋਂ ਅਸੀਂ 78 ਤੋਂ ਪਹਿਲਾਂ ਦੀ ਗੱਲਾਂ ਕਰਦੇ ਹਾਂ, ਇੰਨਾ ਪੁਰਾਤਨ ਗੱਲ ਵੀ ਨਹੀਂ ਹੈ, ਪਰ ਉਦੋਂ ਵੀ ਇਹ ਸਿੱਖੀ ਦੇ ਜਿਹੜੇ ਇਹ ਲੀਹਾਂ ਪਾਈਆਂ ਸੀ ਸਾਰੇ ਪੁਰਾਤਨ ਗੁਰਸਿੱਖਾਂ ਨੇ, ਉਹ ਗੁਰਸਿੱਖ ਅਜੇ ਵੀ ਉਹਨੂੰ ਫੋਲੋ ਕਰਦੇ ਸਨ। ਸੋ ਇਹਨਾਂ ਨੂੰ ਸੰਗਤ ਪਹਿਲਾਂ ਹੀ ਕਰਨੀ ਸ਼ੁਰੂ ਕਰਤੀ ਸੀ ਇਹਨਾਂ ਨੇ, ਤੇ ਇਹ ਭਾਈ ਫੌਜਾ ਸਿੰਘ ਦੇ ਦਰਸ਼ਨ ਵੀ ਇਹਨਾਂ ਨੇ ਕੀਤੇ, ਕਿਉਂਕਿ ਭਾਈ ਫੌਜਾ ਸਿੰਘ ਵੀ ਦਰਬਾਰ ਸਾਹਿਬ ਦੇ ਲਾਗੇ ਹੀ ਰਹਿੰਦੇ ਹੁੰਦੇ ਸਨ, ਤੇ ਉੱਥੇ ਹੀ ਉਹ ਜੌਬ ਵੀ ਕਰਦੇ ਸਨ। ਸੋ ਇਹ SGPC ਨੌਕਰੀ ਕਰਦੇ ਸਨ, ਤੇ ਕਈ ਵਾਰੀ ਮੁਲਾਕਾਤਾਂ ਹੋ ਜਾਂਦੀਆਂ ਸੀ, ਤੇ ਜਿੱਦਾਂ ਵੀ ਕਿਸੇ ਗੁਰਸਿੱਖ ਦੀ ਮੁਲਾਕਾਤ ਹੁੰਦੀ ਹੈ, ਕੋਈ ਜਿਹੜੇ ਵੱਡੇ ਗੁਰਸਿੱਖ ਹੁੰਦੇ ਪ੍ਰੇਰਨ ਵਾਸਤੇ ਕਹਿੰਦੇ ਫਲਾਣੇ ਸਮਾਗਮ ਤੇ ਆਓ, ਕੀਰਤਨ ਸੁਣੋ, ਸੇਵਾ ਕਰੋ। ਸੋ ਏਦਾਂ ਹੀ ਪ੍ਰੇਰਦੇ ਨੇ। ਤੇ ਭਾਈ ਸਾਹਿਬ ਨੂੰ ਵੀ ਏਦਾਂ ਹੀ ਪ੍ਰੇਰ ਕੇ ਜਦੋਂ ਸੰਗਤ ਕਰਨ ਲੱਗੇ, ਸਮਾਗਮਾਂ ਤੇ ਆਉਣ ਲੱਗੇ। ਫਿਰ ਭਾਈ ਫੌਜਾ ਸਿੰਘ ਦੀ ਆਦਤ ਹੁੰਦੀ ਸੀ ਕਿ ਜਦੋਂ ਵੀ ਯੂਥ ਉਹਨਾਂ ਨਾਲ ਮਿਲਦਾ ਸੀ, ਉਹ ਉਹਨਾਂ 'ਚ ਜਿਹੜਾ ਸਿੱਖੀ ਦਾ ਜਜ਼ਬਾ, ਜਿੱਦਾਂ ਭਾਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੜੇ ਦੂਰਅੰਦੇਸ਼ ਸਨ, ਉਹਨਾਂ ਨੇ ਪਹਿਲਾਂ ਹੀ ਭਾਪ ਲਿਆ ਸੀ ਕਿ ਸਰਕਾਰ ਸਾਡੇ ਨਾਲ ਕੀ ਕਰਨ ਵਾਲੀ ਆ, ਇਹ ਕਿਹੜੇ ਪਾਸੇ ਗੱਲ ਜਾ ਰਹੀ ਹੈ, ਇਹ ਉਹਨਾਂ ਨੇ ਪਹਿਲਾਂ ਹੀ ਭਾਪ ਕੇ ਜਿਹੜਾ ਯੂਥ ਸੀ ਉਹਨੂੰ ਐਜੂਕੇਟ ਕਰ ਰਹੇ ਸਨ। ਸੋ ਅੱਜ ਜਿਹੜਾ ਵੀ ਯੰਗ ਸਿੰਘ ਸਨ, ਜਿੱਦਾਂ ਭਾਈ ਅਨੋਖ ਸਿੰਘ ਹੋ ਗਏ, ਭਾਈ ਸੁਖਦੇਵ ਸਿੰਘ ਬੱਬਰ ਹੋ ਗਏ, ਭਾਈ ਮਹਿੰਗਾ ਸਿੰਘ ਬੱਬਰ ਹੋ ਗਏ, ਇਹ ਜਿੰਨੇ ਵੀ ਬੱਬਰ ਸਿੰਘ ਪਹਿਲੀ ਲੋਟ ਦੇ ਜਥੇਬੰਦੀ ਸਟਾਰਟ ਕਰਨ ਟਾਈਮ ਸਿੰਘ ਸਨ ਜਿਨ੍ਹਾਂ ਨੇ ਸੇਵਾ ਕੀਤੀ ਹੈ, ਇਹ ਸਾਰੇ ਹੀ ਭਾਈ ਫੌਜਾ ਸਿੰਘ ਦੀ ਪ੍ਰੇਰਣਾ ਨਾਲ ਸਿੱਖੀ 'ਚ ਆਇਆ ਹੋਇਆ ਯੂਥ ਸੀ। ਬਿਲਕੁਲ। ਤਾਂ ਨਹੀਂ, ਮੈਂ ਫਿਰ ਉਹੀ ਕਹਾਂ ਵੀ ਭਾਈ ਸਾਹਿਬ ਜੀ ਨੇ ਤਾਂ ਪੂਰੇ ਬੰਦੇ ਕਹਿੰਦੇ ਨਾ ਕਿ ਚੰਡ ਕੇ, ਆਪਾਂ ਕਹਿੰਦੇ ਕਿ ਪੂਰੇ ਟ੍ਰੇਨਡ ਕਰਕੇ ਬੰਦੇ ਸਿੰਘ ਜਿਹੜੇ ਸੀਗੇ ਉਹ ਕੀਤੇ ਨੇ ਟ੍ਰੇਨਡ। ਤਾਂ ਮੈਂ ਹੁਣ ਕਹਾਂਗੇ ਕਿ ਬਾਣੀ, ਅਗਰ ਜਿਹੜੇ ਆਪਾਂ ਕਹੀਏ ਕਿ ਸਿੰਘ ਜਿਹੜੇ ਨੇ ਬਾਣੀ ਪੜ੍ਹਦੇ ਨੇ, ਉਹਨਾਂ ਦਾ ਇੱਕ ਨਿੱਜੀ ਜੀਵਨ ਹੁੰਦਾ ਆ, ਇੱਕ ਹੁੰਦਾ ਨਾ ਕਿ ਜਦੋਂ ਸਮਾਜ ਵਿੱਚ ਵਿਚਰਦੇ ਨੇ, ਇੱਕ ਉਹ ਜੀਵਨ ਹੁੰਦਾ, ਤੇ ਇੱਕ ਹੁੰਦਾ ਉਹਨਾਂ ਦਾ ਨਿੱਜੀ ਜੀਵਨ, ਜਦੋਂ ਕਿੰਨੀ ਗੁਰਬਾਣੀ ਪੜ੍ਹਦੇ ਨੇ, ਉਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ। ਕਿਉਂਕਿ ਜ਼ਿਆਦਾਤਰ ਇਹ ਦੇਖਿਆ ਗਿਆ ਕਿ ਜਿਹੜੇ ਪੁਰਾਣੇ ਸਿੰਘ ਸੀਗੇ, ਭਾਵੇਂ ਅਸੀਂ ਭਾਈ ਫੌਜਾ ਸਿੰਘ ਜੀ ਲੈ ਲਈਏ ਜਾਂ ਹੋਰ ਪੁਰਾਣੇ ਸਾਰੇ ਸ਼ਹੀਦ ਲੈ ਲਈਏ, ਤਾਂ ਸਾਰਿਆਂ ਨੂੰ ਜਿਹੜੀ ਇੱਕ ਤਾਕਤ ਆ ਉਹ ਗੁਰਬਾਣੀ ਤੋਂ ਮਿਲਦੀ ਰਹੀ ਹੈ। ਥੋੜਾ ਜਿਹਾ ਭਾਈ ਸਾਹਿਬ ਜੀ ਦੇ ਉਸ ਜੀਵਨ ਬਾਰੇ ਦੱਸੋ, ਜੇ ਤੁਹਾਨੂੰ ਕੋਈ ਨੌਲੇਜ ਹੈਗੀ ਹੈ ਅਧਿਆਤਮਿਕ ਲਾਈਫ ਦੇ ਬਾਰੇ, ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਨਿਤਨੇਮ ਹੁੰਦਾ ਸੀਗਾ, ਕਿਸ ਤਰ੍ਹਾਂ ਦੀ ਉਹਨਾਂ ਦੀ ਰਹਿਣੀ ਬਹਿਣੀ ਸੀਗੀ। ਭਾਈ ਸਾਹਿਬ ਦੀ ਨਹੀਂ, ਜਿੰਨੇ ਵੀ ਸਿੰਘ ਭਾਈ ਫੌਜਾ ਸਿੰਘ ਨੇ ਯੂਥ ਤਿਆਰ ਕੀਤਾ ਵਾ, ਜਿੱਦਾਂ ਆਪਾਂ ਆਪ ਜੀ ਨੇ ਬੇਨਤੀ ਕੀਤੀ, ਤਾਂ ਰਹਿਤ ਮਰਿਆਦਾ 'ਚ ਵੀ 2 ਪਾਰਟ ਨੇ, ਪੰਥਕ ਰਹਿਣੀ, ਸਖਸ਼ੀ ਰਹਿਣੀ, ਹੈ ਨਾ। ਸੋ
ਭਾਈ ਫੌਜਾ ਸਿੰਘ ਜਿਹੜੇ ਕਿ ਸਪਿਰਿਚੁਅਲਿਟੀ ਬੱਚੇ ਨੂੰ ਪਹਿਲਾਂ ਤਿਆਰ ਕਰਦੇ ਸਨ। ਜਦੋਂ ਸਪਿਰਿਚੁਅਲੀ ਬੰਦਾ ਸਟਰੋਂਗ ਹੋ ਜਾਂਦਾ ਫਿਰ ਉਹਦਾ ਜਿਹੜਾ ਸੋਚਣ ਦਾ ਨਜ਼ਰੀਆ ਉਹ ਡਿਫਰੈਂਟ ਹੋ ਜਾਂਦਾ ਹੈ। ਗੁਰਬਾਣੀ ਦੀ ਰੋਸ਼ਨੀ 'ਚ ਹਰ ਗੱਲ ਨੂੰ ਗੁਰਬਾਣੀ ਦੀ ਰੋਸ਼ਨੀ 'ਚ ਹੀ ਡਿਸਾਈਡ ਕਰਦਾ ਹੈ। ਸੋ ਜਿੱਦਾਂ ਭਾਈ ਸਾਹਿਬ ਸਨ ਜਾਂ ਭਾਈ ਸਾਹਿਬ ਦੇ ਸੰਗੀ ਸਾਥੀ ਸਨ, ਇਹ ਸਾਰੇ ਹੀ ਨਿਤਨੇਮੀ ਸਨ। ਸਵੇਰੇ 1:30 ਵਜੇ ਉੱਠ ਕੇ ਘੰਟਾ 2 ਘੰਟੇ 3 ਘੰਟੇ ਜਿੰਨਾ ਕੁ ਟਾਈਮ ਹੁੰਦਾ ਸੀ, ਸਾਰੇ ਇਕੱਠੇ, ਜਿਹੜਾ ਮੈਂ ਦੇਖਿਆ ਵਾ ਨਾਨਕ ਨਿਵਾਸ 'ਚ, ਸਾਰੇ ਹੀ 1:30 ਵਜੇ ਉੱਠ ਜਾਂਦੇ ਸਨ, ਸਾਰੇ ਇਕੱਠੇ ਨਿਤਨੇਮ ਕਰਦੇ ਸਨ। ਅੰਮ੍ਰਿਤ ਵੇਲਾ ਸੰਭਾਲ ਕੇ ਫਿਰ 4 ਵਜੇ ਜਦੋਂ ਦਰਬਾਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ, ਸਾਰੇ ਦਰਸ਼ਨ ਕਰਨ ਜਾਂਦੇ ਸਨ। ਉੱਥੋਂ ਆਸਾ ਦੀ ਵਾਰ ਦਾ ਭੋਗ ਸੁਣ ਕੇ ਵਾਪਸ ਆ ਕੇ ਫਿਰ ਜਿਹੜਾ ਵਾ ਮਤਲਬ ਬ੍ਰੇਕਫਾਸਟ ਕਰਨਾ ਜਾਂ ਜੋ ਵੀ ਜਲ ਪਾਣੀ ਛਕ ਕੇ ਫਿਰ ਆਰਾਮ ਕਰਦੇ ਸਨ ਘੰਟਾ 2 ਘੰਟਾ, ਫਿਰ ਦੁਪਹਿਰੇ ਆਪਣੀਆਂ ਸਾਰੀਆਂ ਸੇਵਾਵਾਂ 'ਚ ਲੱਗ ਜਾਂਦੇ ਸਨ। ਮੈਂ ਜਿਹੜਾ ਗੁਰਸਿੱਖਾਂ ਕੋ ਸੁਣਿਆ ਵਾ, ਕਿਉਂਕਿ ਮੇਰੀ ਉਮਰ ਉਦੋਂ ਕਾਫੀ ਛੋਟੀ ਸੀ, ਉਹਨਾਂ ਦਾ ਅੰਮ੍ਰਿਤ ਵੇਲਾ ਬੜਾ ਸਟਰੋਂਗ ਸੀ। ਉਹ ਸਾਡੇ ਵਾਂਗੂ ਸਿਰਫ 5 ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਸਨ, ਉਹ ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ, ਤੇ ਉਹ ਬਹੁਤ ਵੱਧ ਬਾਣੀਆਂ ਪੜ੍ਹਦੇ ਸਨ। ਸੋ ਉਹ ਕਮਾਈਆਂ ਵਾਲੇ ਗੁਰਸਿੱਖ ਸਨ। ਤੇ ਜਦੋਂ ਬੰਦਾ ਸਪਿਰਿਚੁਅਲੀ ਇੰਨਾ ਹਾਈ ਹੁੰਦਾ ਹੈ ਤਦੇ ਹੀ ਉਹ ਗੁਰਬਾਣੀ ਦੀ ਰੋਸ਼ਨੀ 'ਚ ਹੀ ਸਹੀ ਡਿਸੀਜ਼ਨ, ਸਹੀ ਫੈਸਲੇ ਲੈ ਸਕਦਾ ਹੈ ਆਪਣੇ ਜੀਵਨ ਪ੍ਰਤੀ, ਆਪਣੀ ਕੌਮ ਪ੍ਰਤੀ। ਸੋ ਮੇਰੀ ਤੇ ਇੰਨੀ ਕੀ ਜਾਣਕਾਰੀ ਹੈਗੀ ਆ ਉਹਨਾਂ ਦੇ ਪ੍ਰਤੀ, ਜਿਹੜੇ ਉਹਨਾਂ ਦਾ ਸਪਿਰਿਚੁਅਲ ਜੀਵਨ ਸੀ। ਤੇ ਇਹਦੇ ਚੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜ਼ਰੂਰ ਦੇ ਸਕਦਾ ਹਾਂ, ਜੇ ਆਪਣੇ ਦਰਸ਼ਕ ਉਤੋਂ ਅੰਦਾਜ਼ਾ ਲਾ ਸਕਦੇ ਨੇ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ। ਜਦੋਂ ਭਾਈ ਸਾਹਿਬ ਰੂਪੋਸ਼ ਰਹਿੰਦੇ ਸਨ, ਇਹ 84 ਤੋਂ ਬਾਅਦ ਦੀ ਗੱਲ ਆ, ਇਹ ਜਲੰਧਰ ਏਰੀਆ 'ਚ ਕਿਸੇ ਪਿੰਡ 'ਚ ਰਹਿੰਦੇ ਹੁੰਦੇ ਸਨ ਤੇ ਇੱਕ ਸਿੰਘ ਦੇ ਖੂਹ ਤੇ ਰਹਿੰਦੇ ਹੁੰਦੇ ਸਨ। ਤੇ ਭਾਈ ਸਾਹਿਬ ਸਵੇਰੇ ਉੱਠ ਕੇ ਆਪਣਾ ਬਾਣੀ ਪੜ੍ਹਦੇ ਹੁੰਦੇ ਤੇ ਜਿੱਦਾਂ ਗੁਰੂ ਸਾਹਿਬ ਦਾ ਹੁਕਮ ਆ, ਸਤਿਗੁਰ ਕਾ ਜੋ ਸਿੱਖ ਖਾਏ ਭਲ ਕੇ ਉਠ ਹਰ ਨਾਮ ਤੇ ਆਏ, ਚੜੇ ਦਿਸ ਗੁਰਬਾਣੀ ਗਾਵੇ, ਉਸ ਤੋਂ ਬਾਅਦ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਸੋ ਜਿਹੜੇ ਵੀ ਗੁਰਸਿੱਖਾਂ, ਜਿਹੜੇ ਵੀ ਅੰਮ੍ਰਿਤਧਾਰੀ ਹਨ, ਉਸ ਰੋਮ ਰੋਮ ਉਹਨਾਂ ਦਾ ਨਾਮ ਜਪਦਾ। ਇੱਕ ਸਟੇਜ ਤੋਂ ਬਾਅਦ ਉਹਦਾ ਹਰ ਰੋਮ ਨਾਮ ਜਪਦਾ। ਸੋ ਜਿਹੜੇ ਗੁਰਸਿੱਖ ਸਨ, ਓਦਾਂ ਭਾਈ ਅਨੋਖ ਸਿੰਘ ਸਾਰਾ ਦਿਨ ਕਰਦੇ ਹੀ ਰਹਿੰਦੇ ਸਨ। ਤੇ ਉਹ ਜਿਨ੍ਹਾਂ ਦੇ ਘਰ ਰਹਿੰਦੇ ਸਨ, ਉਹਨਾਂ ਦੀ ਮਾਤਾ ਹੁੰਦੀ ਸੀ, ਉਹ ਕਹਿੰਦੀ ਸੀ ਯਾਰ ਆ ਮੁੰਡਾ ਸਾਰਾ ਦਿਨ ਹੂੰਗਦਾ ਹੀ ਰਹਿੰਦਾ। ਉਹਨੂੰ ਮੇਰੀ ਵਰਗੀ ਨੂੰ ਗਿਆਨ ਨਹੀਂ ਸੀ, ਉਹਨੂੰ ਸੀ ਨਹੀਂ ਕਿ ਕੀ ਹੁੰਦਾ। ਉਹ ਕਹਿੰਦਾ ਸਾਰਾ ਦਿਨ ਇਹ ਹੂੰਗਦਾ ਹੀ ਰਹਿੰਦਾ ਵਾ। ਸੋ ਇਹ ਇੱਕ ਐਗਜ਼ਾਮਪਲ ਆ ਭਾਈ ਸਾਹਿਬ ਦੇ ਜੀਵਨ ਤੋਂ, ਜਿਹੜਾ ਅਸੀਂ ਉਹਨਾਂ ਦੇ ਕਿੰਨੀ ਉਹਨਾਂ ਦੀ ਸਪਿਰਿਚੁਅਲ ਲੈਵਲ ਤੇ ਕਿੰਨੇ ਹਾਈ ਸਾਨੂੰ। ਬਿਲਕੁਲ। ਤਾਂ ਮਨਪ੍ਰੀਤ ਭਾਜੀ, ਤੁਸੀਂ ਪਹਿਲਾਂ ਵੀ ਇਹ ਗੱਲ ਟੱਚ ਕੀਤੀ ਹੈ ਕਿ ਜਿਹੜੇ ਸਿੰਘ ਸੀਗੇ ਉਹ ਗੁਰੂ ਸਾਹਿਬ ਦੀ ਬੇਅਦਬੀ ਨੂੰ ਦੇਖਦੇ ਹੋਏ ਜਿਹੜੇ ਸੀਗੇ ਸੰਘਰਸ਼ ਵਿੱਚ ਆਏ, ਕਿਉਂਕਿ ਜ਼ਿਆਦਾਤਰ ਅਸੀਂ ਸੰਘਰਸ਼ ਵਿੱਚ ਦੇਖਦੇ ਹਾਂ ਜਿਹੜੇ ਸਿੰਘ ਆਏ ਨੇ, ਕਿਤੇ ਨਾ ਕਿਤੇ ਪਰਿਵਾਰਕ ਤੌਰ ਦੇ ਉੱਤੇ ਉਹਨਾਂ ਤੇ ਜ਼ੁਲਮ ਹੁੰਦਾ ਆ, ਜਾਂ ਨਿੱਜੀ ਜ਼ੁਲਮ ਹੁੰਦਾ ਆ ਪੁਲਿਸ ਨੂੰ ਲੈ ਕੇ, ਜਾਂ ਕੁਛ ਆਪਾਂ ਕਹੀਏ ਕਿ ਕੁਛ ਰੰਜਿਸ਼ਾਂ ਹੋ ਜਾਂਦੀਆਂ ਨੇ, ਜਾਂ ਪੁਲਿਸ ਨੇ ਪਰਿਵਾਰ ਚੋਂ ਚੁੱਕ ਲਿਆ, ਜਾਂ ਕਿਹਾ ਜਾਂਦਾ ਸੀ ਕਿ ਸਿੰਘ ਤੁਹਾਡੇ ਘਰ ਰਾਤ ਨੂੰ ਰੋਟੀ ਖਾ ਕੇ ਆਇਆ, ਅਗਲੇ ਦਿਨ ਪੁਲਿਸ ਨੇ ਚੱਕ ਲਿਆ। ਮਤਲਬ ਜ਼ਿਆਦਾਤਰ ਜਿਹੜੇ ਇਨਵੋਲਵ ਹੋਏ, ਇਹ ਕਿਹਾ ਜਾਂਦਾ ਕਿ ਉਹਨਾਂ ਦੇ ਕੋਲ ਚੋਇਸ ਨਹੀਂ ਸੀਗੀ, ਤਾਂ ਜਾਂ ਤਾਂ ਪੁਲਿਸ ਮਾਰ ਦਿੰਦੀ ਜਾਂ ਉਹ ਸੰਘਰਸ਼ 'ਚ ਆ ਜਾਂਦੇ। ਤਾਂ ਭਾਈ ਅਨੋਖ ਸਿੰਘ ਹੁਣਾਂ ਦਾ ਕੀ ਸੀਗਾ ਕਿ ਵੀ ਉਹਨਾਂ ਦਾ ਸੰਘਰਸ਼ ਵਿੱਚ ਆਉਣ ਦਾ, ਕਿਉਂਕਿ ਤੁਸੀਂ ਬਰੀਫ ਵਿੱਚ ਪਹਿਲਾਂ ਟੱਚ ਕੀਤਾ, ਥੋੜਾ ਜਿਹਾ ਆਪਾਂ ਡਿਟੇਲ 'ਚ ਕਰੀਏ ਕਿ ਵੀ ਉਹ ਸੰਘਰਸ਼ ਵਿੱਚ ਕਿੱਦਾਂ ਸ਼ਾਮਲ ਹੋਏ। ਦੇਖੋ, ਜਿਹੜੀ ਤੁਸੀਂ ਇਹ ਗੱਲ ਕਹੀ ਵੀ, ਦੇਖੋ ਬਹੁਤ ਸਾਰੇ ਸਿੰਘਾਂ ਦੀ ਬਿੱਦ ਬਣਦੀ ਹੈ ਵੀ ਹਾਂ ਪਰਸਨਲੀ ਉਹਨਾਂ ਨੂੰ ਪੁਲਿਸ ਤੰਗ ਕਰਦੀ ਹੈ, ਜਾਂ ਉਹਨਾਂ ਦੇ ਪਰਿਵਾਰ ਨੂੰ ਤੰਗ ਕਰਦੀ ਹੈ, ਜਾਂ ਉਹਨਾਂ ਦੇ ਪਿੰਡ ਦੇ ਵਿੱਚ ਕਿਸੇ ਦੀ ਸ਼ਹੀਦੀ ਹੋ ਜਾਂਦੀ ਹੈ, ਜਾਂ ਉਹਨਾਂ ਦਾ ਕੋਈ ਦੋਸਤ ਮਿੱਤਰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਸ ਤੋਂ ਬਾਅਦ ਇਹ ਬਿੱਦ ਬਣਦੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜਿੰਨੇ ਨਾਂ ਭਾਈ ਸਾਹਿਬ ਨੇ ਹੁਣੇ ਲਿੱਤੇ ਨੇ, ਅਨੋਖ ਸਿੰਘ ਹੋ ਗਏ, ਜਾਂ ਸੁਲੱਖਣ ਸਿੰਘ ਜੀ ਹੋ ਗਏ, ਜਾਂ ਸੁਖਦੇਵ ਸਿੰਘ, ਭਾਈ ਮਨਮੋਹਨ ਸਿੰਘ, ਜਾਂ ਵਧਾਵਾ ਸਿੰਘ ਜੀ, ਇਹ ਲੋਕ ਉਹਨਾਂ ਵਿੱਚੋਂ ਸੀਗੇ ਜਿਨ੍ਹਾਂ ਨੇ ਨਾਮ ਬਾਣੀਆਂ ਭਿੱਜੀਆਂ ਰੂਹਾਂ ਹੋਣ ਕਰਕੇ, ਨਿਤਨੇਮ ਹੋਣ ਕਰਕੇ, ਇਹਨਾਂ ਦੇ ਅੰਦਰ ਜਿਹੜੀ ਕੌਮ ਦਾ ਸ਼ੋਸ਼ਣ ਉਸ ਵੇਲੇ ਹੋ ਰਿਹਾ ਸੀ, ਉਸ ਚੀਜ਼ ਨੂੰ ਲੈ ਕੇ ਹੁਣ ਅਸੀਂ ਜਾਣਦੇ ਹਾਂ 78 ਇੱਕ ਕੈਟਲਿਸਟ ਪੁਆਇੰਟ ਬਣਿਆ। ਜਿੱਦਾਂ ਭਾਈ ਸਾਹਿਬ 79 'ਚ ਫਿਰ ਅੰਮ੍ਰਿਤ ਛਕਦੇ ਨੇ, 78 ਦੇ ਸਾਕੇ ਤੋਂ ਬਾਅਦ ਭਾਈ ਫੌਜਾ ਸਿੰਘ ਦੇ ਉਹ ਪਹਿਲਾਂ ਹੀ ਟੱਚ 'ਚ ਸੀਗੇ। ਉਹਨਾਂ ਦਾ ਜਿਹੜਾ ਇਹ ਕੈਟਲਿਸਟ ਹੈ, ਉਸ ਤੋਂ ਬਾਅਦ ਇਹ ਵੱਧਦਾ ਕਿੱਦਾਂ ਵੱਧ ਜਾਂਦਾ ਹੈ। 1982 ਦੀ ਜੇ ਅਸੀਂ ਗੱਲ ਕਰੀਏ, ਕੁਲਵੰਤ ਸਿੰਘ ਜੀ ਨਾਗੋਕੀ, ਜਿਹੜਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਜਿਨ੍ਹਾਂ ਦਾ ਹੁੰਦਾ, ਉਸ ਤੋਂ ਬਾਅਦ ਹੁੰਦਾ ਹੈ। ਉਸ ਤੋਂ ਬਾਅਦ ਬੇਦਬੀਆਂ ਹੁੰਦੀਆਂ ਨੇ, ਵਿੱਚ ਹੀ ਸੰਤਾਂ ਨੂੰ ਵੀ ਫੜ ਕੇ ਪੁਲਿਸ ਲੈ ਕੇ ਜਾਂਦੀ ਹੈ, ਉਹਨਾਂ ਨੂੰ ਚੀਜ਼ ਕਰ ਰਹੀ ਹੈ, ਚੰਦੋ ਕਲਾਂ ਹੋ ਜਾਂਦਾ, ਕਿੰਨਾ ਕੁਛ ਹੋ ਜਾਂਦਾ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਇੱਕ ਸਿੱਖ ਵਾਸਤੇ ਇਹ ਸਾਰੀਆਂ ਚੀਜ਼ਾਂ ਇੱਕ ਕੈਟਲਿਸਟ ਦਾ ਕੰਮ ਕਰ ਰਹੀਆਂ ਸੀਗੀਆਂ। ਕਿ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਵੀ ਜਿਹੜੀ ਸਾਡੀ ਮਿਥ ਸੀਗੀ, ਜਿਹੜੀ ਸਾਡੀ ਡ੍ਰੀਮ ਸੀ 1947 ਤੋਂ ਬਾਅਦ ਵੀ, ਠੀਕ ਹੈ ਜੀ, ਸਾਨੂੰ ਜਿੱਦਾਂ 1934 ਦੇ ਵਿੱਚ ਮਹਾਤਮਾ ਗਾਂਧੀ ਸੀਸਗੰਜ ਗੁਰਦੁਆਰਾ ਸਾਹਿਬ ਆ ਕੇ ਕਹਿੰਦਾ ਵੀ ਨਹੀਂ, ਤੁਹਾਨੂੰ ਇੱਕ ਅਜਿਹਾ ਖਿੱਤਾ ਦਿੱਤਾ ਜਾਏਗਾ ਜੀ, ਤੁਸੀਂ ਉਹਦੇ 'ਚ ਆਜ਼ਾਦੀ ਦਾ ਨਿੱਘ ਬਾਣ ਸਕੋਗੇ। ਹੁੰਦਾ ਉਸ ਤੋਂ ਬਿਲਕੁਲ ਉਲਟ ਹੈ।
1955 ਜੀ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜਾਂਦਾ, ਸਾਡੀ ਦਰਸ਼ਨੀ ਦਿਉੜੀ ਦੇ ਦਰਵਾਜ਼ਿਆਂ ਤੇ ਨਿਗਾਹ ਰੱਖੀ ਜਾਂਦੀ ਹੈ, ਸਾਨੂੰ ਇਹ ਪੁੱਛਿਆ ਜਾਂਦਾ ਵੀ ਦੱਸੋ ਅਬ ਸੋਨੇ ਦਾ ਹਿਸਾਬ ਦੱਸੋ, ਕਿੰਨਾ ਸੋਨਾ ਲੱਗਿਆ ਤੁਹਾਡੇ ਦਰਬਾਰ ਸਾਹਿਬ ਤੇ। ਇਹ ਜਿਹੜੀਆਂ ਉਸ ਤੋਂ ਬਾਅਦ ਅਸੀਂ ਸਾਰੇ ਜਾਣਦੇ ਹਾਂ ਕਿ ਤਾਂ ਜਰਾਇਮ ਪੇਸ਼ਾ ਕੌਮ ਕਹਿ ਕੇ ਸਰਕੂਲਰ ਸਾਡੇ ਲਈ ਇਸ਼ੂ ਕੀਤਾ ਜਾਂਦਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀਗੀਆਂ, ਇਹ ਸਿੰਘਾਂ ਨੇ ਰੀਅਲਾਈਜ਼ ਕਰ ਲਿਆ ਸੀ ਕਿ ਸਾਨੂੰ ਪਹਿਲੇ ਦਰਜੇ ਦਾ ਸ਼ਹਿਰੀ ਇੱਥੇ ਨਹੀਂ ਸਮਝਿਆ ਜਾ ਰਿਹਾ, ਸਾਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਕੇ ਇੱਕ ਸਾਨੂੰ ਐਜ਼ ਨੀਵਾਂ ਸਿਟੀਜ਼ਨ ਬਣਾ ਕੇ ਟਰੀਟ ਕੀਤਾ ਜਾ ਰਿਹਾ। ਔਰ ਸਿੱਖ ਜਿਹੜਾ ਵਾ ਨਾ ਉਹ ਕਦੀ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੜੀ ਇੰਡੀਅਨ ਗੌਰਮੈਂਟ ਇਹ ਸਿੰਘਾਂ ਨੂੰ ਟੈਰਰਿਸਟ ਕਹਿੰਦੀ ਸੀ, ਇਹਨਾਂ ਨੂੰ ਕਹਿੰਦੀ ਸੀ ਇਹ ਤਾਂ ਬੜੇ ਜੀ ਮਿਲੀਟੈਂਟ ਬੰਦੇ ਨੇ ਜੀ, ਇਹ ਤਾਂ ਬੜੇ ਗੁੱਸੇ ਵਾਲੇ ਨੇ ਜੀ, ਇਹ ਤਾਂ ਇੱਕ ਰਿਵੈਂਜ ਦੀ ਜਿਹੜੀ ਹੈ ਇੱਕ ਕੰਮ ਕਰ ਰਹੇ ਨੇ ਜੀ, ਇਹਨਾਂ ਨੇ ਤੇ ਹਿੰਦੂ ਮਾਰ ਦੇਣੇ ਨੇ ਸਾਰੇ, ਇਹ ਹੈ ਉਹ ਹੈ। ਮੈਂ ਇੱਥੇ ਇੱਕ ਛੋਟੀ ਜਿਹੀ ਗੱਲ, ਜਿਹੜਾ ਤੁਹਾਡਾ ਇਹਦਾ ਪੁਰਾਣਾ ਕੁਐਸਚਨ ਸੀ ਨਾ ਵੀ ਭਾਜੀ ਦੀ ਜ਼ਿੰਦਗੀ ਭਾਈ ਸਾਹਿਬ ਜੀ ਦੀ ਕਿੱਦਾਂ ਦੀ ਸੀਗੀ, ਮੈਂ ਉਹਦੇ ਤੇ ਥੋੜਾ ਟੱਚ ਕਰਨਾ ਚਾਹੁੰਦਾ ਇੱਕ ਸੰਦਰਭ ਲੈ ਕੇ ਵੀ ਭਾਈ ਗੁਰਦਾਸ ਜੀ ਦੀ ਵਾਰ ਹੈਗੀ ਹੈ ਗੁਰਮੁਖ ਕਰਨੀ, ਵੀ ਗੁਰਮੁਖ ਦੀ ਕਰਨੀ ਕੀ ਹੁੰਦੀ ਹੈ। ਭਾਈ ਗੁਰਦਾਸ ਜੀ ਬੜੇ ਪਿਆਰ ਨਾਲ ਇਹ ਦੱਸਦੇ ਵੀ ਗੁਰਮੁਖ ਆਪ ਗਵਾਏ ਆਪ ਪਛਾਣਿਆ, ਇਹਨਾਂ 'ਚ ਹਉਮੈ ਨਹੀਂ ਹੁੰਦੀ, ਹੰਕਾਰ ਨਹੀਂ ਹੁੰਦਾ। ਗੁਰਮੁਖ ਸਤ ਸੰਤੋਖ ਸਹਿਜ ਸਮਾਣਿਆ, ਗੁਰਮੁਖ ਧੀਰਜ ਧਰਮ ਦਇਆ ਸੁਖ ਮਾਣਿਆ। ਮੈਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਭਾਈ ਗੁਰਦਾਸ ਜੀ ਨੇ ਲਿਖੀਆਂ, ਇਹ ਭਾਈ ਸਾਹਿਬ ਨੇ ਕਰਕੇ ਦਿਖਾਈਆਂ। ਮੈਂ ਤੁਹਾਨੂੰ ਉਹਦੇ 2-3 ਐਗਜ਼ਾਮਪਲ ਦਿੰਦਾ। ਭਾਈ ਸਾਹਿਬ ਕਿਸੇ ਵੱਲ ਰਹਿਣ ਗਏ ਤੇ ਇੱਥੋਂ ਸਿੰਘਾਂ ਨੇ ਇੰਤਜ਼ਾਮ ਕਰਾਇਆ ਉਹਨਾਂ ਦਾ, ਤੇ ਉਹ ਸਿੰਘ ਨੇ ਮੈਨੂੰ ਦੱਸਿਆ ਵੀ ਕਹਿੰਦੇ ਜਿਨ੍ਹਾਂ ਦੇ ਘਰ ਰਹੇ ਉਹਨਾਂ ਨੇ ਸਾਨੂੰ ਬਾਅਦ ਵਿੱਚੋਂ ਦੱਸਿਆ ਵੀ ਤੁਸੀਂ ਅਜਿਹੇ ਸਿੰਘ ਸਾਡੇ ਘਰ ਰਹਿਣ ਭੇਜਿਆ ਕਰੋ। ਕਿਉਂ, ਵਜ੍ਹਾ ਕੀ ਸੀ? ਸਵੇਰੇ ਉੱਠਦਿਆਂ ਸਾਰ ਵੀ ਉਹਨਾਂ ਨੇ ਪਹਿਲਾਂ ਆਪਣਾ ਨਿਤਨੇਮ ਕਰਨਾ ਹੈ, ਗੁਰੂ ਕਰਨਾ, ਉਹ ਤਾਂ ਸਭ ਕੁਝ ਕਰਨਾ ਹੀ ਕਰਨਾ ਹੈ। ਉਹ ਕਹਿੰਦੇ ਯਾਰ ਇਹ ਤਾਂ ਸਾਨੂੰ ਕੀ ਪ੍ਰਸ਼ਾਦਾ, ਅਸੀਂ ਕੀ ਇਹਨੂੰ ਪ੍ਰਸ਼ਾਦਾ ਖਵਾਉਣਾ, ਇਹ ਤਾਂ ਸਾਡੇ ਤੋਂ ਪਹਿਲਾਂ ਉੱਠ ਕੇ ਸਾਡੇ ਪ੍ਰਸ਼ਾਦੇ ਬਣਾ ਦਿੰਦਾ, ਇਹ ਤਾਂ ਬਿਸਤਰੇ ਵੀ ਆਪ ਆਪਣਾ ਵਿਛਾ ਲੈਂਦਾ, ਆਪਣੇ ਕੱਪੜੇ ਵੀ ਆਪ ਧੋ ਲੈਂਦਾ, ਬਲਕਿ ਸਾਡੇ ਵੀ ਕੱਪੜੇ ਧੋ ਦਿੰਦਾ। ਮਤਲਬ ਜਿਹੜਾ ਇੱਕ ਹੁੰਦਾ ਨਾ ਕਿ ਇੱਕ ਗੁਰਮੁਖ ਦੀ ਇੱਕ ਜਿਹੜੀ ਇੱਕ ਗੁਰਮੁਖ ਦੀ ਸਪਿਰਿਟ ਹੁੰਦੀ ਹੈ ਕਿ ਗੁਰਮੁਖ ਅਰਥ ਵਿਚਾਰ ਸ਼ਬਦ ਵਖਾਣਿਆ, ਗੁਰਮੁਖ ਹੁੰਦੇ ਤਾਣ ਰਹਿ ਨਿਤਾਣਿਆ, ਗੁਰਮੁਖ ਦਰਗਹਿ ਮਾਣ ਹੋਏ ਨਿਮਾਣਿਆ। ਇਹਨਾਂ ਦੇ ਹੱਥਾਂ 'ਚ ਅਸੌਲਟਾਂ ਸੀਗੀਆਂ, ਇਹਨਾਂ ਦੇ ਹੱਥਾਂ 'ਚ 303 ਸੀਗੀਆਂ, ਇਹਨਾਂ ਦੇ ਹੱਥਾਂ ਦੇ ਵਿੱਚ AK-47 ਸੀਗੀਆਂ, ਪਰ ਮਜਾਲ ਹੈ ਕਿ ਇਹਨਾਂ ਨੇ ਕਿਸੇ ਨੂੰ ਭੈ ਦਿੱਤਾ ਹੋਏ ਕਦੀ, ਮਜਾਲ ਹੈ ਕਦੀ ਇਹਨਾਂ ਨੇ ਕਿਸੇ ਨੂੰ ਕਿਹਾ ਹੋਵੇ ਕਿ ਉਹ ਜੀ ਸਾਡੇ ਲਈ ਰੋਟੀ ਬਣਾਓ। ਬਥੇਰੇ ਸਿੰਘ ਏਦਾਂ ਵੀ ਰਿਪੋਰਟ ਹੁੰਦਾ ਵੀ ਏਦਾਂ ਵੀ ਹੁੰਦਾ ਸੀਗਾ ਵੀ ਥੋੜੇ ਜਿਹੇ ਇੱਕ ਪੌਂਪਸ ਵੇ ਦੇ ਵਿੱਚ ਵੀ ਕਈ ਹੁੰਦੇ ਸੀਗੇ ਵੀ ਨਹੀਂ ਜੀ ਨਹੀਂ, ਅਸੀਂ ਤਾਂ ਇੱਕ ਜਦੋਂ ਅਸਾਲਟ ਤੁਹਾਡੇ ਹੱਥ 'ਚ ਆ ਜਾਂਦੀ ਹੈ ਇੱਕ ਅਣਕਹੀ ਤਾਕਤ ਤੁਹਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇਹ ਸਿੰਘਾਂ 'ਚ ਏਦਾਂ ਨਹੀਂ ਸੀ, ਇਹ ਸਿੰਘ ਨਿਮਾਣੇ ਹੋ ਕੇ ਵਿਚਰਦੇ ਸਨ। ਮੈਂ ਇਹਦਾ ਇੱਕ ਹੋਰ ਜਿਹਦੇ 'ਚ ਦਇਆ ਦੀ ਗੱਲ ਆ ਜਾਂਦੀ ਹੈ, ਕਿਉਂਕਿ ਦਇਆ ਬੜੀ ਜ਼ਰੂਰੀ ਹੈ। ਦੇਖੋ ਜਿਹੜਾ ਭਾਈ ਸਾਹਿਬ ਨੇ ਕਿਹਾ ਕਿ ਗੁਰਮੁਖ ਸਤ ਸੰਤੋਖ ਸਹਿਜ ਸਮਾਣਿਆ, ਗੁਰਮੁਖ ਅਰਥ ਵਿਚਾਰ ਸ਼ਬਦ ਵਖਾਣਿਆ, ਇੱਕ ਦਇਆ ਦੀ ਜਿਹੜੀ ਗੱਲ ਆ ਜਾਂਦੀ ਹੈ, ਗੁਰਮੁਖ ਧੀਰਜ ਧਰਮ ਦਇਆ ਸੁਖ ਮਾਣਿਆ। ਹੁਣ ਇੱਕ ਇਨਸੀਡੈਂਸ ਹੈਗਾ ਜਦੋਂ ਭਾਈ ਸਾਹਿਬ ਇੱਕ ਬੰਦੇ ਨੂੰ ਫੜਦੇ ਨੇ ਪੁਲਿਸ ਵਾਲੇ ਨੂੰ, ਬੜੀ ਕੋਸ਼ਿਸ਼ਾਂ ਲਾ ਕੇ ਬੜੇ ਦਿਨਾਂ ਤੋਂ ਬਾਅਦ ਪੁਲਿਸ ਵਾਲੇ ਨੂੰ ਫੜਦੇ ਨੇ, ਤੇ ਉਦੋਂ ਗੁਰੂ ਕਰਦੇ ਨੇ, ਉਹ ਬੰਦਾ ਆਪਣੀ ਪਰਿਵਾਰ ਦੀ ਦੁਹਾਈ ਪਾਉਂਦਾ ਹੈ ਤੇ ਕਸਮਾਂ ਪਾਉਂਦਾ ਵੀ ਮੈਂ ਅੱਜ ਤੋਂ ਬਾਅਦ ਇਹ ਗਲਤ ਕੰਮ ਨਹੀਂ ਕਰਾਂਗਾ। ਤੇ ਭਾਈ ਅਨੋਖ ਸਿੰਘ ਜੀ ਨੂੰ ਅੰਦਰੋਂ ਹੁਕਮ ਆਉਂਦਾ ਤੇ ਉਹਨੂੰ ਛੱਡ ਦਿੰਦੇ ਨੇ। ਤੇ ਜਦੋਂ ਸਿੰਘ ਆਂਦੇ ਉਹ ਕਹਿੰਦੇ ਵੀ ਤੂੰ ਉਹਨੂੰ ਛੱਡ ਕਿਵੇਂ ਦਿੱਤਾ? ਉਹ ਕਹਿੰਦੇ ਵੀ ਦੇਖੋ ਵੀ ਮੈਨੂੰ ਗੁਰੂ ਸਾਹਿਬ ਦਾ ਹੁਕਮ ਅੰਦਰੋਂ ਹੋਇਆ ਤੇ ਮੈਂ ਛੱਡ ਦਿੱਤਾ। ਮੇਰੇ ਖਿਆਲ ਭਾਈ ਹਰਵਿੰਦਰ ਸਿੰਘ ਜੀ ਥੋੜੀ ਵੱਧ ਡਿਟੇਲ ਦੇ ਸਕਦੇ ਨੇ ਇਸ ਇੰਸੀਡੈਂਸ ਬਾਰੇ। ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜਿਹੜਾ ਦਇਆ ਧਰਮ ਸਤ ਸੰਤੋਖ ਧੀਰਜ, ਇਹ ਗੁਣ ਭਾਈ ਸਾਹਿਬ ਦੀ ਰਗ ਦੇ ਵਿੱਚ ਸਨ। ਜਿਹੜਾ ਇਹ ਸਤ ਸੰਤੋਖ ਧਰਮ ਦਾ ਇੱਕ ਗੁਰਮੁਖ ਦੀ ਜਿਹੜੀ ਕਰਨੀ ਹੁੰਦੀ ਹੈ, ਗੁਰਮੁਖ ਦੀ ਰਹਿਣੀ ਹੁੰਦੀ ਹੈ, ਉਹ ਇਹਨਾਂ ਦੇ ਵਿੱਚ ਸੀਗੀ। ਸੋ ਇਹਨਾਂ ਕੁ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਸੀ ਤੁਹਾਡੇ ਪਹਿਲੇ ਸਵਾਲ ਤੇ। ਦੂਜੇ ਸਵਾਲ ਦਾ ਤੁਹਾਨੂੰ ਆਨਸਰ ਦੇ ਹੀ ਦਿੱਤਾ ਵੀ ਇਹ ਤਾਂ ਉਸ ਵੇਲੇ ਦੇ ਜੋ ਹਾਲਾਤ ਸਨ, ਕੋਈ ਮਰਿਆ ਜ਼ਮੀਰ ਵਾਲਾ ਹੀ। ਮੈਂ ਤਾਂ ਅੱਜ ਦੀ ਵੀ ਗੱਲ ਮੰਨਦਾ, ਮੈਂ ਸਮਝਦਾ ਸਾਡੇ ਵੀ ਜ਼ਮੀਰ ਕਿਤੇ ਨਾ ਕਿਤੇ ਜਿਉਂਦੇ ਨਹੀਂ, ਕਿਉਂਕਿ ਅੱਜ ਵੀ ਬੇਦਬੀਆਂ ਹੋ ਰਹੀਆਂ, ਅੱਜ ਵੀ ਸਭ ਕੁਝ ਹੋ ਰਿਹਾ, ਅੱਜ ਵੀ ਅਨਿਆਏ ਹੋ ਰਿਹਾ, ਅੱਜ ਵੀ ਭਾਰਤ ਦੀ ਸਰਕਾਰ ਸਾਡੇ ਨਾਲ ਜ਼ੁਲਮ ਕਰ ਰਹੀ ਹੈ, ਪਰ ਅੱਜ ਵੀ ਸਾਡੇ ਸਿੱਖ ਕਹਿੰਦੇ ਵੀ ਠੀਕ ਹੈ ਮੈਨੂੰ ਕੀ। ਮੈਂ ਇੱਕ ਗੱਲ ਇੱਥੇ ਜ਼ਰੂਰ ਇਹ ਕਹਿਣਾ ਚਾਹੁੰਦਾ, ਉਦੋਂ ਸਿੰਘ ਇਹ ਨਹੀਂ ਸੀ ਸੋਚਦੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਉਹਨਾਂ ਨੂੰ ਲੱਗਦਾ ਸੀ ਇਹ ਮੇਰੇ ਭਰਾ ਨਾਲ ਗਲਤ ਹੋਇਆ ਨਾ, ਇਹ ਨਹੀਂ ਇਹ ਮੇਰੇ ਗੁਰਸਿੱਖ ਪਰਿਵਾਰ ਦੇ ਘਰ ਦਾ ਜੀ ਹੈ, ਜੇ ਇਹਦੇ ਨਾਲ ਗਲਤ ਹੋਇਆ ਤੇ ਮੈਂ ਇਹਦੇ ਦੋਖੀ ਨੂੰ ਸਜ਼ਾ ਦੇਣੀ ਹੈ। ਜੇ ਅੱਜ ਕਿਸੇ ਮੇਰੀ ਦੂਜੇ ਗੁਰਸਿੱਖ ਦੀ ਧੀ ਦੇ ਨਾਲ ਮਾੜਾ ਹੋਇਆ, ਨਹੀਂ ਇਹ ਕਿਸੇ ਹੋਰ ਦਾ ਮਸਲਾ ਨਹੀਂ, ਇਹ ਮੇਰਾ ਮਸਲਾ ਹੈ। ਜੇ ਮੇਰੀ ਗੁਰੂ ਦੀ ਬੇਅਦਬੀ ਹੋ ਰਹੀ ਹੈ, ਨਹੀਂ ਮੈਂ ਵੇਟ ਨਹੀਂ ਕਰਨੀ ਵੀ ਕੋਈ ਲੀਡਰ ਆ ਕੇ ਮੈਨੂੰ ਸੱਦਾ ਦੇਵੇ ਵੀ ਚੱਲ ਬਈ ਸੰਘਰਸ਼ ਦੇ ਵਿੱਚ ਕੁਦੀਏ। ਨਹੀਂ, ਸਿੱਖ ਦੀ ਆਪਣੀ ਜ਼ਿੰਮੇਵਾਰੀ ਹੈ
ਕਿਉਂਕਿ ਗੁਰੂ ਨੇ ਸਾਨੂੰ ਪਿਆਰ ਜਿਹੜਾ ਸਭ ਨੂੰ ਇੱਕੋ ਜਿਹਾ ਕੀਤਾ। ਬਿਲਕੁਲ ਭਾਜੀ, ਆਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਇਹ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਵਿੱਚ ਬਹੁਤ ਸਟੀਕ ਤਰੀਕੇ ਨਾਲ ਢੁਕਵੀਂ ਬੈਠਦੀ ਹੈ, ਕਿਉਂਕਿ ਅੱਜ ਅਸੀਂ ਕਿਸੇ ਵੀ ਡਿਸਕਸ਼ਨ ਵੱਲ ਨੂੰ ਚਲੇ ਜਾਈਏ, ਉੱਥੇ ਹਰ ਬੰਦਾ ਇਹੀ ਕਹਿੰਦਾ ਕਿ ਸਾਡੇ ਕੋਲ ਲੀਡਰ ਨਹੀਂ ਹੈਗਾ, ਅਸੀਂ ਲੀਡਰਲੈਸ ਹੋਏ ਪਏ ਹਾਂ। ਇੱਦਾਂ ਲੱਗਦਾ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਕਿਸੇ ਦੇ ਮੂੰਹ ਵੱਲ ਦੇਖ ਰਹੇ ਨੇ ਕਿ ਉਹ ਸਾਡੇ ਵੱਲ ਨੂੰ ਕੋਈ ਹੁਕਮ ਕਰੇ ਤਾਂ ਅਸੀਂ ਉਧਰ ਨੂੰ ਤੁਰੀਏ, ਉਹ ਸਾਨੂੰ ਕੋਈ ਰਾਹ ਦਿਖਾਵੇ। ਬਿਲਕੁਲ, ਤੁਸੀਂ ਜਿਹੜੇ ਆਪਾਂ ਗੁਰਸਿੱਖਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਅੱਜ, ਇਹ ਉਹ ਨੇ ਜਿਨ੍ਹਾਂ ਨੇ ਕਿਸੇ ਦੇ ਮੂੰਹ ਵੱਲ ਨਹੀਂ ਦੇਖਿਆ, ਇਹਨਾਂ ਨੇ ਗੁਰੂ ਦੇ ਮੂੰਹ ਵੱਲ ਦੇਖਿਆ, ਕਿ ਗੁਰੂ ਵੱਲ ਨੂੰ ਦੇਖਿਆ ਕਿ ਜੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਇਹਨਾਂ ਨੇ ਡਿਸੀਜ਼ਨ ਆਪ ਲਏ, ਆਪਣੇ ਹੱਥ ਵਿੱਚ ਲੈ ਕੇ ਤੇ ਇਹਨਾਂ ਨੇ ਉਹਦੇ ਜਿਹੜੇ ਆ ਕੰਮ ਕੀਤੇ, ਤਾਂ ਸੰਘਰਸ਼ ਵਿੱਚ ਆਏ। ਤਾਂ ਜਿਹੜੇ ਵੀ ਅੱਗੇ ਆਪਾਂ ਗੱਲ ਕਰਾਂਗੇ, ਜਿਹੜੇ ਇਹਨਾਂ ਨੇ ਸੰਘਰਸ਼ ਦੇ ਦੌਰਾਨ ਇਹਨਾਂ ਦਾ ਯੋਗਦਾਨ ਰਿਹਾ, ਉਹ ਕਿੱਦਾਂ ਇਹ ਸੰਘਰਸ਼ ਵਿੱਚ ਆਏ, ਬਿਲਕੁਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਆ ਕਿ ਲੀਡਰ ਵੱਲ ਨਾ ਦੇਖ ਕੇ ਆਪਣੇ ਆਪ ਜਿਹੜੇ ਡਿਸੀਜ਼ਨ ਲੈਣੇ ਆ, ਇਹ ਬਹੁਤ ਇੰਪੋਰਟੈਂਟ ਹੈ, ਜੋ ਅੱਜ ਦੇ ਸਿੱਖਾਂ ਨੂੰ ਵੀ ਸਿੱਖਣ ਦੀ ਬਹੁਤ ਜ਼ਿਆਦਾ ਲੋੜ ਆ। ਹਰਵਿੰਦਰ ਭਾਜੀ, ਹੁਣ ਮੈਂ ਇੱਕ ਦੋ ਚੀਜ਼ਾਂ ਐਡ ਕਰਨਾ ਚਾਹੂੰਗਾ ਇਹਦੇ ਵਿੱਚ। ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਇਹੋ ਜਿਹੇ ਉਹਨਾਂ ਦੇ ਕਈ ਐਗਜ਼ਾਮਪਲ ਹੈਗੇ ਨੇ ਜਿਹੜੇ ਉਹਨਾਂ ਦੀ ਸ਼ਖਸੀਅਤ ਸੀ। ਜਦੋਂ ਵੀ ਉਹਨਾਂ ਨੂੰ ਕੋਈ ਸੇਵਾ ਬਖਸ਼ੀ ਜਾਂਦੀ ਸੀ ਕਿ ਆਹ ਸੇਵਾ ਕਰਨੀ ਆ ਭਾਈ ਅਨੋਖ ਸਿੰਘ ਜੀ ਤੁਸੀਂ, ਉਹ ਸੇਵਾ ਤੋਂ ਜਾਣ ਤੋਂ ਪਹਿਲਾਂ ਸੁਖਨੀ ਸਾਹਿਬ ਦਾ ਪਾਠ ਕਰਦੇ ਸਨ ਬਹਿ ਕੇ, ਤੇ ਅਰਦਾਸ ਕਰਦੇ ਸਨ ਕਿ ਗੁਰੂ ਸਾਹਿਬ ਮੇਰੇ ਕੋਲ ਕੋਈ ਇਹੋ ਜਿਹਾ ਕੰਮ ਨਾ ਹੋ ਜਾਏ ਜਿਹੜਾ ਕੋਈ ਮਤਲਬ ਕੋਈ ਅਣਜਾਣ ਕਿਸੇ ਨਿਰਦੋਸ਼ ਦੇ ਉੱਤੇ ਕੋਈ ਗੱਲ ਆਵੇ, ਤੇ ਮੇਰੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰਾਇਓ ਕਿ ਜਿਹੜਾ ਗੁਰੂ ਸਾਹਿਬ ਨਿਰਦੋਸ਼ਾ ਕੋਈ ਮੇਰੇ ਨਾਲ ਮਾਰਿਆ ਜਾਵੇ, ਵਿਦੋਸ਼ਾ ਮਾਰਿਆ ਜਾਵੇ। ਸੋ ਇਹ ਐਗਜ਼ਾਮਪਲ ਮੈਨੂੰ ਅਜੇ ਵੀ ਧੁੰਦਲੀ ਯਾਦਾਂ ਚੋਂ ਯਾਦ ਆ ਕਿ ਮੇਰੇ ਪਿਤਾ ਜੀ, ਜਦੋਂ ਮੈਂ ਡੈਡੀ ਦੇ ਨਾਲ ਜਾਂਦਾ ਹੁੰਦਾ ਸੀ, ਛੋਟਾ ਸੀ, ਤੇ ਭਾਈ ਸਾਹਿਬ ਦੱਸਦੇ ਪਏ ਸਨ ਕਿ ਇੱਕ ਵਾਰੀ ਮੇਰੀ ਸੇਵਾ ਲੱਗੀ ਕਿ ਕਿਸੇ ਲਾਲਾ ਕੋਈ ਬਹੁਤ ਮਤਲਬ ਬਿਆਨਬਾਜ਼ੀਆਂ ਬਹੁਤ ਕਰਦਾ ਸੀ ਸਿੰਘਾਂ ਦੇ ਖਿਲਾਫ ਤੇ ਨਿਰੰਕਾਰੀ ਨਾਲ ਸੰਬੰਧਿਤ ਸੀ, ਤੇ ਕਹਿੰਦਾ ਉਹਨੂੰ ਸੋਧਣ ਗਏ ਉਹਦੀ ਦੁਕਾਨ ਤੇ। ਕਹਿੰਦਾ ਭਾਈ ਸਾਹਿਬ ਜਦੋਂ ਹੀ ਅਸੀਂ ਕੱਢੇ ਰਿਵਾਲਵਰ ਤੇ ਉਹਦੇ ਪੈਰੀਂ ਪੈਣ ਲੱਗ ਗਿਆ ਜੀ, ਮਿੰਨਤਾਂ ਕਰਨ ਲੱਗ ਗਿਆ। ਕਹਿੰਦਾ ਭਾਈ ਸਾਹਿਬ ਮੈਨੂੰ ਤੇ ਇੱਕ ਵਾਰੀ ਤਰਸ ਆ ਗਿਆ ਉਹਨਾਂ ਤੇ, ਮਤਲਬ ਇੰਨੇ ਮਤਲਬ ਆਪਣੇ ਦੁਸ਼ਮਣ ਤੇ ਵੀ ਤਰਸ ਕਰਨ ਵਾਲੇ। ਸੋ ਇਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ ਭਾਈ ਅਨੋਖ ਸਿੰਘ ਜੀ। ਦੂਸਰੀ ਗੱਲ ਮੈਂ ਜਿਹੜੀ ਐਡ ਕਰਨਾ ਚਾਹੁੰਦਾ ਵਾਂ ਕਿ ਜਿੱਦਾਂ ਭਾਈ ਸਾਹਿਬ ਨੇ ਕਿਹਾ, ਇਹਨਾਂ ਨੂੰ ਕੋਈ ਮਜਬੂਰੀ ਨਹੀਂ ਸੀ, ਇਹ MSc ਸਨ, ਪੜ੍ਹੇ ਲਿਖੇ ਸਨ। ਇਹਨਾਂ ਦੇ ਬੜੇ ਹੀ ਕਲੋਜ਼ ਸਾਥੀ ਸਨ ਭਾਈ ਸੁਲੱਖਣ ਸਿੰਘ ਜੀ, ਉਹਨਾਂ ਦੀ 20-22 ਕਿੱਲੇ ਜ਼ਮੀਨ ਸੀ ਆਪਣੇ ਘਰ 'ਚ। ਉਦੋਂ ਜ਼ਮਾਨੇ 'ਚ 20-22 ਕਿੱਲੇ ਜ਼ਮੀਨ ਇੱਕ ਬਹੁਤ ਵਧੀਆ ਲੈਂਡਲੋਰਡ ਦੀ ਹੁੰਦੀ ਹੈ। ਸੋ ਇਹ ਜਿਹੜੇ ਸਿੰਘ ਆਏ ਸਨ, ਇਹ ਕਿਸੇ ਲਾਲਚ ਵਸ ਜਾਂ ਮਜਬੂਰੀ ਵਸ ਨਹੀਂ ਆਏ ਸਨ, ਇਹ ਗੁਰੂ ਦੇ ਪਿਆਰ ਵਸ, ਗੁਰੂ ਦੇ ਸਤਿਕਾਰ ਵਸ ਇਸ ਮੂਵਮੈਂਟ ਦੇ ਵਿੱਚ ਆਏ ਸਨ, ਤੇ ਸਰਕਾਰ ਕੋਲ ਆਪਣਾ ਹੱਕ ਲੈਣ ਆਏ ਸਨ, ਜਿਹੜਾ ਕਿ 78 ਤੋਂ ਬਾਅਦ ਸਿੰਘਾਂ ਨੇ ਅਰਦਾਸਾਂ ਸੋਧੀਆਂ ਸਨ ਕਿ ਜੇ ਸਾਨੂੰ ਭਾਰਤੀ ਕਾਨੂੰਨ ਨੇ ਆਪਣਾ ਸਾਡਾ ਹੱਕ ਨਾ ਦਿੱਤਾ, ਫਿਰ ਅਸੀਂ ਸਿੱਖ ਰਹੁ ਰੀਤਾਂ ਦੇ ਹਿਸਾਬ ਨਾਲ ਆਪਣਾ ਇਨਸਾਫ ਆਪ ਲਵਾਂਗੇ। ਸੋ ਇਹ ਸਿੱਖ ਜਿਹੜੇ ਆ ਸਿੰਘ ਨੇ, ਇਹ ਉਸ ਮਾਰਗ ਦੇ ਪਾਂਧੀ ਸਨ। ਸੋ ਇਹ ਮੈਂ ਐਡ ਕਰਨਾ ਚਾਹੁੰਦਾ ਸੀ ਜੀ। ਥੈਂਕ ਯੂ। ਹਰਵਿੰਦਰ ਭਾਜੀ, ਤੁਹਾਡੇ ਤੋਂ ਮੈਂ ਅੱਗੇ ਪੁੱਛਣਾ ਚਾਹੂੰਗਾ ਕਿ ਜਦੋਂ ਜੂਨ 1984 ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਆ, ਭਾਰਤ ਦੀ ਸਰਕਾਰ ਜਦੋਂ ਅਟੈਕ ਕਰਦੀ ਆ, ਤਾਂ ਉਸ ਸਮੇਂ ਭਾਈ ਸਾਹਿਬ ਜੀ ਦਾ ਕੀ ਰੋਲ ਸੀਗਾ? ਕਿ ਇਹ ਵੀ ਉੱਥੇ ਸਨ? ਤਾਂ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਬਰੀਫ ਦੇ ਵਿੱਚ ਦੱਸੋ। ਭਾਈ ਜਿੱਦਾਂ ਸਾਰੇ ਦਰਸ਼ਕਾਂ ਨੂੰ ਵੀ ਇਹ ਹੈਗਾ ਕਿ ਦਰਬਾਰ ਸਾਹਿਬ ਦੇ ਅੰਦਰ 2 ਜਥੇਬੰਦੀਆਂ ਸਨ, ਦਮਦਮੀ ਟਕਸਾਲ, ਹਥਿਆਰਬੰਦ ਜਥੇਬੰਦੀਆਂ ਦੀ ਗੱਲ ਦੱਸ ਕਰ ਰਿਹਾ, ਤੇ ਜਿਹੜੇ ਦੂਸਰੇ ਜਥੇਬੰਦੀ ਸੀ ਹਥਿਆਰਬੰਦ, ਜਿਹੜੇ ਭਾਈ ਅਨੋਖ ਸਿੰਘ ਉਹਨਾਂ ਦੀ ਜਥੇਬੰਦੀ ਸੀ। ਸੋ ਜਿਹੜਾ ਕਿ ਭਾਈ ਸਾਹਿਬ ਜਿਹੜੇ ਦੂਜੀ ਜਥੇਬੰਦੀ ਸੀ, ਉਹਦੇ ਟੌਪ 5 ਸਿੰਘਾਂ ਦੇ ਵਿੱਚੋਂ ਸਨ, ਕੋਰ ਕਮੇਟੀ ਦੇ ਮੈਂਬਰ ਸਨ। ਸਾਰੇ ਡਿਸੀਜ਼ਨ ਦੇ ਵਿੱਚ ਭਾਈ ਸਾਹਿਬ ਦੀ ਸ਼ਮੂਲੀਅਤ ਹੁੰਦੀ ਸੀ, ਜਥੇਦਾਰ ਸਾਹਿਬ ਨਾਲ ਤੇ ਬਾਕੀ ਸਿੰਘਾਂ ਨਾਲ। ਸੋ ਜਦੋਂ ਭਾਈ ਮਹਿੰਗਾ ਸਿੰਘ ਬੱਬਰ 1 ਤਰੀਕ ਨੂੰ ਸ਼ਹੀਦ ਹੁੰਦੇ ਹਨ, ਜਿਹੜੇ ਕਿ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਆ ਭਾਈ ਮਹਿੰਗਾ ਸਿੰਘ ਬੱਬਰ ਨੂੰ, ਉਹਨਾਂ ਦਾ ਜਿਹੜਾ ਇਸ਼ਨਾਨ ਆ ਉਹਨਾਂ ਦੀ ਮ੍ਰਿਤਕ ਦੇਹ ਦਾ, ਉਹ ਵੀ ਭਾਈ ਅਨੋਖ ਸਿੰਘ ਜੀ ਕਰਦੇ ਨੇ। ਉਹਨਾਂ ਨੂੰ ਦਮਾਲਾ ਸਜਾਉਣ ਦੀ ਸੇਵਾ ਵੀ ਭਾਈ ਅਨੋਖ ਸਿੰਘ ਜੀ ਕਰਦੇ ਨੇ। ਉਦੋਂ ਜਿਹੜੇ ਸਿੰਘ ਉੱਥੇ ਸਨ, ਉਹਨਾਂ ਦੇ ਮਤਲਬ ਉਹਨਾਂ ਨੇ ਦੱਸਿਆ ਸਾਨੂੰ ਕਿ ਜਦੋਂ ਭਾਈ ਸਾਹਿਬ ਨੇ ਉਹਨਾਂ ਦਾ ਦਮਾਲਾ ਸਜਾਇਆ ਨਾ, ਭਾਈ ਮਹਿੰਗਾ ਸਿੰਘ ਦਾ ਦਮਾਲਾ ਟੋਟਲੀ ਡਿਫਰੈਂਟ ਹੁੰਦਾ ਸੀ ਬਾਕੀ ਸਿੰਘਾਂ ਤੋਂ। ਉਹ ਆਪਣੇ ਸਟਾਈਲ ਦਾ ਹੀ ਦਮਾਲਾ ਸਜਾਉਂਦੇ ਸਨ, ਤੇ ਜਦੋਂ ਉਹਨਾਂ ਨੂੰ ਦਮਾਲਾ ਸਜਾਇਆ ਤੇ ਉਹਨਾਂ ਦਾ ਦਮਾਲਾ ਹੂ ਬਹੂ ਜਿੱਦਾਂ ਉਹ ਸਜਾਉਂਦੇ ਸਨ ਉਦਾਂ ਦਾ ਹੋ ਗਿਆ। ਤੇ ਬਾਅਦ ਜਦੋਂ ਲੜ ਬਚ ਗਿਆ ਤੇ ਉਹਨਾਂ ਨੇ ਉਹ ਲੜ ਦਾ ਨਾ ਫੁੱਲ ਜਿਹਾ ਬਣਾਤਾ, ਜਿੱਦਾਂ ਉਹ ਫੁੱਲ ਜਿਹਾ ਬਣਾਉਂਦੇ ਹੁੰਦੇ ਸਨ। ਤੇ ਉਹਨਾਂ ਨੇ ਇੱਕ ਸਹਿ ਸੁਭਾਈ ਗੱਲ ਕਹੀ ਭਾਈ ਸਾਹਿਬ ਨੇ ਕਿਹਾ, ਲੈ ਸਿੰਘਾ ਤੈਨੂੰ ਤੇ ਅੱਜ ਅਸੀਂ ਤਿਆਰ ਕਰ ਦਿੱਤਾ ਵਾ, ਪਰ ਸਾਨੂੰ ਨਹੀਂ ਪਤਾ ਸਾਡੀਆਂ ਲਾਸ਼ਾਂ ਲੱਭਣੀਆਂ ਵੀ ਆ ਕਿ ਨਹੀਂ ਲੱਭਣੀਆਂ। ਸੋ ਇਹ ਗੱਲ ਤੋਂ ਸਾਨੂੰ ਇਹ ਆਉਂਦਾ ਕਿ ਭਾਈ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੇ ਮਰਨਾ ਮਿੱਥਿਆ ਹੋਇਆ ਸੀ। ਜਦੋਂ ਉਹ ਇਸ ਰਾਹ ਤੇ ਚੱਲੇ ਸਨ, ਇਸ ਰਾਹ ਦੇ ਪਾਂਧੀ ਹੋਏ ਸਨ, ਉਦੋਂ ਉਹਨਾਂ ਨੂੰ ਇਹ
ਜਿਹੜੀ ਮੌਤ ਆ ਉਹ ਉਹਨਾਂ ਨੇ ਪਹਿਲਾਂ ਹੀ ਅੱਗੇ ਰੱਖੀ ਹੋਈ ਸੀ। ਸਾਨੂੰ ਉਹਨਾਂ ਦਾ ਅੰਤ ਉਹਨਾਂ ਨੂੰ ਪਤਾ ਸੀ। ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ, ਕਿਸੇ ਨੇ ਬਰਗਲਾ ਕੇ ਉਹਨਾਂ ਨੂੰ ਮੂਵਮੈਂਟ ਚ ਕੀਤਾ ਹੋਏ। ਇਹ ਸਾਰੇ ਸਿੰਘਾਂ ਨੂੰ ਦ੍ਰਿੜ ਕੀਤਾ ਹੋਇਆ ਸੀ। ਭਾਈ ਫੌਜਾ ਸਿੰਘ ਦੇ ਤਿਆਰ ਜਿਹੜੇ ਵੀ ਸਿੰਘ ਸਨ ਉਹਨਾਂ ਨੂੰ ਇਹ ਗੱਲ ਪਤਾ ਸੀ ਕਿ ਸਰੀਰ ਮਿੱਟੀ ਆ, ਇਹਨੇ ਇੱਕ ਦਿਨ ਮਿੱਟੀ ਹੀ ਹੋ ਜਾਣਾ। ਸੋ ਇਸ ਗੱਲ ਤੇ ਪੂਰੇ ਜਥੇਬੰਦੀ ਦੀ ਜਿੰਨੀਆਂ ਵੀ ਸ਼ਹੀਦੀਆਂ ਵਾ ਉਹ ਸਾਰਿਆਂ ਨੇ ਇਹਨੂੰ ਪ੍ਰਮਾਣਿਤ ਕੀਤਾ ਵਾ। ਤੋ ਜਿਹੜੇ ਦਰਬਾਰ ਸਾਹਿਬ ਦਾ ਸੰਖੇਪ ਸੀ ਤੇ ਭਾਈ ਸਾਹਿਬ ਦੀ ਜਿਹੜੀ ਡਿਊਟੀ ਸੀ, ਉਹ ਜਿਹੜੀਆਂ ਸੰਗਤਾਂ ਉਦੋਂ ਕਰਫਿਊ ਲੱਗਣ ਕਰਕੇ ਅੰਦਰ ਫਸ ਗਈਆਂ ਸੀ ਉਹਨਾਂ ਨੂੰ, ਤੇ ਭਾਈ ਮਨਮੋਹਨ ਸਿੰਘ, ਇਹ ਦੋ ਸਿੰਘਾਂ ਦੀ ਡਿਊਟੀ ਲੱਗੀ ਸੀ। ਭਾਈ ਮਨਮੋਹਨ ਸਿੰਘ ਲੋਕਲ ਅੰਮ੍ਰਿਤਸਰ ਦੇ ਸਨ, ਉਹਨਾਂ ਨੂੰ ਸਾਰੇ ਰਸਤੇ ਵਗੈਰਾ ਪਤਾ ਸਨ। ਸੋ ਸੰਗਤ ਨੂੰ ਕੱਢਣ ਦੀ ਸੇਵਾ ਲੱਗੀ ਸੀ। ਇਹਦੇ ਨਾਲ ਨਾਲ ਹੀ ਜਿਹੜੇ ਵੀ ਸਿੰਘ ਮੋਰਚਿਆਂ 'ਚ ਲੜ ਰਹੇ ਸਨ ਉਹਨਾਂ ਦੇ ਰਸਤ ਪਾਣੀ ਪਹੁੰਚਾਉਣਾ, ਜੋ ਵੀ ਪਾਣੀ ਤੇ ਗੋਲੀ ਸਿੱਕਾ ਪਹੁੰਚਾਉਣਾ ਉਹਨਾਂ ਦੇ ਮੋਰਚਿਆਂ ਤੇ, ਇਹ ਸੇਵਾ ਭਾਈ ਸਾਹਿਬ ਨੇ ਕੀਤੀ ਹੈ। ਤੇ ਭਾਈ ਸਾਹਿਬ ਜਥੇਬੰਦੀ ਦੇ ਆਖਰੀ ਸਿੰਘ ਸਨ ਜਿਹੜੇ ਦਰਬਾਰ ਸਾਹਿਬ ਛੱਡ ਕੇ ਗਏ ਨੇ। ਇਹ ਜਿਹੜੀ ਸੀ ਇਹ 6 ਤਰੀਕ ਰਾਤ ਨੂੰ 1 ਤੋਂ 1:30 ਵਜੇ ਤੱਕ ਭਾਈ ਸਾਹਿਬ ਅੰਦਰ ਸਨ ਤਾਂ ਕਿ ਆਪਣੇ ਮੋਰਚੇ ਖਾਲੀ ਨਾ ਛੱਡੇ ਜਾਣ। ਮੈਂ ਇਹਦੇ ਵਿੱਚ 2 ਗੱਲਾਂ ਮੈਂਸ਼ਨ ਕਰਨਾ ਚਾਹੂੰਗਾ। ਜਦੋਂ ਇਹ ਜਥੇਬੰਦੀ ਨੇ ਫੈਸਲਾ ਕੀਤਾ ਕਿ ਜਥੇਬੰਦੀ ਦੇ ਜਿਹੜੇ ਜਥੇਦਾਰ ਸਨ ਭਾਈ ਸੁਖਦੇਵ ਸਿੰਘ, ਉਹਨਾਂ ਨੂੰ ਪੰਜਾਂ ਨੇ ਹੁਕਮ ਕੀਤਾ ਕਿ ਆਪ ਜੀ ਇੱਥੋਂ ਨਿਕਲ ਜਾਓ ਤੇ ਤਾਂ ਕਿ ਇਸ ਮੂਵਮੈਂਟ ਨੂੰ ਆਪਾਂ ਜਾਰੀ ਰੱਖ ਸਕੀਏ ਫਿਊਚਰ ਵਾਸਤੇ। ਤੇ ਜਥੇਦਾਰ ਸਾਹਿਬ ਨੇ ਪੰਜਾਂ ਦਾ ਹੁਕਮ ਮੰਨਣ ਤੋਂ ਬਾਅਦ ਐਜ਼ ਅ ਜਥੇਦਾਰ ਸਾਰੀ ਜਥੇਬੰਦੀ ਨੂੰ ਇਹ ਹੁਕਮ ਕੀਤਾ ਕਿ ਮੈਂ ਇਕੱਲਾ ਨਹੀਂ ਜਾਣਾ ਚਾਹੁੰਦਾ, ਮੈਂ ਚਾਹੁੰਦਾ ਜਥੇਬੰਦੀ ਸਾਰੀ ਜਾਵੇ। ਜਿਹੜੀ ਭਾਰਤ ਸਰਕਾਰ ਨੇ ਸਾਡੇ ਤੇ ਭਾਜੀ ਪਾਈ ਆ, ਹੁਣ ਜਥੇਬੰਦੀ ਨੂੰ ਸਟਰਕਚਰ ਕਰਨ ਦਾ ਟਾਈਮ ਨਹੀਂ ਆ। ਹੁਣ ਇਹਨੂੰ 35 ਸੱਤੇ ਜਿਹੜਾ ਆਪਾਂ 35 ਬਦਲ ਕੇ ਉਹਨਾਂ ਤੇ ਜਿਹੜੀ ਭਾਜੀ ਉਹਨਾਂ ਨੇ ਸਾਡੇ ਤੇ ਪਾਈ ਆ ਉਹ ਮੋੜਨ ਦਾ ਟਾਈਮ ਹੈਗਾ। ਇਸ ਲਈ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਬੱਬਰ ਨੇ ਐਜ਼ ਅ ਜਥੇਦਾਰ ਸਾਰੀ ਜਥੇਬੰਦੀ ਨੂੰ ਆਪਣੇ ਨਾਲ ਉੱਥੋਂ ਨਿਕਲ ਜਾਣ ਦਾ ਹੁਕਮ ਸੁਣਾਇਆ। ਭਾਈ ਅਨੋਖ ਸਿੰਘ ਨੇ ਉਦੋਂ ਅਰਦਾਸ ਕੀਤੀ ਸੀ। ਜਿਹੜੀ ਗੱਲ ਭਾਈ ਸੁਖਦੇਵ ਸਿੰਘ ਬੱਬਰ ਨੇ ਆਪਣੀ ਸਪੀਚ 'ਚ ਕਹੀ ਸੀ ਕਿ ਇੱਥੋਂ ਜਾਣ ਦਾ, ਨਿਕਲ ਜਾਣ ਦਾ ਮਤਲਬ ਇਹ ਨਹੀਂ ਕਿ ਅਸੀਂ ਘਰਾਂ ਨੂੰ ਵਾਪਸ ਮੁੜ ਜਾਈਏ। ਉਹਨਾਂ ਨੇ ਸੰਖੇਪ ਜੀ ਸਪੀਚ ਇਹ ਗੱਲ ਸਾਰੀ ਜਥੇਬੰਦੀ ਨੂੰ ਕਹੀ ਸੀ ਕਿ ਤੁਸੀਂ ਆਪਣੇ ਘਰੇ ਸੁਨੇਹੇ ਭੇਜ ਦਿਓ ਕਿ ਅੱਜ ਤੋਂ ਬਾਅਦ ਤੁਹਾਡੇ ਪਰਿਵਾਰ ਤੁਹਾਨੂੰ ਇੱਥੇ ਸ਼ਹੀਦ ਹੋਇਆ ਹੀ ਸਮਝਣ ਤੇ ਤੁਹਾਡੇ ਜੀਂਦੇ ਜੀ ਤੁਹਾਡੇ ਭੋਗ ਪਾ ਦੇਣ। ਸੋ ਇਹ ਗੱਲ ਅਰਦਾਸ ਦੇ ਵਿੱਚ ਭਾਈ ਅਨੋਖ ਸਿੰਘ ਨੇ ਦੁਹਰਾਈ। ਉਸ ਤੋਂ ਉਪਰੰਤ ਸਭ ਤੋਂ ਲਾਸਟ ਭਾਈ ਅਨੋਖ ਸਿੰਘ ਜੀ ਉੱਥੋਂ ਨਿਕਲੇ। ਤੇ ਮੈਂ 1-2 ਗੱਲਾਂ 'ਚ ਇਸ ਮੌਕੇ ਟੱਚ ਕਰਨਾ ਚਾਹੂੰਗਾ। ਜਿਹੜੇ ਕਹਿੰਦੇ ਹਨ ਕਿ ਜਥੇਬੰਦੀ ਦੇ ਸਿੰਘ ਉਦੋਂ ਭੱਜ ਗਏ, ਇਹ ਇੱਕ ਰਣਨੀਤੀ ਹੁੰਦੀ ਹੈ। ਇੱਕ ਜਥੇਬੰਦੀ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਉੱਥੇ ਰਹਿ ਕੇ ਅੰਤ ਤੱਕ ਲੜਨਾ ਹੈ। ਦੂਸਰੀ ਜਥੇਬੰਦੀ ਨੇ ਇਹ ਡਿਸਾਈਡ ਕੀਤਾ ਕਿ ਜਦ ਤੱਕ ਸਾਡੇ ਕੋਲ ਹਥਿਆਰ ਹਨ ਅਸੀਂ ਉਦੋਂ ਤੱਕ ਲੜਨਾ ਹੈ। ਆਖਰੀ ਵਾਰੀ ਜਦੋਂ ਭਾਈ ਸਾਹਿਬ ਨੇ 2 ਵਾਰੀ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ 2 ਵਾਰੀ ਸੰਤਾਂ ਨਾਲ ਮੁਲਾਕਾਤ ਕੀਤੀ ਸੀ। ਪਹਿਲੀ ਵਾਰੀ ਜਦੋਂ ਉਹ ਗਏ ਉਹ ਹਥਿਆਰ ਵਾਸਤੇ ਗਏ ਸਨ। ਦੂਸਰੀ ਵਾਸਤੇ ਸੰਤਾਂ ਨੇ ਉਹਨਾਂ ਨੂੰ ਕਿਹਾ ਕਿ ਉਦੋਂ ਹਥਿਆਰ ਅਜੇ ਨਹੀਂ ਹੈ। ਮੈਂ ਅਮਰੀਕ ਸਿੰਘ ਨੂੰ ਕਿਹਾ ਕਿ ਸ਼ਾਮ ਤੱਕ ਤੁਸੀਂ ਆ ਜਾਓ, ਮੈਂ ਤੁਹਾਨੂੰ ਹਥਿਆਰ ਦਵਾਉਂਗਾ। ਤੇ ਜਦੋਂ ਦੂਜੀ ਵਾਰੀ ਭਾਈ ਸਾਹਿਬ ਤੇ ਹੋਰ 2 ਸਿੰਘ ਨਾਲ ਗਏ ਭਾਈ ਸਾਹਿਬ ਦੇ, ਉਦੋਂ ਉਹਨਾਂ ਨੇ ਇੱਕ LMG ਤੇ ਕੁਝ ਗੋਲੀਆਂ ਸਿੱਕਾ ਉਹਨਾਂ ਨੂੰ ਦਿੱਤਾ ਗਿਆ, ਜਿਹੜਾ ਕਿ ਬੱਬਰਾਂ ਨੇ ਆਪਣੀ ਸੰਘਰਸ਼ ਦੇ ਵਿੱਚ ਉਦੋਂ ਜਿਹੜੇ 4 ਦਿਨ 5 ਦਿਨ ਲੜਾਈ ਹੋਈ ਉਦੋਂ ਯੂਜ਼ ਕੀਤਾ ਉਹਨੂੰ। ਸੋ ਇਹ ਗੱਲ ਜਿੰਨੇ ਵੀ ਗੁਰਸਿੱਖ ਉੱਥੋਂ ਨਿਕਲ ਕੇ ਗਏ ਸਨ, ਅੱਜ ਤੱਕ ਮੈਂ ਔਨ ਰਿਕਾਰਡ ਇਹ ਕਹਿਣਾ ਚਾਹੁੰਦਾ ਕੋਈ ਵੀ ਸਿੰਘ ਉੱਚੋਂ ਘਰ ਵਾਪਸ ਨਹੀਂ ਗਿਆ ਜਿੰਦਾ ਜੀ। ਉਹਨਾਂ ਨੇ ਸੰਘਰਸ਼ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਸੋ ਜਿਹੜੇ ਇਹ ਕਹਿੰਦੇ ਨੇ ਕਿ ਭੱਜ ਗਏ ਸਨ, ਇਹ ਇੱਕ ਲੜਾਈ ਦਾ ਪੈਂਤਰਾ ਹੁੰਦਾ ਵਾ ਕਿ ਆਪਾਂ ਕਿੱਦਾਂ ਜਵਾਬ ਦੇਣਾ ਵਾ, ਕਿੱਦਾਂ ਸਾਡੀ ਰਣਨੀਤੀ ਆ। ਸੋ ਇਹ ਸਿੰਘਾਂ ਨੇ ਆਪਣੇ ਨੂੰ ਬਚਾ ਕੇ ਉਸ ਲੜਾਈ ਨੂੰ ਜਾਰੀ ਰੱਖਿਆ। ਤੇ ਆਪ ਸਾਰੇ ਹੀ ਜਾਣਦੇ ਹੋ ਕਿ ਲੰਬਾ ਸਮੇਂ ਤੱਕ ਇਹ ਜਥੇਬੰਦੀ ਲੜਦੀ ਰਹੀ ਸਿੱਖ ਕੌਮ ਦੀ ਆਜ਼ਾਦੀ ਵਾਸਤੇ, ਆਪਣੇ ਸਿੰਘਾਂ ਦੀ ਸ਼ਹਾਦਤ ਦਾ ਇਨਸਾਫ ਲੈਣ ਵਾਸਤੇ। ਸੋ ਬਿਲਕੁਲ ਭਾਜੀ, ਬਿਲਕੁਲ ਤੁਸੀਂ ਬੜੇ ਚਲੋ ਵਧੀਆ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ ਕਿ ਮੈਨੂੰ ਉਮੀਦ ਹੈ ਕਿ ਬਹੁਤ ਸਾਰੇ ਦਰਸ਼ਕਾਂ ਨੂੰ, ਸਾਡਿਆਂ ਨੂੰ ਇਹ ਜਿਹੜਾ ਸਵਾਲ ਹੈ ਕਲੀਅਰ ਹੋਇਆ ਹੋਊਗਾ। ਕਿਉਂਕਿ ਲੜਾਈ ਦੇ ਬਹੁਤ ਵੱਖਰੇ ਤਰੀਕੇ ਹੁੰਦੇ ਨੇ, ਵੱਖਰੀਆਂ ਟੀਮਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਅਲੱਗ-ਅਲੱਗ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ। ਤਾਂ ਇਹ ਵੀ ਸੀਗਾ ਕਿ ਜੇ ਸਾਰੇ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਤਾਂ ਬਾਅਦ ਵਿੱਚ ਵੀ ਜਿਹੜਾ ਸੰਘਰਸ਼ ਸੀਗਾ ਉਹਨੂੰ ਜਾਰੀ ਰੱਖਣਾ ਸੀਗਾ। ਤਾਂ ਜਿੱਦਾਂ ਵੀ ਹੁਕਮ ਹੋਇਆ ਸਾਰੇ ਸਿੰਘਾਂ ਦਾ, ਤਾਂ ਸਿੰਘਾਂ ਨੇ ਉੱਦਾਂ ਹੀ ਕੀਤਾ। ਤਾਂ ਇੱਕ ਭਾਜੀ ਇਹਦੇ ਨਾਲ ਹੀ ਗੱਲ ਜੁੜਦੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ 84 ਦੇ ਜਦੋਂ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਤੇ, ਉਸ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਬਣਦੀਆਂ ਨੇ। ਕਈ ਲੋਕ ਇਮੋਸ਼ਨਲ ਵੀ ਹੁੰਦੇ ਨੇ ਕਿਉਂਕਿ ਹਰੇਕ ਸਿੱਖ ਦੇ ਕਹਿੰਦੀ ਕਿ ਰੂਹ ਦੇ ਉੱਤੇ ਇੱਦਾਂ ਲੱਗਾ ਕਿ ਇੱਕ ਹਮਲਾ ਹੋਇਆ ਆ, ਤਾਂ ਹਰ ਸਿੰਘ ਜਿਹੜਾ ਸੀਗਾ ਉਹ ਆਪਣੇ ਘਰੋਂ ਬਾਹਰ ਨਿਕਲ ਕੇ ਲੜਨਾ ਚਾਹੁੰਦਾ ਸੀਗਾ। ਤੇ ਬਹੁਤ ਸਾਰੀਆਂ ਜਥੇਬੰਦੀਆਂ ਵੀ ਬਣੀਆਂ, ਬਹੁਤ ਸਾਰੇ ਆਰਗੇਨਾਈਜੇਸ਼ਨਾਂ ਕ੍ਰੀਏਟ ਹੋਈਆਂ,
ਕਈ ਉਹਨਾਂ ਨੇ ਆਪਣੇ ਆਪਣੇ ਰਾਹ ਵੀ ਫੜੇ, ਤਾਂ ਬਟ ਜਿਹੜਾ ਭਾਈ ਸਾਹਿਬ ਜੀ ਦਾ ਰੋਲ ਸੀਗਾ ਕਿ ਇਹ ਜਿਹੜੀ ਜਥੇਬੰਦੀ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੀ ਕ੍ਰੀਏਸ਼ਨ ਕੀ ਉਹਨਾਂ ਦਿਨਾਂ ਦੇ ਵਿੱਚ ਹੋਈ ਜਾਂ ਉਹਦੀ ਕ੍ਰੀਏਸ਼ਨ ਕਿੱਦਾਂ ਹੋਈ? ਮੈਂ ਇਹ ਤਾਂ ਕਰਕੇ ਪੁੱਛ ਰਿਹਾ ਕਿਉਂਕਿ ਅੱਜ ਵੀ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ 84 ਤੋਂ ਬਾਅਦ ਬਣੀਆਂ ਨੇ। ਪਹਿਲਾਂ ਦਾ ਉਹਨਾਂ ਦਾ ਕੋਈ ਬੜੀ ਡਿਟੇਲ ਸਾਨੂੰ ਨਹੀਂ ਮਿਲਦੀ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਸ ਸੰਘਰਸ਼ ਨੂੰ ਸਮਝਦੇ ਹੀ ਨੇ ਕਿ 84 ਤੋਂ ਬਾਅਦ ਸ਼ੁਰੂ ਹੋਇਆ। ਤਾਂ ਉਹ ਤੋਂ ਪੁਰਾਣਾ ਸੰਘਰਸ਼ ਕੀ ਸੀਗਾ, ਥੋੜਾ ਜਿਹਾ ਉਹਦੇ ਬਾਰੇ ਬਰੀਫ ਕਰੋ ਕਿ ਜਿਹੜੀ ਭਾਈ ਸਾਹਿਬ ਦੀ ਜਥੇਬੰਦੀ ਸੀਗੀ ਉਹਦੀ ਕ੍ਰੀਏਸ਼ਨ ਕਿੱਦਾਂ ਹੁੰਦੀ ਹੈ ਜਾਂ ਉਹਦਾ ਬੈਕਗ੍ਰਾਉਂਡ ਕੀ ਹੈ? ਜਿਹੜੀ ਜਥੇਬੰਦੀ ਦੀ ਗੱਲ ਆ ਜਾਂ ਸੰਘਰਸ਼ ਦੀ ਗੱਲ ਆ, ਇਹ ਸੰਘਰਸ਼ 1971-72 ਤੋਂ ਹੀ ਸ਼ੁਰੂ ਹੋ ਗਿਆ ਸੀ। ਭਾਈ ਫੌਜਾ ਸਿੰਘ ਨੇ ਜਦੋਂ ਇਹ ਨਿਰੰਕਾਰੀਆਂ ਨੂੰ ਕੀਤਾ ਜਾ ਰਿਹਾ ਸੀ, ਆਪ ਜੀ ਨੂੰ ਪਤਾ ਹੈ ਕਿ ਜਦੋਂ ਅਨੰਦਪੁਰ ਦੇ ਮੱਥੇ ਦੀ ਵੀ ਜਦੋਂ ਹੋਈ ਸੀ, ਇਹ ਉਦੋਂ ਤੋਂ ਹੀ ਸੰਘਰਸ਼ ਸ਼ੁਰੂ ਹੋਇਆ ਹੋਇਆ। ਪਹਿਲਾਂ ਸੰਘਰਸ਼ ਦਾ ਰੂਪ ਸੀ ਇਹ ਸੀ ਕਿ ਪਹਿਲਾਂ ਕਿਉਂਕਿ ਪਤਿਤਪੁਣਾ ਪੰਜਾਬ 'ਚ ਬਹੁਤ ਵੱਧ ਗਿਆ ਸੀ ਉਸ ਟਾਈਮ, ਤੇ ਭਾਈ ਸਾਹਿਬ ਭਾਈ ਫੌਜਾ ਸਿੰਘ ਨੇ 71-72 ਤੋਂ ਹੀ ਇੱਕ ਜਥਾ ਬਣਾ ਕੇ ਜਿਹੜੇ ਯੂਥ ਨੂੰ ਨਾਲ ਜੋੜ ਕੇ, ਜਿਹਨੂੰ ਚੱਲਦਾ ਵਹੀਰ ਜਥਾ ਕਹਿੰਦੇ ਸੀ, ਪਿੰਡਾਂ ਪਿੰਡਾਂ ਜਾਣਾ, ਉੱਥੇ ਕੀਰਤਨ ਕਰਨਾ, ਫ੍ਰੀ ਕੀਰਤਨ ਕਰਨਾ, ਲੋਕਾਂ ਦੇ ਘਰ ਜਾ ਕੇ ਉਹਨਾਂ ਨੇ ਸਪੀਚ ਵੀ ਕਰਨੀ। ਉੱਦਾਂ ਨੋਰਮਲੀ ਜਥੇ ਦਾ ਕੰਮ ਨਹੀਂ, ਜਥਾ ਸਪੀਚਸ ਨਹੀਂ ਕਰਦਾ, ਜਥਾ ਸਿਰਫ ਨਿਰੋਲ ਕੀਰਤਨ ਕਰਦਾ। ਪਰ ਇਹਨਾਂ ਨੇ ਇੱਕ ਥੋੜਾ ਜਿਹਾ ਵੱਖਰਾ ਨੂੰ ਉੱਥੇ ਕੈਂਪ ਲਾਉਣੇ, ਉੱਥੇ ਗੱਤਕਾ ਦੀ ਸਿਖਲਾਈ ਵੀ ਸ਼ੁਰੂ ਕਰਨੀ, ਜਿਹੜੇ ਸਿੰਘ ਟ੍ਰੇਨ ਸੀ ਉਹਨਾਂ ਨੂੰ ਗੱਤਕੇ ਦਾ ਜੌਹਰ ਦਿਖਾਉਣੇ, ਤਾਂ ਕਿ ਲੋਕਾਂ ਨੂੰ ਪ੍ਰੇਰਿਤ ਕਰਨਾ ਕਿ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਤੇ ਸਾਡਾ ਮਨੋਰਥ ਕੀ ਹੈ ਸਾਡੇ ਜਨਮ ਦਾ। ਸੋ ਇਸ ਤਰ੍ਹਾਂ ਜਿਹੜਾ ਪ੍ਰਚਾਰ ਸੀ ਉਹ ਸ਼ੁਰੂ ਹੋਇਆ। ਫਿਰ ਧੀਰੇ ਧੀਰੇ ਉਸ ਪ੍ਰਚਾਰ ਚੋਂ ਜਦੋਂ ਦੇਖਿਆ ਗਿਆ ਕਿ ਕੁਛ ਸਰਕਾਰੀ ਪ੍ਰਮੋਟ ਕਰਕੇ ਕਈ ਗੁਰਦੁਆਰਿਆਂ ਤੇ ਕਬਜ਼ੇ ਹੋਣੇ ਸ਼ੁਰੂ ਹੋ ਗਏ, ਕਈ ਕੁਛ ਹੋਇਆ, ਜਦੋਂ ਭਾਈ ਸਾਹਿਬ ਨੇ ਫਿਰ ਹਥਿਆਰਬੰਦ, ਜਿਹਨੂੰ ਦੁਸ਼ਟ ਮਾਰੋ ਗਰੁੱਪ ਵੀ ਨਾਂ ਦਿੱਤਾ ਗਿਆ ਬਾਅਦ 'ਚ। ਸੋ 78 ਤੋਂ ਬਾਅਦ ਫਿਰ ਜਦੋਂ ਬੱਬਰਾਂ ਨੇ ਜਦੋਂ ਬੇਸਿਕਲੀ ਜਥੇਬੰਦੀ ਨੇ ਜਦੋਂ 13 ਸਿੰਘ ਸ਼ਹੀਦ ਹੋ ਗਏ, ਸਾਰਿਆਂ ਨੂੰ ਭਾਈ ਸਾਹਿਬ ਭਾਈ ਫੌਜਾ ਸਿੰਘ ਨਾਲ ਬਹੁਤ ਪਿਆਰ ਸੀ। ਉਸ ਤੋਂ ਬਾਅਦ ਫਿਰ ਜਦੋਂ ਜਥੇਬੰਦੀ ਨੇ ਦੇਖਿਆ ਕਿ 80 ਵਿੱਚ ਗੁਰਬਚਨੇ ਨੂੰ ਬਰੀ ਕਰ ਦਿੱਤਾ ਗਿਆ ਹੈ ਤੇ ਬੇਸਿਕਲੀ ਇਸ ਸਿੱਖਾਂ ਦਾ ਮਜ਼ਾਕ ਉਡਾਇਆ ਗਿਆ ਹੈ ਕਿ ਤੁਹਾਨੂੰ ਇਨਸਾਫ ਇਸ ਸਿਸਟਮ ਤੋਂ ਨਹੀਂ ਮਿਲ ਸਕਦਾ। ਸੋ 80 ਤੋਂ ਬਾਅਦ ਫਿਰ ਜਦੋਂ 80 ਦੇ ਵਿੱਚ ਗੁਰਬਚਨੇ ਨੂੰ ਗੱਡੀ ਚਾੜਿਆ ਗਿਆ ਸਿੰਘਾਂ ਵੱਲੋਂ, ਉਸ ਤੋਂ ਉਪਰੰਤ ਜਿੰਨੇ ਵੀ ਨਿਰੰਕਾਰੀ ਸਨ, ਕਰੀਬ 35 ਨਿਰੰਕਾਰੀਆਂ ਨੂੰ ਸੋਧਣ ਦੀ ਸੇਵਾ ਜਥੇਬੰਦੀ ਨੇ ਕੀਤੀ, ਜਿਹਦੇ ਵਿੱਚ ਕਿ ਇਹ ਸਾਰੇ ਸਿੰਘ ਜਥੇਬੰਦਿਕ ਤਰੀਕੇ ਨਾਲ ਤਿਆਰ ਹੋ ਕੇ ਸੇਵਾ ਕਰਦੇ ਰਹੇ। ਪਹਿਲਾਂ ਇਹ ਗੁਪਤ ਰੂਪ 'ਚ ਸੇਵਾ ਕਰਦੇ ਰਹੇ, ਫਿਰ 81 ਦੇ ਬਾਅਦ ਜਦੋਂ ਆਪਾਂ ਨੂੰ ਜਥੇਬੰਦੀ ਦਾ ਐਲਾਨ ਕੀਤਾ ਗਿਆ ਵਾ, ਉਸ ਤੋਂ ਬਾਅਦ ਫਿਰ ਇਹ ਸਿੰਘ ਜਥੇਬੰਦਿਕ ਰੂਪ ਤੇ ਜਥੇਬੰਦੀ ਦਾ ਕਨਸਟੀਟਿਊਸ਼ਨ ਬਣਾਇਆ ਗਿਆ। ਜਥੇਬੰਦੀ 'ਚ ਐਡਮਿਸ਼ਨ ਕਿੱਦਾਂ ਹੋਊਗਾ, ਕਿਹੜਾ ਸਿੰਘ ਐਡਮਿਸ਼ਨ ਲਊਗਾ, ਇਹ ਸਾਰਾ ਕਨਸਟੀਟਿਊਸ਼ਨ ਬਣਾ ਕੇ ਐਜ਼ ਅ ਕੰਪਨੀ ਬਣਾ ਕੇ, ਐਜ਼ ਅ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਬਣਾ ਕੇ ਇਹ ਸੇਵਾ ਕਰਨੀ ਸ਼ੁਰੂ ਕੀਤੀ। ਸੋ ਭਾਈ ਸਾਹਿਬ ਤੇ ਜਿਹੜੇ ਬਾਕੀ ਸਿੰਘ ਸਨ, ਇਹ ਬੜੇ ਦੂਰਅੰਦੇਸ਼ ਸਨ, ਇਹ ਪ੍ਰੋਐਕਟਿਵ ਸਨ ਰਾਦਰ ਦੈਨ ਰਿਐਕਟਿਵ ਸਨ। ਸੋ ਜਦੋਂ ਕੌਮ ਦੇ ਵਿੱਚ ਅਜੇ ਇਹ ਜਾਗਰੂਕਤਾ ਨਹੀਂ ਸੀ ਕਿ ਸਾਡੇ ਨਾਲ ਕੀ ਹੁੰਦਾ ਪਿਆ, ਸਾਡੀ ਧੀਆਂ ਭੈਣਾਂ ਨੂੰ ਥਾਣਿਆਂ 'ਚ ਲੈ ਕੇ ਪੁਲਿਸ ਕਿੱਦਾਂ ਮਾਤਾ ਭੈਣਾਂ ਦੀ ਬੇਅਦਬੀ ਕਰਦੀ ਆ, ਇਹ ਸੰਤ ਜਰਨੈਲ ਸਿੰਘ ਦੇ ਲੈਕਚਰਾਂ 'ਚ ਸਾਰਾ ਕੁਛ ਹੈਗਾ 84 ਤੋਂ ਪਹਿਲਾਂ। ਇਹ ਸਾਰਾ ਜਿਹੜੇ ਵੀ ਇੰਟਰਸਟਿਡ ਹਨ ਉਹ ਜਾ ਕੇ YouTube ਤੇ ਸੰਤਾਂ ਦੇ ਲੈਕਚਰ ਸੁਣ ਸਕਦੇ ਨੇ। ਤੇ ਸੰਤਾਂ ਦਾ ਕੰਮ ਸੀ, ਸੰਤ ਪੋਲੀਟੀਕਲੀ ਲੀਡਰਸ਼ਿਪ ਸੀ, ਤੇ ਇਹ ਜਿਹੜਾ ਹਥਿਆਰਬੰਦ ਸੰਘਰਸ਼ ਸੀ ਇਹ ਜਥੇਬੰਦੀ ਲੜ ਰਹੀ ਸੀ 84 ਤੋਂ ਪਹਿਲਾਂ। ਬਿਲਕੁਲ ਮੈਂ ਇਹਦੇ 'ਚ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਬਈ, ਬਹੁਤ ਵਧੀਆ ਤਰੀਕੇ ਦੇ ਨਾਲ ਭਾਈ ਸਾਹਿਬ ਨੇ ਕਿਹਾ। ਦੇਖੋ, ਜਦੋਂ 78 ਦਾ ਸਾਕਾ ਹੁੰਦਾ ਹੈ, ਉਸ ਤੋਂ ਬਾਅਦ ਸਿੰਘ ਇਕੱਠੇ ਹੋ ਕੇ ਉਸ ਦਿਨ, ਜਿਸ ਦਿਨ ਸੰਸਕਾਰ ਕਰਦੇ ਨੇ 13 ਸਿੰਘਾਂ ਦਾ, ਉਸ ਦਿਨ ਇੱਕ ਪ੍ਰਣ ਲੈਂਦੇ ਨੇ ਵੀ ਹੁਣ ਆਪਾਂ ਇਨਸਾਫ ਜਿਹੜਾ ਦੇਣਾ, ਵੀ ਪਹਿਲਾਂ ਅਸੀਂ ਦੇਖਣਾ ਹੈ ਵੀ ਜੇ ਅਦਾਲਤਾਂ ਇਨਸਾਫ ਕਰਦੀਆਂ ਨੇ ਕਿ ਨਹੀਂ ਕਰਦੀਆਂ। ਜੇ ਅਦਾਲਤਾਂ ਇਨਸਾਫ ਨਹੀਂ ਕਰਨਗੀਆਂ, ਫਿਰ ਅਸੀਂ ਮਸਲਾ ਆਪਣੇ ਹੱਥ 'ਚ ਲਾਂਗੇ। ਤੇ 81 ਤੋਂ ਬਾਅਦ ਫਿਰ ਜਿਹੜਾ ਜਦੋਂ ਬਰੀ ਹੋ ਜਾਂਦਾ, ਜਿੱਦਾਂ ਭਾਈ ਸਾਹਿਬ ਨੇ ਦੱਸਿਆ, ਉਹ ਉਸ ਤੋਂ ਬਾਅਦ ਮਸਲਾ ਆਪਣੇ ਹੱਥ 'ਚ ਲੈਂਦੇ ਨੇ, 35 ਨਿਰੰਕਾਰੀਆਂ ਨੂੰ ਵੀ ਸੋਧਦੇ ਨੇ ਔਰ ਗੁਰਬਚਨੇ ਨੂੰ ਵੀ ਮਾਰਦੇ ਨੇ। ਦੇਖੋ, ਇੱਕ ਗੱਲ ਹੋਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ। ਜਦੋਂ ਸੰਤ ਅਰੈਸਟ ਹੁੰਦੇ ਨੇ, ਤੇ ਜਦੋਂ ਸੰਤ ਅਰੈਸਟ ਹੁੰਦੇ ਨੇ ਤੇ ਅਗਲੇ ਦਿਨ ਉਹਨਾਂ ਨੂੰ ਜਾ ਕੇ ਮਤਲਬ ਜਦੋਂ ਅਰੈਸਟ ਵਾਰੰਟ ਉਹਨਾਂ ਦਾ ਆ ਜਾਂਦਾ, ਤੇ ਜਿਹਦਾ ਵਾਰੰਟ ਐਗਜ਼ੀਕਿਊਟ ਹੋਣ ਤੋਂ ਪਹਿਲਾਂ ਬੱਬਰ ਸਿੰਘ ਜਿਹੜੇ ਨੇ, ਜਿਹੜੇ ਪਹਿਲੀਆਂ ਕਤਾਰ ਦੇ ਵਿੱਚ ਸੀਗੇ, ਉਹ ਜਾ ਕੇ ਸੰਤਾਂ ਨੂੰ ਮਿਲਦੇ ਨੇ ਤੇ ਸੰਤ ਉਹਨਾਂ ਨੂੰ ਇੱਕ ਗੱਲ ਕਹਿੰਦੇ ਨੇ, ਵੀ ਕਹਿੰਦੇ ਵੀ ਲਾਲੇ ਦਾ ਮੁੱਲ ਤਾਂ ਸਰਕਾਰ ਨੇ ਪਾ ਦਿੱਤਾ ਜਗਤ ਨਾਰਾਇਣ ਦਾ, ਹੁਣ ਮੇਰਾ ਤੁਸੀਂ ਕੀ ਮੁੱਲ ਪਾਣਾ ਹੈ ਤੁਹਾਡੇ ਤੇ ਉਦੋਂ ਸਿੰਘਾਂ ਨੇ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਹੁਣ ਕੱਲ ਤੋਂ ਅਖਬਾਰਾਂ ਪੜ੍ਹ ਲੈਣਾ, ਬਈ ਅਸੀਂ ਜਾਣਦੇ ਹਾਂ ਵੀ ਅਸੀਂ ਆਪਣੀ ਕੌਮ ਦੇ ਹੀਰਿਆਂ ਦਾ ਮੁੱਲ ਕਿੱਦਾਂ ਪਾਣਾ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਜਿਹੜਾ ਇਹ ਸਿੰਘਾਂ ਦੀ ਸਪਿਰਿਟ ਸੀ, 84 ਤੋਂ ਬਹੁਤ ਪਹਿਲਾਂ ਇਹ ਸੰਘਰਸ਼ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੀਗਾ। ਔਰ ਜਿਸ ਤਰ੍ਹਾਂ ਭਾਈ ਹਰਵਿੰਦਰ ਸਿੰਘ ਜੀ ਨੇ ਦੱਸਿਆ,
ਮੈਂ ਇਹਦੇ ਵਿੱਚ ਨਾ 1-2 ਗੱਲਾਂ ਹੋਰ ਐਡ ਜਿਹੜੀਆਂ ਕਰਨਾ ਚਾਹੁੰਦਾ ਵੀ ਦੇਖੋ ਉਸ ਟਾਈਮ ਦਾ ਤੁਸੀਂ ਉਸ ਟਾਈਮ ਦਾ ਜਿਹੜਾ এনवायरमेंट ਹੈ ਤੁਹਾਨੂੰ ਉਹਨੂੰ ਸੋਚਣਾ ਪੈਣਾ ਹੈ। 84 ਆਊਟ ਆਫ ਦਾ ਬਲੂ ਨਹੀਂ ਹੋਈ, ਆਊਟ ਆਫ ਦਾ ਬਲੂ ਹਮ, ਨਹੀਂ ਦਰਬਾਰ ਸਾਹਿਬ ਤੇ ਆਰਮੀ ਚੜ੍ਹ ਆਈ। ਇਹ ਇੱਕ ਪੂਰਾ ਇੱਕ ਕ੍ਰੋਨੋਲੋਜੀਕਲ ਇਵੈਂਟਸ ਨੇ ਜਿਹੜੀ ਹਮ, ਇੱਕ ਤੋਂ ਬਾਅਦ ਇੱਕ ਡੋਮਿਨੋ ਇਫੈਕਟ ਹੋਇਆ ਕਿ ਕਿਸ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਸਾਡੇ ਨਾਲ ਤੇ ਜਿਹੜਾ ਤਸ਼ੱਦਦ ਹੋ ਰਿਹਾ ਸੀ, ਜਿਹੜਾ ਜੇਲ੍ਹਾਂ ਦੇ ਵਿੱਚ ਜੋ ਸਾਡੇ ਨਾਲ ਕੀਤਾ ਜਾ ਰਿਹਾ ਸੀ, ਜੋ ਆਰਮੀ ਦੇ ਵਿੱਚ ਸਿੱਖਾਂ ਨਾਲ ਵਿਤਕਰੇ ਹੋ ਰਹੇ ਸਨ, ਜੋ ਸਾਡੇ ਨਾਲ ਪੰਜਾਬ ਦੇ ਨਾਲ ਆਰਥਿਕ ਤੌਰ ਤੇ ਸਾਨੂੰ ਕੀਤਾ ਜਾ ਰਿਹਾ ਸੀ, ਜਿੱਥੋਂ ਅਨੰਦਪੁਰ ਸਾਹਿਬ ਦਾ ਮਤਾ ਨਿਕਲਦਾ ਹੈ ਜਾਂ ਅਸੀਂ ਗੱਲ ਕਰੀਏ ਹੋਰ ਮੋਰਚੇ ਨਿਕਲਦੇ ਨੇ, ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸਨ ਇਹ ਸਾਡੀ ਕੌਨਸਟੈਂਟ ਰਿਪਰੈਸ਼ਨ ਤੋਂ ਆਈਆਂ ਨੇ। ਇਹ ਸਾਨੂੰ ਜਦੋਂ ਤੁਸੀਂ ਐਡਾ ਦਬਾਈ ਜਾਓਗੇ ਤੇ ਤੁਸੀਂ ਇੱਕ ਇਹੋ ਜਿਹਾ ਮਾਹੌਲ ਸਿਰਜ ਲਿੱਤਾ ਜਾਂਦਾ ਹੈ ਜਿੱਥੇ 84 ਦੇ ਵਿੱਚ ਤੇ ਕਹਿ ਲਓ ਨਾ ਕਿ ਅਸੀਂ ਸਟੇਟ ਆਫ ਵਾਰ ਚਲੇ ਗਏ ਸੀ ਇੰਡੀਆ ਦੇ ਨਾਲ। ਦੇਖੋ ਬਿਲਕੁਲ ਤੁਸੀਂ, ਮੈਂ ਤੁਹਾਨੂੰ ਗੱਲ ਦੱਸਣਾ, ਜਦੋਂ ਜੈਪਨੀਜ਼ ਤੇ ਚਾਈਨੀਜ਼ ਅੱਜ ਤੱਕ ਅਲਾਈ ਨਹੀਂ ਕਰ ਸਕੇ ਕਿਉਂਕਿ ਜੈਪਨੀਜ਼ ਨੇ ਜਦੋਂ ਚਾਈਨਾ ਤੇ ਹਮਲਾ ਕੀਤਾ ਸੀ ਤੇ ਉਹਨਾਂ ਨੇ ਨਾਨਕਿੰਗ ਦੇ ਵਿੱਚ ਜਿੱਦਾਂ ਉਹਨਾਂ ਨੂੰ ਉਜਾੜਿਆ ਸੀ, ਜਿਹਨੂੰ ਰੇਪ ਆਫ ਨਾਨਕਿੰਗ ਕਹਿੰਦੇ ਨੇ, ਉਹਨਾਂ ਦੀਆਂ ਔਰਤਾਂ ਦੀ ਬੇਪੱਤੀ ਕਰਨਾ, ਉਹੀ ਕੁਝ 84 ਦੇ ਵਿੱਚ ਸਾਡੇ ਦੇ ਨਾਲ ਹੋਇਆ। ਸਾਡੀਆਂ ਔਰਤਾਂ ਦੀ ਬਿਲਕੁਲ ਬੇਪੱਤੀ ਕੀਤੀ ਔਰ ਸਰਕਾਰ ਨੇ ਸ਼ੈਲਟਰ ਕੀਤਾ, ਇੱਕ ਸਿਸਟਮੈਟਿਕ ਜੈਨੋਸਾਈਡ ਕੀਤਾ। ਤੇ ਜਦੋਂ ਕੋਈ ਗਵਰਨਮੈਂਟ ਤੁਹਾਡੇ ਤੇ ਆਰਮੀ ਦੇ ਹਥਿਆਰ ਵਰਤ ਰਹੀ ਹੈ, ਦਰਬਾਰ ਸਾਹਿਬ 'ਚ ਤੁਹਾਡੀ ਸਭ ਤੋਂ ਮੁਕੱਦਸ ਸਥਾਨ ਨੂੰ ਢਹਿ ਢੇਰੀ ਕਰ ਰਹੀ ਹੈ, ਤੁਹਾਡੇ ਬੱਚਿਆਂ ਨੂੰ ਮਾਰ ਰਹੀ ਹੈ ਕੋ ਕੇ, ਤੁਹਾਡੇ ਬੰਦਿਆਂ ਨੂੰ ਮਾਰ ਰਹੀ ਹੈ, ਤੁਹਾਡੀਆਂ ਔਰਤਾਂ ਦੀ ਬੇਇੱਜ਼ਤੀ ਕਰ ਰਹੀ ਹੈ, ਤੇ ਇੱਕ ਸਟੇਟ ਆਫ ਵਾਰ ਡਿਕਲੇਅਰ ਹੋ ਜਾਂਦੀ ਹੈ। ਤੇ ਜਿੱਦਾਂ ਕਹਿੰਦੇ ਨੇ ਐਵਰੀਥਿੰਗ ਇਜ਼ ਫੇਅਰ ਇਨ ਵਾਰ, ਜੇ ਹੁਣ ਅੱਜ ਅਮਰੀਕਾ ਨੂੰ ਪੁੱਛੀਏ ਜਿਹੜੀ ਐਡੀ ਵੱਡੀ ਗਾਰਡੀਅਨ ਬਣਦੀ ਹੈ ਹਿਊਮਨ ਰਾਈਟ ਦੀ, ਕਿ ਸਿਰਫ ਪਰਲ ਹਾਰਬਰ ਦੇ 2500 ਬੰਦਿਆਂ ਦਾ ਬਦਲਾ ਲੈਣ ਵਾਸਤੇ ਹਿਰੋਸ਼ੀਮਾ ਨਾਗਾਸਾਕੀ ਤੇ ਵੱਡੇ ਵੱਡੇ ਬੰਬ ਸੁੱਟ ਕੇ 3-4 ਲੱਖ ਬੰਦਾ ਮਾਰ ਦਿੱਤਾ, ਉਹਨਾਂ ਦੀਆਂ ਜਨਰੇਸ਼ਨਸ ਕ੍ਰਿਪਲ ਕਰ ਦਿੱਤੀਆਂ, ਤੇ ਅੱਜ ਉਹਨੂੰ ਤੇ ਕੋਈ ਸਵਾਲ ਨਹੀਂ ਪੁੱਛਦਾ ਬਈ ਕੀ ਸਵਾਲ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਉਸ ਟਾਈਮ ਦੇ ਹਾਲਾਤ, ਅੱਜ ਵੀ ਵਾਰ ਤਾਂ ਲੱਗੀ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਸਮੇਂ ਦੇ ਅਨੁਸਾਰ ਤੁਹਾਡੇ ਤਰੀਕੇ, ਤੁਹਾਡੇ ਪੈਂਤਰੇ ਬਦਲ ਜਾਂਦੇ ਨੇ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਇੱਕ ਫੇਸ ਆਫ ਹੁੰਦਾ ਹੈ 1984 ਦੇ ਵਿੱਚ, ਠੀਕ ਹੈ, ਪਹਿਲਾਂ ਲੁਕੀ ਛੁਪੀ ਵਾਰ ਚੱਲ ਰਹੀ ਹੁੰਦੀ ਹੈ, 1984 ਦੇ ਫੇਸ ਆਫ ਹੁੰਦਾ ਹੈ, ਤੇ ਫੇਸ ਆਫ ਤੋਂ ਬਾਅਦ ਗੁਰਿੱਲਾ ਵਾਰ ਦੀ ਸਟ੍ਰੈਟਜੀ ਜਿਹੜੀ ਹੈ ਔਨ ਗਰਾਊਂਡ, ਉਹ ਜੇ ਕਿਸੇ ਜਥੇਬੰਦੀ ਨੇ ਮੁਕੰਮਲ ਤੌਰ ਤੇ ਨਿਭਾਈ ਹੈ 84 ਤੋਂ ਬਾਅਦ, ਤੇ ਉਹ ਇਹ ਭਾਈ ਸਾਹਿਬ ਦੀ ਜਥੇਬੰਦੀ ਸੀ ਜਿਨ੍ਹਾਂ ਨੇ ਚੁਣ ਚੁਣ ਕੇ ਹਿੱਟ ਲਿਸਟ ਬਣਾ ਕੇ ਦੁਸ਼ਟਾਂ ਨੂੰ ਸੋਧਿਆ। ਜਿੱਦਾਂ ਇੱਕ ਗਵਰਨਮੈਂਟ ਤੁਹਾਡੀ ਹਿੱਟ ਲਿਸਟ ਬਣਾਉਂਦੀ ਸੀ, ਉਦਾਂ ਇਹਨਾਂ ਨੇ ਵੀ ਹਿੱਟ ਲਿਸਟ ਬਣਾਈ। ਜਿੱਦਾਂ ਗਵਰਨਮੈਂਟ ਤੁਹਾਡੇ ਬੰਦਿਆਂ ਨੂੰ ਰਿਪਰੈਸ ਕਰਦੀ ਸੀ, ਅਪਰੈਸ ਕਰਦੀ ਸੀ, ਉਦਾਂ ਇਹਨਾਂ ਨੇ ਵੀ ਸੇਮ ਸਟ੍ਰੈਟਜੀਆਂ ਪੜਾਈਆਂ, ਸੋ ਬੜੀ ਐਡਵਾਂਸ ਤਰੀਕੇ ਦੇ ਨਾਲ। ਸੋ ਇਹ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ ਜੀ। ਹਾਂ ਬਿਲਕੁਲ, ਮੈਂ ਉਸੇ ਦੇ ਉੱਤੇ ਹੁਣ ਆਉਣ ਲੱਗਾ ਸੀਗਾ ਕਿ ਕਿਉਂਕਿ 84 ਤੋਂ ਬਾਅਦ ਕਿਹਾ ਜਾਂਦਾ ਕਿ ਜਦੋਂ ਸੰਘਰਸ਼ ਨੂੰ ਇੱਕਦਮ ਨਵੇਂ ਤੌਰ ਤੇ ਸ਼ੁਰੂ ਕਰਨਾ ਸੀਗਾ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਸਿੰਘ ਸੀਗੇ, ਜਿਹੜੇ ਸੰਘਰਸ਼ ਇਨਵੋਲਵ ਸੀਗੇ, ਉਹ ਸ਼ਹੀਦ ਹੋ ਜਾਂਦੇ ਨੇ 84 ਦੇ ਵਿੱਚ। ਤੇ ਮੈਂ ਇੱਥੇ ਜਾਣਨਾ ਚਾਹੂੰਗਾ ਕਿ ਤੁਸੀਂ ਵੈਸੇ ਟੱਚ ਕਰ ਦਿੱਤਾ ਉਹਨੂੰ ਬੇਸ ਨੂੰ, ਬਟ ਇਹਨੂੰ ਹੀ ਕੰਟੀਨਿਊ ਮੈਂ ਕਰੂੰਗਾ ਕਿ 84 ਤੋਂ ਬਾਅਦ ਸੰਘਰਸ਼ ਨੂੰ ਦੁਬਾਰਾ ਜਿਹੜਾ ਉਹਨੂੰ ਸੰਭਾਲਣਾ ਜਾਂ ਸੰਘਰਸ਼ ਨੂੰ ਦੁਬਾਰਾ ਸੁਰਜੀਤ ਕਰਨਾ, ਤਾਂ ਉਹਦੇ ਵਿੱਚ ਭਾਈ ਸਾਹਿਬ ਜੀ ਦਾ ਕੀ ਰੋਲ ਰਹਿੰਦਾ ਆ? ਕਿਉਂਕਿ ਕਿਤੇ ਨਾ ਕਿਤੇ ਇਸੇ ਦੌਰਾਨ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਵੀ ਹੁੰਦੀ ਹੈ, ਤਾਂ ਉਹਦੇ ਬਾਰੇ ਵੀ ਭਾਈ ਹਰਵਿੰਦਰ ਸਿੰਘ ਜੀ ਤੁਸੀਂ ਥੋੜਾ ਜਿਹਾ ਦੱਸਿਓ ਕਿ ਉਹ ਜਿਹੜੀ ਗ੍ਰਿਫਤਾਰੀ ਹੈ ਉਹ ਕਿਹੜੇ ਸੰਦਰਭ ਦੇ ਵਿੱਚ ਹੁੰਦੀ ਹੈ, ਉਹ ਕੀ ਸਿਨੈਰੀਓ ਸੀਗਾ। ਤਾਂ ਉਹ ਤੋਂ ਬਾਅਦ 85 ਦੇ ਵਿੱਚ ਵੀ ਕੁਝ ਘਟਨਾਵਾਂ ਹੁੰਦੀਆਂ ਨੇ, ਤਾਂ ਆਪਾਂ ਉਹਦਾ ਵੀ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹ ਕਿ 84 ਤੋਂ ਬਾਅਦ ਜਿਹੜਾ ਐਗਜ਼ੈਕਟਲੀ ਸੰਘਰਸ਼ ਜਿਹੜਾ ਇਮੀਡੀਏਟ ਸੰਭਾਲਣਾ ਜਾਂ ਸੰਘਰਸ਼ ਨੂੰ ਸੁਰਜੀਤ ਕਰਨਾ ਦੁਬਾਰਾ, ਕਿਉਂਕਿ ਕੌਮ ਕਿਤੇ ਨਾ ਕਿਤੇ ਨਮੋਸ਼ੀ ਵੀ ਇੱਕ ਕਿਹਾ ਜਾਂਦਾ ਕਿ ਬਹੁਤ ਸ਼ਬਦ ਵਰਤਿਆ ਜਾਂਦਾ ਆਮ ਤੌਰ ਦੇ ਉੱਤੇ ਕਿ ਕੌਮ ਨਮੋਸ਼ੀ ਵਿੱਚ ਚਲੀ ਗਈ ਜੀ, ਸਾਡੇ ਨਾਲ ਬੜਾ ਮਾੜਾ ਹੋ ਗਿਆ। ਜਿਹੜੇ ਕਈ ਸਿੰਘ ਸੀਗੇ ਉਹ ਜੁਝਾਰੂ ਵੀ ਆ ਜਾਂਦੇ, ਨਹੀਂ ਜੀ ਇਹ ਮਤਲਬ ਸਾਡੇ ਲਈ ਹੋਇਆ, ਹੁਣ ਅਸੀਂ ਖੜਨਾ ਆ। ਤਾਂ ਭਾਈ ਸਾਹਿਬ ਜੀ ਦਾ ਉਹ ਤੋਂ ਬਾਅਦ ਸੰਘਰਸ਼ ਨੂੰ ਸੰਭਾਲਣ ਦੇ ਵਿੱਚ ਜਾਂ ਸੁਰਜੀਤ ਕਰਨ 'ਚ ਕੀ ਰੋਲ ਰਿਹਾ? 84 ਤੋਂ ਬਾਅਦ ਜਦੋਂ ਸਿੱਖ ਜੈਨੋਸਾਈਡ ਹੋਇਆ ਨਵੰਬਰ 84 ਦੇ ਵਿੱਚ, ਉਦੋਂ ਭਾਈ ਸਾਹਿਬ ਤੇ ਬਾਕੀ ਸਿੰਘ ਉਦੋਂ ਇੰਡੀਆ ਵਿੱਚ ਨਹੀਂ ਸਨ। ਉਦੋਂ ਭਾਈ ਸਾਹਿਬ ਤੇ ਬਾਕੀ ਸਿੰਘ ਬਾਹਰ ਸਨ, ਤੇ ਜਦੋਂ ਇਹ ਵਾਪਸ ਮੁੜ ਕੇ ਆਏ ਨੇ ਉਦੋਂ ਸਾਰੇ ਸਿੰਘਾਂ ਨੇ ਡਿਸਾਈਡ ਕੀਤਾ ਕਿ ਹੁਣ ਆਹ ਜਿਹੜੀ ਭਾਜੀ ਸਿੱਖ ਕੌਮ ਤੇ ਪਾਈ ਹੈ ਨਸ਼ਲਕੁਸ਼ੀ ਕਰਕੇ ਦਿੱਲੀ, ਕਾਨਪੁਰ, ਬਕਾਰੋ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ, ਇਹਦਾ ਜਵਾਬ ਆਪਾਂ ਕਿੱਦਾਂ ਦੇਣਾ ਹੈ। ਸੋ ਕਿਉਂਕਿ ਇਹ ਇੱਕ ਵਾਸਟ ਏਰੀਆ ਸੀ ਜਿੱਥੇ ਜਿੱਥੇ ਨਸ਼ਲਕੁਸ਼ੀ ਹੋਈ ਸੀ, ਇੱਕ ਬਹੁਤ ਵੱਡਾ ਇਲਾਕਾ ਸੀ, ਤੇ ਕਿਸੇ ਇੱਕ ਜਥੇਬੰਦੀ ਵਾਸਤੇ ਵਿਦ ਲਿਮਿਟਡ ਰਿਸੋਰਸ ਜਵਾਬ ਦੇਣਾ ਪੋਸੀਬਲ ਨਹੀਂ ਸੀ, ਵੈਰੀ ਡਿਫਿਕਲਟ ਸੀ। ਸੋ ਜਦੋਂ ਇਹ ਗੱਲ ਹੋਈ ਤੇ ਫਿਰ ਇਹ ਗੱਲ ਦਾ ਫੈਸਲਾ ਭਾਈ ਸਾਹਿਬ, ਜਿਹਦੇ ਵਿੱਚ ਕਿ
ਅਖਬਾਰਾਂ ਦੇ ਹਿਸਾਬ ਨਾਲ ਮਾਸਟਰਮਾਈਂਡ ਵੀ ਕਹਾਏ ਗਏ। ਜਿਹੜੇ ਟ੍ਰਾਂਜਿਸਟਰ ਬੰਬ ਕਾਂਡ ਹੋਏ 85 ਦੇ ਵਿੱਚ ਦਿੱਲੀ ਦੇ ਵਿੱਚ ਤੇ ਅੰਬਾਲੇ ਤੇ ਬਾਕੀ ਕਈ ਜਗ੍ਹਾਵਾਂ ਤੇ ਜਿੱਥੇ ਜਿੱਥੇ ਇਹ ਵਰਤਾਰੇ ਵਰਤੇ ਸਨ, ਉਦੋਂ ਇਹ ਗੱਲ ਡਿਸਾਈਡ ਕੀਤੀ ਗਈ ਹਾਈ ਕਮਾਂਡ ਵੱਲੋਂ ਕਿ ਇਹ ਜਵਾਬ ਕਿੱਦਾਂ ਦੇਣਾ, ਕਿਉਂਕਿ ਉਦੋਂ ਸਿੱਖਾਂ ਦੀ ਨਸਲਕੁਸ਼ੀ ਹੀ ਨਹੀਂ ਹੋਈ ਸੀ, ਉਹਨਾਂ ਦੇ ਘਰ, ਉਹਨਾਂ ਦੀ ਦੁਕਾਨਾਂ ਲੁੱਟੀਆਂ ਵੀ ਗਈਆਂ ਸਨ। ਸੋ ਇਹ ਉਨ ਲੋਕਾਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਸੀ, ਉਦੋਂ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀ, ਤਾਂ ਕਿ ਆਪਣੇ ਸਿੱਖ ਇਹ ਗੱਲ ਉਹਨਾਂ ਨੂੰ ਵੀ ਹੋਏ ਕਿ ਅਸੀਂ ਜਵਾਬ ਦਿੱਤਾ। ਦੂਜੀ ਗੱਲ, ਉਹ ਥੋੜਾ ਸੁਰੱਖਿਅਤ ਮਹਿਸੂਸ ਕਰ ਸਕਣ, ਅਗਲੇ ਦੁਸ਼ਮਣ ਨੂੰ ਵੀ ਹੋਏ ਕਿ ਇਹਦੀ ਜਵਾਬੀ ਕਾਰਵਾਈ ਹੋਏਗੀ ਜੇ ਅਸੀਂ ਹੋਰ ਕੋਈ ਕਾਰਵਾਈ ਕੀਤੀ ਤੇ ਜਦੋਂ ਫਿਰ ਤੁਸੀਂ ਸਟੇਟ ਆਫ ਵਾਰ ਚ ਹੁੰਦੇ ਹੋ, ਸੋ ਜਿੱਦਾਂ ਇੰਗਲਿਸ਼ ਦੀ ਕਹਾਵਤ ਹੈ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਸੋ ਉਦੋਂ ਬਹੁਤ ਹੀ ਮਸ਼ਵਰੇ ਤੋਂ ਬਾਅਦ ਇਹ ਗੱਲ ਹੋਈ ਕਿ ਆਪਾਂ ਕਿੱਦਾਂ ਜਵਾਬ ਦੇਣਾ ਹੈ। ਤੇ ਭਾਈ ਸਾਹਿਬ ਉਦੋਂ ਟ੍ਰਾਂਜਿਸਟਰ ਜਿਹੜੇ ਹੈ ਹਾਂਗਕਾਂਗ ਤੋਂ ਮੰਗਾਏ ਗਏ ਕਾਫੀ ਤਾਦਾਦ ਦੇ ਵਿੱਚ। ਉਹ ਫਿਰ ਉਦੋਂ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਤੁਸੀਂ ਸੋਚੋ ਕਿ ਜਿੱਦਾਂ ਹੀ ਟ੍ਰਾਂਜਿਸਟਰ ਆਨ ਹੁੰਦਾ ਸੀ, ਬੰਬ ਫੜ ਜਾਂਦਾ ਸੀ। ਇਹ ਸਾਰਾ ਕੁਝ ਕੀਤਾ ਗਿਆ ਤੇ ਇਹਦੇ ਵਿੱਚ ਭਾਈ ਸਾਹਿਬ ਦਾ ਇੱਕ ਬਹੁਤ ਵੱਡਾ ਰੋਲ ਸੀ ਇਸ ਟ੍ਰਾਂਜਿਸਟਰ ਬੰਬ ਕਰ, ਜਿਉਂ ਭਾਈ ਸਾਹਿਬ ਦੀ ਸ਼ਹੀਦੀ ਹੋਈ, ਅਖਬਾਰਾਂ ਨੇ ਗੱਲ ਲਿਖੀ ਕਿ ਉਹ ਮਾਸਟਰਮਾਈਂਡ ਸਨ। ਪਰ ਇਹਦੇ ਵਿੱਚ ਜਿਹੜੇ ਸਿੰਘਾਂ ਨੇ ਸੇਵਾਵਾਂ ਕੀਤੀਆਂ, 1088 ਬੰਬ ਇੱਕ ਵਾਰੀ ਹੀ ਫਟਨੇ ਵੱਖਰੀ ਵੱਖਰੀ ਜਗ੍ਹਾ ਤੇ, ਇਹ ਬਹੁਤ ਵੱਡੀ ਇੱਕ ਵਿਉਂਤਬੰਦੀ ਵੀ ਸੀ ਤੇ ਇਹ ਸਕਸੈਸ ਵੀ ਸੀ, ਜਿਹਦੇ ਵਿੱਚ 500 ਦੁਸ਼ਟ ਸੋਧੇ ਗਏ। ਹੋ ਸਕਦਾ ਉਹਦੇ ਵਿੱਚ ਕੋਈ ਨਿਰਦੋਸ਼ ਵੀ ਬੰਦੇ ਸੋਧੇ ਗਏ ਹੋਣ, ਪਰ ਜਦੋਂ ਉਹਨਾਂ ਨੂੰ ਭੁੱਸ ਪੈ ਗਈ ਸੀ ਕਿ ਲੁੱਟਾਂ ਖੋਹਾਂ ਕਰਨ ਦੀ, ਉਹਨਾਂ ਨੂੰ ਕੁਛ ਵੀ ਫ੍ਰੀ ਦਿਸਦਾ ਸੀ, ਉਹ ਚੱਕ ਲੈਂਦੇ ਸਨ। ਸੋ ਇਹ ਜਿਹੜੀ ਰਣਨੀਤੀ ਬਣਾਈ ਗਈ, ਇਹਨੂੰ ਧਿਆਨ 'ਚ ਰੱਖ ਕੇ ਬਣਾਈ ਗਈ। ਉਸ ਤੋਂ ਬਾਅਦ ਇੱਕ ਇਹ ਹੋ ਗਿਆ, ਈਵਨ ਕਿਸੇ ਦਾ ਜੈਨੂਇਨ ਵੀ ਸਮਾਨ ਰਹਿ ਜਾਏ ਨਾ, ਕੋਈ ਚੱਕਦਾ ਨਹੀਂ ਹੁੰਦਾ ਸੀ। ਇਸ ਤੋਂ ਬਾਅਦ ਇਹ ਹੋ ਗਿਆ ਕਿ ਜੈਨੂਇਨ ਸਮਾਨ ਵੀ ਕਿਸੇ ਦਾ ਕੁਝ ਛੁੱਟ ਜਾਏ ਨਾ, ਅਗਲੇ ਦਿਨ ਉਦਾਂ ਹੀ ਮਿਲਦਾ ਸੀ। ਲੋਕਾਂ ਨੂੰ ਡਰ ਹੋ ਗਿਆ ਕਿ ਭਈ ਇਹਦੇ ਵਿੱਚ ਪਤਾ ਨਹੀਂ ਕੋਈ ਇਤਰਾਜ਼ ਸਮੱਗਰੀ ਤੇ ਨਹੀਂ ਹੈਗੀ। ਸੋ ਇਹਦੇ ਵਿੱਚ ਭਾਈ ਸਾਹਿਬ ਦਾ ਇੱਕ ਬਹੁਤ ਵੱਡਾ ਰੋਲ ਲਿਆ। ਅੱਗੇ ਜਿਹੜਾ ਤੁਸੀਂ ਗ੍ਰਿਫਤਾਰੀ ਦੀ ਗੱਲ ਕੀਤੀ ਹੈ, ਇਹ 87 ਫਰਵਰੀ ਦੇ ਵਿੱਚ ਭਾਈ ਸਾਹਿਬ ਦੀ ਪਹਿਲੀ ਗ੍ਰਿਫਤਾਰੀ ਹੋਈ। ਉਹ ਫਿਰ ਅਸੀਂ ਅੱਗੇ ਚੱਲ ਕੇ ਜਦੋਂ ਆਪਾਂ ਅਗਲਾ ਤੁਹਾਡਾ ਸਵਾਲ ਹੋਊਗਾ, ਮੈਂ ਉਹਦੇ ਵਿੱਚ ਜਵਾਬ ਦੇ ਦੂੰਗਾ ਬਰੀਫਲੀ, ਕਿੱਦਾਂ ਗ੍ਰਿਫਤਾਰੀ ਹੋਈ, ਕਿੱਦਾਂ ਉਸ ਤੋਂ ਬਾਅਦ ਉਹਨਾਂ ਨੂੰ ਸਿੰਘਾਂ ਨੇ ਛਡਾਇਆ, ਤੇ ਉਸ ਤੋਂ ਉਪਰੰਤ ਫਿਰ ਭਾਈ ਸਾਹਿਬ ਦੀ ਸ਼ਹੀਦੀ ਤੱਕ ਆਪਾਂ ਡਿਸਕਸ ਕਰ ਸਕਦੇ ਹਾਂ ਬਰੀਫਲੀ। ਹਾਂ ਬਿਲਕੁਲ ਭਾਜੀ। ਮੈਂ ਕਹਿੰਦਾ ਵੀ ਕਿਉਂਕਿ ਆਪਾਂ ਹੁਣ ਟ੍ਰਾਂਜਿਸਟਰ ਬੰਬ ਕਾਂਡ ਦੀ ਗੱਲ ਕਰ ਲਈ ਹੈ, ਤਾਂ ਨੈਕਸਟ ਮੈਂ ਇਹੀ ਚਾਹੂੰਗਾ ਕਿ ਵੀ ਕਿਉਂਕਿ ਆਪਾਂ ਭਾਈ ਸਾਹਿਬ ਜੀ ਦੀ ਸੰਘਰਸ਼ ਪ੍ਰਤੀ ਕਮਿਟਮੈਂਟ ਜਿਹੜੀ ਸੀਗੀ, ਆਪਾਂ ਉਹਦੀ ਵੀ ਬੜੀ ਬਰੀਫ ਦੇ ਵਿੱਚ ਤਾਂ ਡਿਟੇਲ ਦੇ ਵਿੱਚ ਮੈਂ ਕਹਾਂਗਾ ਗੱਲ ਕੀਤੀ ਹੈ। ਤਾਂ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਅਖੀਰ ਵੱਲ ਨੂੰ ਵੱਧ ਰਹੇ ਹਾਂ, ਆਪਣੇ ਕੋਲ ਸਮਾਂ ਵੀ ਥੋੜ੍ਹਾ ਰਹਿ ਗਿਆ ਆ। ਤਾਂ ਮੈਂ ਚਾਹਾਂਗਾ ਕਿ ਹੁਣ ਆਪਾਂ ਉਸੇ ਸੈਗਮੈਂਟ ਵੱਲ ਨੂੰ ਵਧੀਏ ਕਿ ਜਦੋਂ ਭਾਈ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ, ਤਾਂ ਜਦੋਂ ਇਹ ਸਮਾਂ ਮੈਨੂੰ ਲੱਗਦਾ ਟ੍ਰਾਂਜਿਸਟਰ ਬੰਬ ਕਾਂਡ ਵਾਲਾ 85 ਦਾ ਹੈਗਾ ਆ, 85 ਵਿੱਚ ਹੁੰਦਾ ਆ। ਤਾਂ ਮੈਂ ਚਾਹਾਂਗੇ ਹੁਣ ਤੁਸੀਂ ਉੱਧਰ ਨੂੰ ਵਧੀਏ ਕਿ ਜਦੋਂ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਸ਼ਹਾਦਤ ਵੱਲ ਨੂੰ ਕਿੱਦਾਂ ਜਾਂਦੇ ਨੇ। ਤਾਂ ਫਿਰ ਆਪਾਂ ਨੈਕਸਟ ਸੈਗਮੈਂਟ ਵਿੱਚ ਮਨਪ੍ਰੀਤ ਭਾਜੀ ਟੱਚ ਕਰ ਦੇਣਗੇ। ਹਾਂਜੀ, ਭਾਈ ਸਾਹਿਬ ਪਹਿਲੀ ਵਾਰੀ ਗ੍ਰਿਫਤਾਰ ਹੋਏ ਨੇ, ਪਹਿਲਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਕੌਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਤੇ ਭਾਈ ਸਾਹਿਬ ਵੀ ਆਪਣਾ ਨਾਂ ਸੰਤੋਖ ਸਿੰਘ ਹੀ ਦੱਸਦੇ ਰਹੇ ਨੇ ਪਹਿਲਾਂ ਵੀ, ਜਦੋਂ ਉਹਨਾਂ ਤੇ ਕਾਫੀ ਤਸ਼ੱਦਦ ਵੀ ਹੋਇਆ, ਮਤਲਬ ਹਫ਼ਤਿਆਂ ਬੱਧੀ ਤਸ਼ੱਦਦ ਕੀਤਾ ਗਿਆ ਉਹਨਾਂ ਤੇ। ਫਿਰ ਕਿਸੇ ਨੇ ਪਹਿਲੀ ਵਾਰ ਗ੍ਰਿਫਤਾਰ ਕਦੋਂ ਹੋਈ? ਪਹਿਲੀ ਵਾਰੀ ਜਿਹੜੀ ਗ੍ਰਿਫਤਾਰੀ ਹੈ, ਡੇਟ ਐਗਜ਼ੈਕਟਲੀ ਤੇ ਨਹੀਂ ਕਿਸੇ ਨੂੰ ਪਤਾ, ਪਰ ਇਹ ਜਨਵਰੀ ਦੇ ਵਿੱਚ ਹੋਈ ਸੀ, ਜਨਵਰੀ 87 ਦੇ ਵਿੱਚ। ਜਨਵਰੀ 87 87 ਠੀਕ ਹੈ। ਹਾਂਜੀ। ਤੇ ਜਦੋਂ ਫਰਵਰੀ ਦੇ ਵਿੱਚ 87 ਦੇ ਵਿੱਚ ਜਿੱਦਣ ਏਸ਼ੀਆ ਦਾ ਸਭ ਤੋਂ ਵੱਡਾ ਡਾਕਾ ਪਿਆ ਵਾ, ਸੇਮ ਦਿਨ ਇਹਨਾਂ ਦੀ ਪੇਸ਼ੀ ਸੀ ਲੁਧਿਆਣੇ ਕਚਹਿਰੀਆਂ ਦੇ ਵਿੱਚ, ਤੇ ਉਦੋਂ ਇਹਨਾਂ ਨੂੰ ਛਡਾਇਆ ਗਿਆ ਸੀ ਬੱਬਰ ਸਿੰਘਾਂ ਵੱਲੋਂ। ਜਦੋਂ ਇਹਨਾਂ ਨੂੰ ਜਦੋਂ ਪੁਲਿਸ ਨੂੰ ਇਹ ਪਤਾ ਲੱਗ ਗਿਆ ਕਿ ਇਹ ਟ੍ਰਾਂਜਿਸਟਰ ਬੰਬ ਕਾਂਡ ਦੇ ਮਾਸਟਰਮਾਈਂਡ ਹੈਗੇ ਨੇ, ਅਸੀਂ ਉਹ ਬੰਦੇ ਨੂੰ ਫੜਿਆ ਵਾ, ਫਿਰ ਉਦੋਂ ਦਿੱਲੀ ਦੇ ਵਿੱਚ FIR ਰਜਿਸਟਰ ਕੀਤੀ ਗਈ, ਜਿਹਦੇ ਵਿੱਚ ਕਿ ਜਦੋਂ ਸਿੰਘਾਂ ਨੂੰ ਇਹ ਪਤਾ ਲੱਗਾ ਕਿ ਹੋ ਸਕਦਾ ਹੈ ਭਾਈ ਸਾਹਿਬ ਨੂੰ ਦਿੱਲੀ ਤਿਹਾੜ ਜੇਲ੍ਹ ਲੈ ਕੇ ਜਾਇਆ ਜਾਏ, ਕਿਉਂਕਿ ਉੱਥੇ FIR ਇਹਨਾਂ ਦੇ ਖਿਲਾਫ ਹੋ ਗਈ ਹੈ। ਸਿੰਘਾਂ ਨੇ ਫੈਸਲਾ ਕੀਤਾ ਕਿ ਜੇ ਇੱਕ ਵਾਰੀ ਇਹ ਤਿਹਾੜ ਜੇਲ੍ਹ ਚਲ ਗਏ, ਫਿਰ ਸਾਡੇ ਵਾਸਤੇ ਛਡਾਉਣਾ ਨਾਮੁਮਕਿਨ ਹੀ ਹੋ ਜਾਣਾ ਵਾ। ਸੋ ਇਸ ਲਈ ਸਿੰਘਾਂ ਨੇ ਫੈਸਲਾ ਕੀਤਾ ਕਿ ਜਦੋਂ ਇਹਨਾਂ ਦੀ ਕਚਹਿਰੀ 'ਚ ਪਿਆ ਤੇ ਦੋਨੋਂ ਜਥੇਬੰਦੀਆਂ ਨੇ ਆਪਸ ਤਾਲਮੇਲ ਕਰਕੇ ਸੇਮ ਡੇ ਦੋਨੋਂ ਐਕਸ਼ਨ ਕੀਤੇ ਗਏ। ਇੱਕ ਦਿਨ ਬੈਂਕ ਲੁੱਟਿਆ ਗਿਆ ਸੀ, ਉਸੇ ਦਿਨ ਹੀ ਜਥੇਬੰਦੀ ਵੱਲੋਂ ਜਿਹੜੇ 4 ਸਿੰਘ ਸਨ ਉਹਨਾਂ ਵੱਲੋਂ ਇਹ ਕੀਤਾ ਗਿਆ, ਜਿਹਦੇ ਵਿੱਚ ਕਿ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਭਾਈ ਸਾਹਿਬ ਨੂੰ ਛਡਾ ਕੇ ਲੈ ਗਏ। ਉਹਦੇ ਵਿੱਚ ਇੱਕ ਸਿੰਘ ਦੀ ਸ਼ਹੀਦੀ ਵੀ ਹੋਈ ਸੀ, ਮੈਂ ਉਸ ਸਿੰਘ ਦਾ ਨਾਮ ਮੈਨਸ਼ਨ ਕਰਨਾ ਜ਼ਰੂਰੀ ਸਮਝਦਾ ਇੱਥੇ। ਜਦੋਂ ਪੁਲਿਸ ਨੇ ਫਿਰ ਪਿੱਛਾ ਕੀਤਾ ਤੇ ਉਦੋਂ ਕੀ ਕਹਿੰਦੇ ਸਾਹਨੇਵਾਲ ਲਾਗੇ ਇੱਕ ਸਿੰਘ ਦੀ ਸ਼ਹੀਦੀ ਹੋਈ ਸੀ, ਉਹਨਾਂ ਦਾ ਨਾਮ ਸੰਤ ਸਿੰਘ ਸੀ। ਉਹ ਪਹਿਲਾਂ ਭਾਈ ਸਾਹਿਬ ਦੇ ਘਰ ਹੀ ਕੰਮ ਕਰਦਾ ਸੀ, ਉਹ ਸਿੰਘ, ਉਹਨੂੰ ਸੰਤੂ ਕਹਿੰਦੇ ਸੀ। ਉਹ UP ਬਿਹਾਰ ਤੋਂ ਸੀ, ਉਹ ਪੰਜਾਬ ਤੋਂ ਬਿਲੋਂਗ ਨਹੀਂ ਕਰਦਾ ਸੀ ਸਿੰਘ।
ਸੋ ਉਹ ਸਿੰਘ ਨੇ ਭਾਈ ਸਾਹਿਬ ਦਾ ਜੀਵਨ ਦੇਖ ਕੇ ਹੀ ਅੰਮ੍ਰਿਤ ਛਕਿਆ ਤੇ ਜਥੇਬੰਦੀ ਚ ਆਇਆ। ਉਹਨੇ ਬੜੇ ਵੱਡੇ ਵੱਡੇ ਕਾਰਜ ਕੀਤੇ ਹਨ। ਹੁਣ ਆਪਣੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਆਪਾਂ ਉਹਨੂੰ ਵਿਚਾਰੀਏ, ਪਰ ਉਸ ਸਿੰਘ ਨੇ ਜਦੋਂ ਛਡਾ ਕੇ ਲੈ ਕੇ ਜਾ ਰਹੇ ਸੀ ਉਹਨੇ ਕਿਹਾ ਸੀ ਅਸੀਂ ਪੰਜਾਂ ਨੇ ਸ਼ਹੀਦੀ ਪਾਣੀ ਜ਼ਰੂਰੀ ਆ, ਤੁਸੀਂ ਚਾਰੋਂ ਨਿਕਲ ਜਾਓ। ਉਹਦੇ ਲੱਤ 'ਚ ਗੋਲੀ ਲੱਗ ਗਈ ਸੀ ਜਦੋਂ ਪੁਲਿਸ ਪਿੱਛਾ ਕਰ ਰਹੀ ਸੀ, ਤੇ ਉਹ ਸਿੰਘ ਨੇ ਸਾਰੇ ਹਥਿਆਰ ਰੱਖ ਕੇ ਉੱਥੇ ਮੋਰਚਾ ਲਾਇਆ। 4.5 ਘੰਟੇ ਤੋਂ 5 ਘੰਟੇ ਤੱਕ ਉਹਨੇ ਮੁਕਾਬਲਾ ਕੀਤਾ ਤਾਂ ਕਿ ਭਾਈ ਸਾਹਿਬ ਸੁਰੱਖਿਅਤ ਜਿੱਥੇ ਜਾਣਾ ਸੀ ਉੱਥੇ ਪਹੁੰਚ ਗਏ। ਸੋ ਉਸ ਸਿੰਘ ਦੀ ਸ਼ਹੀਦੀ ਤੋਂ ਬਾਅਦ ਭਾਈ ਸਾਹਿਬ ਦੇ ਜੀਵਨ 'ਚ ਇੱਕ ਇਹੋ ਜਿਹਾ ਮੋੜ ਆਇਆ ਕਿ ਜਿਹੜੇ ਬੰਦੇ ਨੇ ਮੈਨੂੰ ਦੇਖ ਕੇ ਗੁਰਸਿੱਖੀ ਵਿੱਚ ਆਇਆ, ਉਹਨੂੰ ਗੁਰੂ ਸਾਹਿਬ ਨੇ ਸ਼ਹੀਦੀ ਪਹਿਲਾਂ ਬਖਸ਼ ਦਿੱਤੀ, ਤੇ ਮੈਨੂੰ ਉੱਥੇ ਉਹ ਸੈੱਲ ਦੇ ਵਿੱਚ ਕੁੰਦੇ ਵੀ ਰਹੇ ਤੇ ਸਿੰਘਾਂ ਤੁਸੀਂ ਮੈਨੂੰ ਛਡਾ ਲਿਆ। ਇਹ ਭਾਈ ਸਾਹਿਬ ਦਾ ਬੈਰਾਗ ਇੱਕ ਤਰ੍ਹਾਂ ਦਾ, ਜਿੱਦਾਂ ਤੁਸੀਂ ਜਾਣਦੇ ਹੋ ਜੇ ਤੁਹਾਨੂੰ ਕਿਸੇ ਨਾਲ ਪਿਆਰ ਆ, ਜਦੋਂ ਐਸੋ ਜਿਹੇ ਇੰਸੀਡੈਂਟ ਹੁੰਦੇ ਨੇ ਤੇ ਅਸੀਂ ਸਾਰੇ ਹੀ ਹਿਊਮਨ ਹੈਗੇ ਆ। ਅਸੀਂ ਏਦਾਂ ਨਹੀਂ ਕਿ ਦੁੱਖਾਂ ਤੋਂ ਬਿਲਕੁਲ ਪਾਰ ਪਾ ਲਿਆ, ਏਦਾਂ ਨਹੀਂ। ਅਸੀਂ ਸਾਰੇ ਹਿਊਮਨ ਆ, ਅਸੀਂ ਸਾਰੇ ਦੇ ਇਮੋਸ਼ਨਸ ਹੈਗੇ ਆ। ਭਾਈ ਸਾਹਿਬ ਹਰ ਸਮੇਂ ਬੈਰਾਗ 'ਚ ਰਹਿੰਦੇ ਸਨ, ਤੇ ਉਹ ਦਿਨ ਤੋਂ ਬਾਅਦ ਭਾਈ ਸਾਹਿਬ ਨੇ ਅਰਦਾਸ ਹਰ ਵਾਰੀ ਜਦੋਂ ਸਵੇਰੇ ਸ਼ਾਮ ਨਿਤਨੇਮ ਕਰਦੇ ਸਨ, ਅਰਦਾਸ ਕਰਦੇ ਨੇ ਗੁਰੂ ਸਾਹਿਬ ਸਾਨੂੰ ਸ਼ਹੀਦੀ ਦੀ ਦਾਤ ਬਖਸ਼ਣ। ਇਹ ਅਰਦਾਸਾਂ ਭਾਈ ਸਾਹਿਬ ਪਹਿਲਾਂ ਵੀ ਕਰਦੇ ਸਨ, ਪਰ ਉਸ ਇੰਸੀਡੈਂਟ ਤੋਂ ਬਾਅਦ ਇਹ ਬਹੁਤ ਹੀ ਹੋ ਗਿਆ। ਸਿੰਘਾਂ ਨੇ ਕਈ ਵਾਰੀ ਕਿਹਾ ਕਿ ਤੁਸੀਂ ਪੰਜਾਬ ਚੋਂ ਨਿਕਲ ਕੇ ਕਿਤੇ ਹੋਰ ਚੱਲ ਜਾਓ, ਸਾਨੂੰ ਤੁਹਾਡੀ ਜ਼ਿਆਦਾ ਲੋੜ ਆ, ਤੁਹਾਡੇ ਐਕਸਪੀਰੀਅੰਸ ਦੀ ਲੋੜ ਆ, ਜ਼ਿਆਦਾ ਸਮਾਂ ਬਤੀਤ ਕਰਨ ਦੀ ਲੋੜ ਆ ਸੰਘਰਸ਼ ਦੇ ਵਿੱਚ। ਪਰ ਭਾਈ ਸਾਹਿਬ ਇਸ ਗੱਲ ਨੂੰ ਨਹੀਂ ਮੰਗੇ। ਫਿਰ ਅਗਸਤ 87 ਦੇ ਵਿੱਚ ਜਿਹੜਾ ਕਾਲਾ ਸੰਤੋਖਾ ਸੀ ਉਹਦੀ ਨਿਸ਼ਾਨਦੇਹੀ ਤੇ ਭਾਈ ਸਾਹਿਬ ਨੂੰ ਜਲੰਧਰ ਏਰੀਏ ਤੋਂ ਗ੍ਰਿਫਤਾਰ ਕੀਤਾ ਗਿਆ। ਜਲੰਧਰ ਏਰੀਏ ਤੋਂ ਗ੍ਰਿਫਤਾਰ ਕਰਕੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਲੈ ਕੇ ਜਾਇਆ ਗਿਆ। ਇਹ ਕਈ ਥਾਣਿਆਂ ਦਾ ਜਿਹੜਾ ਜ਼ਿਕਰ ਆਉਂਦਾ ਕਿ ਇੱਕ ਜਗ੍ਹਾ ਨਹੀਂ, ਇਹ ਕਈ ਥਾਣਿਆਂ 'ਚ ਇਹਨਾਂ ਦੀ ਇੰਟਰੋਗੇਸ਼ਨ ਹੋਈ ਆ, ਤੇ ਕਈ ਹਫ਼ਤਿਆਂ ਬੱਧੀ ਇਹਨਾਂ ਦਾ ਮਤਲਬ ਇਟਸ ਮੋਰ ਦੈਨ 10-20 ਡੇਜ਼ ਇਹਨਾਂ ਨੂੰ ਤਸ਼ੱਦਦ ਕੀਤਾ ਗਿਆ। ਤੇ ਜਦੋਂ ਇਹਦਾ ਇੱਕ ਸਾਡੇ ਕੋਲ ਆਈ ਵਿਟਨੈਸ ਹੈਗੇ ਨੇ ਜਿਹੜੇ ਕਿ 31 ਨੰਬਰ ਦੁਕਾਨ ਵਾਲੇ ਟਕਸਾਲੀ ਸਿੰਘ ਨੇ, ਦਿਲਬਾਗ ਸਿੰਘ ਜੀ, ਦਰਬਾਰ ਸਾਹਿਬ ਲਾਗੇ ਉਹਨਾਂ ਦੀ ਦੁਕਾਨ ਆ, ਗੁਰਮਤਿ ਪੁਸਤਕ ਭੰਡਾਰ ਵਾਲੀ। ਉਹਨਾਂ ਦੇ ਪਿਤਾ ਜੀ ਉਦੋਂ ਥਾਣੇ 'ਚ ਸਨ ਜਦੋਂ ਇਹਨਾਂ ਤੇ ਤਸ਼ੱਦਦ ਹੋ ਰਿਹਾ ਸੀ, ਤੇ ਉਹ ਹੁਣੇ 2 ਹਫ਼ਤੇ ਪਹਿਲਾਂ ਅਕਾਲ ਚਲਾਣਾ ਕੀਤੇ ਹਨ ਉਹ ਬਜ਼ੁਰਗ। ਤੇ ਉਹਨਾਂ ਦੇ ਦੱਸਣ ਅਨੁਸਾਰ ਕਿ ਜਦੋਂ ਇੱਕ ਸੰਤਰੀ ਉਹਨਾਂ ਕੋ ਆਇਆ, ਏਦਾਂ ਹੀ ਸ਼ਸਤਰੀ ਤੌਰ ਤੇ, ਕਿਉਂਕਿ ਉਹਨਾਂ ਦੇ ਪਿੰਡ ਦਾ ਸੀ ਉਹ ਜਿਹੜਾ ਪੁਲਿਸ ਵਾਲਾ ਸੀ, ਦੱਸਿਆ ਕਿ ਅਸੀਂ ਇੱਕ ਮੁੰਡਾ ਫੜ ਕੇ ਲਿਆਏ ਹਾਂ। ਏਦਾਂ ਹੀ ਉਹਨਾਂ ਨੇ ਇਹੀ ਵਰਡ ਯੂਜ਼ ਕੀਤੇ, ਸੋ ਮੈਂ ਇਸ ਲਈ ਉਹ ਵਰਡ ਯੂਜ਼ ਕਰ ਰਿਹਾ, ਪਰ ਉਹ ਗੁਰਸਿੱਖਾਂ ਵਾਸਤੇ ਵਰਡ ਠੀਕ ਨਹੀਂ ਹੈ। ਕਹਿੰਦਾ ਇੱਕ ਅਸੀਂ ਨੌਜਵਾਨ ਫੜ ਕੇ ਲਿਆਏ ਹਾਂ ਜਲੰਧਰ ਏਰੀਏ ਤੋਂ, ਤੇ ਉਹਦੇ ਤੇ ਅਸੀਂ ਬਹੁਤ ਤਸ਼ੱਦਦ ਕੀਤਾ ਪਿਛਲੇ 10 ਦਿਨਾਂ ਤੋਂ। ਉਹਦੇ ਥੱਲੇ ਪੈਰਾਂ ਚੋਂ ਸੀਖਾਂ ਪਾ ਕੇ ਗੋਡਿਆਂ ਚੋਂ ਵੀ ਕੱਢੀਆਂ, ਗਰਮ ਸਲੀਖਾਂ ਉਹਦੇ ਢਿੱਡ ਚੋਂ ਵੀ ਕੱਢ ਲੀਆਂ ਵਾ, ਕਹਿੰਦੀ ਉਹਦੀਆਂ ਅੱਖਾਂ ਵੀ ਕੱਢ ਲੀਆਂ ਵਾ, ਤੇ ਸੰਗੀਨ ਪਾ ਕੇ ਉਹਦਾ ਖੋਪੜੀ ਵੀ ਅਸੀਂ 2 ਇੰਚ ਚੱਕਤੀ ਆ, ਤੇ ਕਹਿੰਦਾ ਫਿਰ ਵੀ ਉਹ ਕੁਛ ਨਹੀਂ ਬੋਲਿਆ। ਤੇ ਸਾਡਾ ਐਸਪੀ ਕਹਿੰਦਾ ਇਹਦੇ ਕੋਲ ਮੂੰਹੋਂ ਕੁਛ ਕਢਾਓ, ਤੇ ਕਹਿੰਦਾ ਅਸੀਂ ਸਾਰਾ ਕੁਛ ਕਰਕੇ ਦੇਖ ਲਿਆ, ਪਰ ਉਹ ਟਸ ਤੋਂ ਮਸ ਨਹੀਂ ਹੁੰਦਾ। ਤੇ ਭਾਈ ਸਾਹਿਬ ਦੱਸਦੇ ਆ ਕਿ ਜਦੋਂ ਮੈਂ ਸੁਣਿਆ ਤੇ ਮੇਰੇ ਮਨ 'ਚ ਵਿਚਾਰ ਆਇਆ ਕਿ ਫੁਰਨਾ ਆਇਆ ਕਿ ਇਹ ਕਿਹੜਾ ਗੁਰਸਿੱਖ ਆ ਜਿਹੜਾ ਇੰਨੇ ਤਸੀਹਾਂ ਤੋਂ ਬਾਅਦ ਵੀ ਗੁਰੂ ਹੀ ਕਰੀ ਜਾ ਰਿਹਾ। ਤੇ ਕਹਿੰਦਾ ਕਿਉਂਕਿ ਉਹ ਇਲਾਕੇ ਦਾ ਸੀ ਬੰਦਾ, ਤੇ ਮੈਂ ਕਿਹਾ ਕਿ ਜੇ ਤੈਨੂੰ ਕੋਈ ਸੇਵਾ ਦੀ ਲੋੜ ਆ ਤੇ ਮੈਂ ਕੋਈ ਸੇਵਾ ਕਰਨ ਨੂੰ ਵੀ ਤੇਰੀ ਤਿਆਰ ਆ, ਜੇ ਤੂੰ ਮੈਨੂੰ ਮਿਲਵਾ ਦੇ ਸਿੰਘ ਨਾਲ ਇੱਕ ਵਾਰੀ। ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਸੈੱਲ ਤੋਂ ਤੇ ਬਾਹਰ ਨਹੀਂ ਕੱਢ ਸਕਦਾ, ਬਹੁਤ ਔਖਾ ਵਾ, ਪਰ ਮੈਂ ਦੇਖਦਾ ਕੀ ਕਰ ਸਕਦਾ। ਉਹ ਕਹਿੰਦਾ 8 ਵਜੇ ਜਿਹੜਾ SHO ਆ ਉਹ ਛੁੱਟੀ ਹੋ ਜਾਂਦੀ, ਉਹ ਚੱਲ ਜਾਂਦਾ ਵਾ, ਤੇ ਜਿਹੜਾ ਮੁਨਸ਼ੀ ਆ ਉਹ ਰੋਟੀ ਲੈਣ ਚੱਲ ਜਾਂਦਾ, ਤੇ ਉਦੋਂ ਮੈਂ ਤੁਹਾਨੂੰ 5-7 ਮਿੰਟ ਵਾਸਤੇ ਸੈੱਲ ਚੋਂ ਕੱਢ ਕੇ ਟਾਇਲਟ ਦੇ ਬਹਾਨੇ ਲੈ ਕੇ ਜਾਊਂਗਾ, ਤੇ ਤੁਸੀਂ 5-7 ਮਿੰਟ 'ਚ ਜਿਹੜਾ ਕੁਛ ਵੀ ਤੁਸੀਂ ਗੱਲਬਾਤ ਕਰਨੀ ਹੈ ਕਰ ਲਿਓ। ਤੇ ਭਾਈ ਸਾਹਿਬ ਇਹ ਬਿਆਨ ਕਰਦੇ ਆ ਕਿ ਜਦੋਂ ਮੈਂ ਸੈੱਲ 'ਚ ਗਿਆ, ਤੇ ਕਿਉਂਕਿ ਭਾਈ ਸਾਹਿਬ ਉਹਨਾਂ ਦੇ ਨਾਲ ਦੇ ਪਿੰਡ ਦੇ ਸੀ, ਨਾਗੋਕੇ ਤੋਂ ਸਨ, ਤੇ ਭਾਈ ਸਾਹਿਬ ਨੇ ਜਦੋਂ ਜਾ ਕੇ ਫਤਿਹ ਬੁਲਾਈ ਤੇ ਉਹਨਾਂ ਦੀ ਅੱਖਾਂ ਉਦੋਂ ਕੱਢੀਆਂ ਗਈਆਂ ਸੀ, ਦਿਖਦਾ ਨਹੀਂ ਸੀ ਉਹਨਾਂ ਨੂੰ ਕੁਛ, ਤੇ ਉਹਨਾਂ ਦੀ ਸੁਰਤ ਅਜੇ ਵੀ ਇੰਨੀ ਕਾਇਮ ਸੀ, ਆਵਾਜ਼ ਸੁਣ ਕੇ ਪਛਾਣ ਗਿਆ। ਕਹਿੰਦੇ ਜਥੇਦਾਰ ਸਾਹਿਬ ਤੁਸੀਂ ਇੱਥੇ ਕਿੱਦਾਂ? ਤੇ ਭਾਈ ਸਾਹਿਬ ਕਹਿੰਦੇ ਮੈਂ ਉਹ ਦੇਖ ਕੇ ਮੇਰੇ ਅੱਖਾਂ 'ਚੋਂ ਹੰਝੂ ਆ ਗਏ। ਤੇ ਕਹਿੰਦੇ ਭਾਜੀ ਤੁਸੀਂ ਕਿਉਂ ਰੋਂਦੇ ਹੋ? ਕਹਿੰਦਾ ਤੁਹਾਡੇ ਹਾਲਾਤ ਦੇਖ ਕੇ ਮੇਰੇ ਅੱਖਾਂ 'ਚੋਂ ਹੰਝੂ ਆ ਗਏ। ਉਹ ਕਹਿੰਦੇ ਕਿ ਨਹੀਂ, ਅਸੀਂ ਜਦੋਂ ਤੁਰੇ ਸੀ ਸਾਨੂੰ ਪਤਾ ਸੀ ਸਾਡੇ ਹਾਲਾਤ ਕੀ ਹੋਣੇ ਨੇ। ਤੇ ਭਾਈ ਸਾਹਿਬ ਦੱਸਦੇ, ਜਿਹੜਾ ਵਰਤਾਨ ਦੱਸਦੇ ਨੇ ਉਹ ਏਦਾਂ ਸੀ ਕਿ ਇੱਕ ਡੇਲਾ ਬਿਲਕੁਲ ਨਹੀਂ ਹੈਗਾ ਸੀ, ਇੱਕ ਲਮਕਦਾ ਪਿਆ ਸੀ, ਜਿਹੜਾ ਮੱਥੇ ਦੇ ਵਿੱਚ ਸੰਗੀਨ ਪਾ ਕੇ 2 ਇੰਚ ਖੋਪੜੀ ਚੱਕਤੀ ਸੀ, ਤੇ ਉਹ ਚੋਂ ਜਿਹੜਾ ਖੂਨ ਸੀ ਉਹ ਪੂਰਾ ਦਾੜਾ ਲਿਬੜਿਆ ਸੀ ਖੂਨ ਨਾਲ, ਤੇ ਵਾਲ ਪਿੱਛੇ ਨੂੰ ਖਿਲਰੇ ਹੋਏ ਸਨ, ਤੇ ਉਹ ਜਿਹੜਾ ਖੂਨ ਸੀ ਉਹ ਵਾਲਾਂ 'ਚ ਜਾ ਕੇ ਉਹ ਭਾਈ ਸਾਹਿਬ ਦੀਵਾਰ ਨਾਲ ਏਦਾਂ ਸਿਰ ਰੱਖ ਕੇ ਬੈਠੇ ਸਨ, ਤੇ ਉਹ ਸਿਰ ਜਿਹੜਾ ਸੀ ਉਹ ਜੁੜਿਆ ਹੋਇਆ ਸੀ ਦੀਵਾਰ ਨਾਲ, ਕਿਉਂਕਿ ਲਹੂ ਸਿਮ ਕੇ ਜਿਹੜੇ ਵਾਲ ਸਨ ਉਹ ਇੱਕਦਮ ਜੁੜ ਗਏ ਸਨ ਦੀਵਾਰ ਨਾਲ। ਸੋ ਐਸੀ ਹਾਲਾਤ ਸਨ ਭਾਈ ਸਾਹਿਬ ਦੇ ਜਦੋਂ ਉਹਨਾਂ ਦੇ ਦਰਸ਼ਨ ਕੀਤੇ, ਤੇ ਉਹ ਆਖਰੀ ਸਿੰਘ ਸਨ ਸੰਗਤ ਚੋਂ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ। ਤੇ ਭਾਈ ਸਾਹਿਬ ਨੇ ਪੁੱਛਿਆ ਕਿ ਭਾਈ ਸਾਹਿਬ ਮੈਨੂੰ ਦੱਸੋ ਮੇਰੇ ਲਾਇਕ ਕੋਈ ਸੇਵਾ। ਭਾਈ ਸਾਹਿਬ ਨੇ 2 ਬੇਨਤੀਆਂ ਕੀਤੀਆਂ। ਇੱਕ ਤੇ ਕਿਹਾ ਕਿ ਕੌਮ ਨੂੰ ਇਹ ਸੰਦੇਸ਼ ਦਿਓ
ਕਿ ਆਪਸ 'ਚ ਰਲ ਕੇ ਅਸੀਂ ਖਾਲਸਾ ਰਾਜ ਲੈਣਾ ਵਾ। ਤੇ ਇਹ ਮੁਹਿੰਮ ਕੋਈ ਛੋਟੀ ਮੁਹਿੰਮ ਨਹੀਂ ਆ, ਅਸੀਂ ਰਲ ਕੇ ਹੀ ਲੈ ਸਕਦੇ ਹਾਂ। ਅਸੀਂ ਆਪਸ 'ਚ ਲੜੀਏ ਨਾ, ਅਸੀਂ ਰਲ ਕੇ ਇਕਜੁੱਟ ਹੋ ਕੇ ਇੱਕ ਜਥੇਬੰਦੀ ਨੂੰ ਦੂਜੇ ਜਥੇਬੰਦੀ ਨੂੰ ਐਜ਼ ਅ ਬਟਾਲੀਅਨ ਸਮਝ ਕੇ ਲੜੀਏ ਇਸ ਲੜਾਈ ਨੂੰ, ਤੇ ਇਕੱਠੇ ਹੋ ਕੇ ਖਾਲਸਾ ਰਾਜ ਦੀ ਸਿਰਜਣਾ ਕਰੀਏ। ਦੂਸਰੀ ਗੱਲ ਭਾਈ ਸਾਹਿਬ ਨੇ ਉਹਨਾਂ ਨੂੰ ਇਹ ਕਹੀ, ਮੈਂ ਤੇ ਅਰਦਾਸ ਕਰਦਾ ਹੀ ਹਾਂ, ਤੁਸੀਂ ਵੀ ਜਾ ਕੇ ਅਰਦਾਸ ਕਰਿਓ ਕਿ ਇਸ ਸਰੀਰ 'ਚ ਰਹਿ ਕੁਛ ਨਹੀਂ ਗਿਆ, ਹੁਣ ਇਹ ਸਰੀਰ ਮਿੱਟੀ ਆ ਤੇ ਇਹ ਮੈਨੂੰ ਗੋਲੀ ਮਾਰ ਦੇਣ, ਤਾਂ ਕਿ ਮੈਂ ਕੌਮ ਦਾ ਗੱਦਾਰ ਹੋ ਕੇ ਨਾ ਮਰਾਂ, ਮੈਂ ਕੌਮ ਦੀ ਸੇਵਾ ਵਿੱਚ ਹੀ ਕੌਮ ਦੀ ਸੇਵਾ ਕਰਦਾ ਹੋਇਆ ਹੀ ਸ਼ਹੀਦ ਹੋਵਾਂ। ਸੋ ਇਹ ਦੋ ਬੇਨਤੀਆਂ ਭਾਈ ਸਾਹਿਬ ਨੂੰ ਕੀਤੀਆਂ। ਤੇ ਉਸ ਤੋਂ ਬਾਅਦ ਅਗਲੇ ਦਿਨ ਦੀ ਜਿਹੜਾ ਵਰਤਾਰਾ ਵਾ ਕਿ ਅਗਲੇ ਦਿਨ, ਕਿਉਂਕਿ ਹੁਣ ਭਾਈ ਸਾਹਿਬ ਦੀਆਂ ਅੱਖਾਂ ਨਹੀਂ ਸੀ, ਭਾਈ ਸਾਹਿਬ ਉਦੋਂ ਉੱਥੇ ਸੈੱਲ 'ਚ ਸਨ, ਤੇ ਸ਼ਾਮ ਦਾ ਜਦੋਂ ਉਹਨਾਂ ਨੂੰ ਹੋਇਆ ਕਿ ਮੇਰਾ ਰਹਿਰਾਸ ਦਾ ਟਾਈਮ ਹੋਇਆ, ਤੇ ਉਦੋਂ ਸੰਤਰੀ ਇੱਕ ਤੁਰਿਆ ਜਾਂਦਾ ਸੀ, ਉਹਨੇ ਪੁੱਛਿਆ ਕਿ ਵੀ ਸੰਤਰੀ ਕੀ ਟਾਈਮ ਹੋਇਆ, ਉਹਨੇ ਦੱਸਿਆ 6:30 ਹੋਏ ਨੇ। ਤੇ ਉਦੋਂ ਭਾਈ ਸਾਹਿਬ ਨੇ ਆਪਣੀ ਉੱਥੇ ਸੈੱਲ 'ਚ ਲੇਟੇ ਹੀ ਰਹਿਰਾਸ ਸ਼ੁਰੂ ਕੀਤੀ, ਤੇ ਰਹਿਰਾਸ ਤੇ ਭੋਗ ਤੋਂ ਬਾਅਦ ਭਾਈ ਸਾਹਿਬ ਨੇ ਲੇਟੇ ਹੀ ਅਰਦਾਸ ਕਰਕੇ ਜਕਾਰਾ ਛੱਡਿਆ। ਇਹਨੂੰ ਦੇਖਦੇ ਹੋਏ ਜਿਹੜਾ ਉੱਥੋਂ ਦਾ SHO ਸੀ ਉਹਨੂੰ ਬਾਹਲਾ ਗੁੱਸਾ ਆ ਗਿਆ, ਉਹਨੇ ਭਾਈ ਸਾਹਿਬ ਦੀ ਆਰੇ ਨਾਲ ਜੀਭ ਵੀ ਵੜਤੀ ਕਿ ਇਹਨਾਂ ਦਾ ਸਾਰਾ ਕੁਝ ਕੱਢ ਲਿਆ ਵਾ, ਫਿਰ ਵੀ ਇਹ ਅਜੇ ਵੀ ਜਕਾਰੇ ਛੱਡਦੇ ਪਏ ਨੇ ਤੇ ਅਰਦਾਸਾਂ ਕਰਦੇ ਪਏ ਨੇ। ਸੋ ਉਸ ਤੋਂ ਬਾਅਦ ਜਿਹੜਾ ਉਹ ਪੁਲਿਸ ਵਾਲਾ ਸੀ ਉਹਨੇ ਜੌਬ ਛੱਡਤੀ ਸੀ, ਜਿਹੜਾ ਸੰਤਰੀ ਸੀ, ਕਿ ਅਸੀਂ ਸੰਤਾਂ ਤੇ ਹੋਰ ਤਸ਼ੱਦਦ ਨਹੀਂ ਕਰ ਸਕਦੇ, ਨਹੀਂ ਦੇਖ ਸਕਦਾ। ਉਹ ਬਾਅਦ 'ਚ ਅਮਰੀਕਾ ਗਿਆ ਤੇ ਸਿੰਘਾਂ ਨਾਲ ਜਦੋਂ ਉਹਦੀ ਗੱਲ ਹੋਈ, ਉਹਨੇ ਆਪ ਦੱਸਿਆ ਕਿ ਭਾਈ ਸਾਹਿਬ ਦੀ ਸ਼ਹਾਦਤ ਨੂੰ, ਤਸੀਹਾਂ ਨੂੰ ਤੇ ਸਿਰੜ ਨੂੰ ਦੇਖ ਕੇ ਉਹ ਪੁਲਿਸ ਵਾਲਾ ਵੀ ਅੰਮ੍ਰਿਤਧਾਰੀ ਹੋ ਗਿਆ। ਸੋ ਸਾਡੇ ਲਈ ਇਹ ਭਾਈ ਸਾਹਿਬ ਦਾ ਜਿਹੜੀ ਸ਼ਹਾਦਤ ਸੀ, ਅਸੀਂ ਆਪਣੇ ਜੀਵਨ ਦੇ ਵਿੱਚ ਸਾਖੀਆਂ ਸੁਣਦੇ ਆਏ ਹਾਂ, ਇਤਿਹਾਸ ਪੜ੍ਹਦੇ ਆਏ ਹਾਂ, ਭਾਈ ਮਨੀ ਸਿੰਘ ਦਾ, ਭਾਈ ਤਾਰੂ ਸਿੰਘ ਦਾ, ਪਰ ਭਾਈ ਅਨੋਖ ਸਿੰਘ ਨੇ ਸਾਡੇ ਜੀਵਨ ਕਾਲ 'ਚ ਸਾਨੂੰ ਉਹ ਸਾਰੀ ਹਿਸਟਰੀ ਰਿਪੀਟ ਕਰਕੇ ਦਿਖਾਈ ਆ ਕਿ ਜੇ ਨਾਮ ਬਾਣੀ ਦੇ ਆਸਰੇ ਤੁਸੀਂ ਕੁਛ ਵੀ ਪਾ ਸਕਦੇ ਹੋ, ਕਿੰਨੇ ਵੀ ਤਸੀਹੇ ਝੱਲ ਸਕਦੇ ਹੋ, ਇਹ ਸਿਰਫ ਨਾਮ ਬਾਣੀ ਦਾ ਹੀ ਆਸਰਾ ਸੀ। ਸੋ ਏਦਾਂ ਫਿਰ ਅਗਲੇ ਦਿਨ ਭਾਈ ਸਾਹਿਬ ਨੂੰ ਮੋਟਰਸਾਈਕਲ ਸਟਾਰਟ ਕਰਕੇ, ਰਾਤ ਦਾ ਟਾਈਮ ਸੀ, ਉਦੋਂ ਭਾਈ ਸਾਹਿਬ ਨੂੰ ਗੋਲੀ ਮਾਰ ਕੇ ਉਸ ਤੋਂ ਬਾਅਦ ਭਾਈ ਸਾਹਿਬ ਦਾ ਸਰੀਰ ਜਿਹੜਾ ਖੁਰਦ-ਬੁਰਦ ਕਰ ਦਿੱਤਾ ਗਿਆ। ਸੋ ਏਦਾਂ ਭਾਈ ਸਾਹਿਬ ਦੀ ਸ਼ਹੀਦੀ ਹੋਈ, ਜਿਹੜੀ ਕਿ ਇੱਕ ਭਾਈ ਸਾਹਿਬ ਜਥੇਬੰਦੀ 'ਚ ਹੀ ਸਤਿਕਾਰਯੋਗ ਨਹੀਂ ਸੀ, ਜਿੰਨੀ ਬਾਕੀ ਜਥੇਬੰਦੀਆਂ ਸੀ ਉਹ ਵੀ ਭਾਈ ਸਾਹਿਬ ਦਾ ਬਹੁਤ ਸਤਿਕਾਰ ਕਰਦੀਆਂ ਸਨ ਕਿ ਭਾਈ ਸਾਹਿਬ ਸਪਿਰਿਚੁਅਲੀ ਇੰਨੇ ਹਾਈ ਸਨ, ਭਾਈ ਸਾਹਿਬ ਬਹੁਤ ਦੂਰਅੰਦੇਸ਼ ਸਨ। ਸੋ ਭਾਈ ਸਾਹਿਬ ਦੀ ਸ਼ਹੀਦੀ ਜਿਹੜੀ ਹੈਗੀ ਹੈ ਉਹ ਅਜੋਕੇ ਸੰਘਰਸ਼ ਦੀ ਇੱਕ ਮਿਸਾਲ ਸ਼ਹੀਦੀ ਹੈਗੀ ਹੈ, ਜਿਹੜੀ ਸਾਡੇ ਯੂਥ ਨੂੰ ਵੀ ਪ੍ਰੇਰਿਤ ਕਰੇਗੀ ਤੇ ਆਉਂਦੇ ਕਈ ਸਮਿਆਂ ਤੱਕ ਹਰ ਸਿੱਖ ਨੂੰ ਪ੍ਰੇਰਿਤ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਆਪਣੀਆਂ ਜਾਨਾਂ ਹੂਲ ਕੇ ਵਾਰਨ ਦੀ ਪ੍ਰੇਰਨਾ ਦਿੰਦੀ ਰਹੇਗੀ ਜੀ। ਇਹ ਭਾਈ ਸਾਹਿਬ ਦਾ ਸ਼ਹੀਦੀ ਦਾ ਵਰਤਾਰਾ ਸੀ ਜੀ। ਸੋ ਅੱਗੇ ਆਪ ਜੀ ਸਮੇਂ ਅਨੁਸਾਰ ਜੋ ਵੀ ਕੋਈ ਸਵਾਲ ਪੁੱਛੋਗੇ ਦਾਸ ਉਹਦਾ ਉੱਤਰ ਦੇ ਦੇਗਾ। ਭਾਜੀ ਮੇਰੇ ਕੋਲ ਤਾਂ ਸ਼ਬਦ ਨਹੀਂ, ਟੂ ਬੀ ਓਨੈਸਟ ਦੱਸਾਂ, ਮੇਰੇ ਕੋਲ ਤਾਂ ਤੁਸੀਂ ਜੋ, ਕਿਉਂਕਿ ਅਸੀਂ ਕੁਛ ਚਿਰ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀਗਾ ਇੱਥੇ ਪੰਜਾਬੀ ਅਖਬਾਰ ਦੇ ਵਿੱਚ, ਮੈਨੂੰ ਲੱਗਦਾ 2 ਸਾਲ ਪਹਿਲਾਂ ਮੇਰੇ ਡੈਡੀ ਨੇ ਪੜ੍ਹਵਾਇਆ ਸੀਗਾ ਇੱਥੇ ਲੋਕਲ ਅਖਬਾਰ ਜਿਹੜੀ ਸਾਡੇ ਪੰਜਾਬੀ ਆਉਂਦੀ ਹੈ, ਉਦੋਂ ਡੈਡੀ ਨੇ ਮੈਨੂੰ ਇਹ ਚੀਜ਼ਾਂ ਪੜ੍ਹ ਕੇ ਸੁਣਾਈਆਂ ਸੀ। ਬਟ ਹੁਣ ਤੁਸੀਂ ਉਹ ਸਾਰੀ ਚੀਜ਼ਾਂ ਤਾਜ਼ਾ ਕਰ ਦਿੱਤੀਆਂ ਕਿ ਜੋ ਸੀਗੀਆਂ, ਕਿਉਂਕਿ ਅਸੀਂ ਜਿੱਦਾਂ ਤੁਸੀਂ ਦੱਸਿਆ ਕਿ ਸੁਣਦੇ ਆਏ ਭਾਜੀ ਕਿ 17ਵੀਂ ਸਦੀ ਦੇ ਵਿੱਚ 18ਵੀਂ ਸਦੀ 'ਚ ਕਿੱਦਾਂ ਸਿੰਘਾਂ ਦੀ ਸ਼ਹੀਦੀ ਹੁੰਦੀ ਹੈ। ਬਚਪਨ ਤੋਂ ਉਹ ਸਾਖੀਆਂ ਭਾਵੇਂ ਭਾਈ ਤਾਰੂ ਸਿੰਘ ਜੀ ਦੀ, ਹੈ ਨਾ, ਭਾਈ ਮਨੀ ਸਿੰਘ ਜੀ ਦੀ, ਸ਼ਹੀਦ ਭਾਈ ਮਨੀ ਸਿੰਘ ਹੁਣਾਂ ਦੀ, ਹਾਂ। ਬਟ ਇਹ ਤਾਂ ਸਾਡੇ ਮੈਂ ਕਹਾਂ ਕਿ ਜੀਵਨ ਕਾਲ ਦੇ ਵਿੱਚ ਹੀ ਇਹ ਸਾਰਾ ਕੁਛ ਹੋਇਆ 20ਵੀਂ ਸਦੀ ਦੇ ਵਿੱਚ। ਤਾਂ ਮਨਪ੍ਰੀਤ ਭਾਜੀ, ਆਈ ਹੈਵ ਨੋ ਵਰਡਸ, ਤੁਸੀਂ ਪਲੀਜ਼। ਬਿਲਕੁਲ ਭਾਜੀ, ਦੇਖੋ ਜਦੋਂ ਭਾਈ ਸਾਹਿਬ ਦੀ ਸ਼ਹੀਦੀ ਬਾਰੇ ਅਸੀਂ ਸੁਣਦੇ ਹਾਂ ਤੇ ਤੁਸੀਂ ਇੱਕ ਗੱਲ ਅਸੀਂ ਸਾਰੇ ਆਪਣੇ ਬਾਰੇ ਸੋਚ ਕੇ ਵੇਖੀਏ, ਅਸੀਂ ਆਪਣੇ, ਸਾਨੂੰ ਇੱਕ ਸੂਈ ਵੀ ਚੁੱਭ ਜਾਂਦੀ ਹੈ ਨਾ, ਸਾਡੇ ਮੂੰਹ ਚੋਂ ਜਿਹੜੀ ਸੀ ਉਹ ਨਿਕਲ ਜਾਂਦੀ। ਪਰ ਤੁਸੀਂ ਸੋਚ ਕੇ ਵੇਖੋ ਵੀ ਉਹ ਸ਼ਹੀਦਾਂ ਦਾ ਮਾਈਂਡਸੈਟ ਜਾਂ ਉਹ ਸ਼ਹੀਦਾਂ ਦਾ ਮਨੋਬਲ ਕਿਸ ਤਰ੍ਹਾਂ ਦਾ ਸੀ, ਜਿਹੜੇ ਬੰਦਿਆਂ ਦਾ ਨਿੱਜ ਕੁਛ ਵੀ ਨਹੀਂ ਸੀ, ਨਾ ਨਿੱਜ ਦੁਸ਼ਮਣੀ ਸੀ, ਨਾ ਕੋਈ ਪਰਿਵਾਰਕ ਰੰਜਿਸ਼ ਸੀ, ਕੁਛ ਨਹੀਂ ਸੀ, ਸਿਰਫ ਤੇ ਸਿਰਫ ਕੌਮ ਦੇ ਲਈ ਆਪਣੇ ਗੁਰੂ ਸਾਹਿਬ ਤੋਂ ਏਦਾਂ ਜਾਨ ਵਾਰ ਦੇਣੀ ਕੋਈ ਮਾੜੀ ਮੋਟੀ ਗੱਲ ਨਹੀਂ। ਔਰ ਪੁਲਿਸ ਦੇ ਸੂਤਰ ਕਈ ਇਹ ਵੀ ਦੱਸਦੇ ਨੇ ਕਿ ਅਸੀਂ ਇਹਨਾਂ ਦੀ ਉਹ ਜਿਹੜੀ ਹਾਲਾਤ ਸਨ ਉਹ ਰਿਕਾਰਡ ਕੀਤੇ, ਤੇ ਉਹ ਰਿਕਾਰਡਡ ਵੀਡੀਓ ਕਈ ਸਿੰਘਾਂ ਨੂੰ ਬਾਅਦ ਚੋਂ ਅਰੈਸਟ ਹੋਣ ਤੋਂ ਬਾਅਦ ਉਹ ਦਿਖਾਉਂਦੇ ਸੀ ਵੀ ਦੇਖੋ ਅਸੀਂ ਇਹ ਹਾਲ ਕੀਤਾ ਸੀ ਤੁਹਾਡੇ ਬੰਦੇ ਦਾ। ਤੇ ਕਹਿੰਦੇ ਨੇ ਵੀ ਇਹਦਾ ਜਿਹੜਾ ਅਸਰ ਸੀ ਉਹ ਮਨੋਬਲ ਟੁੱਟਣਾ ਤਾਂ ਕੀ ਸੀ, ਜਿਹੜੇ ਸਿੰਘਾਂ ਨੂੰ ਇਹ ਵੀਡੀਓ ਕਹਿੰਦੇ ਦਿਖਾਈ ਜਾਂਦੀ ਸੀ ਉਹਨਾਂ ਦਾ ਮਨੋਬਲ ਹੋਰ ਤਾਂ ਨੂੰ ਚੜ ਜਾਂਦਾ ਸੀ ਵੀ ਵਾਹ ਵੀ ਅਨੋਖ ਸਿੰਘ
ਇੰਨੀ ਲਾਸਾਨੀ ਸ਼ਹੀਦੀ ਦੇ ਗਿਆ ਆਪਣੇ ਗੁਰੂ ਦੇ ਉੱਤੋਂ, ਆਪਣੀ ਕੌਮ ਦੇ ਉੱਤੋਂ, ਏਦਾਂ ਵਾਰ ਗਿਆ। ਸੋ ਉਹ ਵੀ ਚੀਜ਼ ਉਹਨਾਂ ਦੇ ਐਂਟੀ ਚੱਲ ਜਾਂਦੀ ਸੀ। ਸ਼ਬਦ ਮੇਰੇ ਕੋਲ ਵੀ ਕੋਈ ਨਹੀਂ ਨੇ, ਭਾਈ ਸਾਹਿਬ ਦੀ ਸ਼ਹੀਦੀ ਨੂੰ ਭਾਈ ਸਾਹਿਬ ਹੀ ਬਿਆਨ ਕਰ ਸਕਦੇ ਨੇ। ਮੈਂ ਇੱਥੇ ਇੱਕ ਛੋਟੀ ਜੀ ਜਿਹੜੀ ਭਾਈ ਸਾਹਿਬ ਦੀ ਲਿਖਤ ਹੈ ਉਹ ਸਾਂਝੀ ਕਰਕੇ ਜ਼ਰੂਰ ਸੰਗਤਾਂ ਨੂੰ ਸੁਣਾਉਣਾ ਚਾਹੁੰਦਾ। ਭਾਈ ਸਾਹਿਬ ਵੰਗਾਰ ਮੈਗਜ਼ੀਨ ਦੇ ਪਹਿਲੇ ਐਡੀਟਰ ਵੀ ਸਨ, ਜਿਹੜੀ ਕਿ ਕਹਿ ਲਓ ਕਿ ਜਥੇਬੰਦੀ ਦੀ ਜਿਹੜੀ ਕਿ ਕਹਿ ਲਓ, ਮੈਂ ਸਮਝਦਾ ਵੀ ਹੁੰਦਾ ਜਥੇਬੰਦੀ ਦਾ ਜਿਹੜੀਆਂ ਸਾਖੀਆਂ ਸਨ, ਜਥੇਬੰਦੀ ਦਾ ਜਿਹੜੀ ਲਾਸਾਨੀ ਇਤਿਹਾਸ ਸੀ ਉਹਨੂੰ ਜੋ ਪੜ੍ਹ ਕੇ ਸੁਣਾਉਂਦੀ ਸੀ ਜਾਂ ਦੁਨੀਆ ਦੇ ਵਿੱਚ ਲਿਟਰੇਚਰ ਜਿਹੜਾ ਵੰਡਦੀ ਸੀ, ਉਹ ਵੰਗਾਰ ਸੀ। ਤੇ ਉਹ ਵੰਗਾਰ ਦੇ ਫਸਟ ਐਡੀਟਰ ਵੀ ਸਨ। ਤੇ ਉਹਨਾਂ ਨੇ ਇੱਕ ਲਿਖਤ ਲਿਖੀ ਸੀ ਜਿਹੜੀ ਮੈਂ ਆਪ ਜੀ ਸਾਰਿਆਂ ਦੇ ਸਨਮੁਖ ਪੜ੍ਹ ਕੇ ਸੁਣਾਉਣਾ ਚਾਹੁੰਦਾ। ਤੁਸੀਂ ਇੰਟਰਨੈਟ ਤੋਂ ਲੱਭ ਸਕਦੇ ਹੋ। ਇਹ ਪੰਥ ਦਰਿਓ ਕੁਝ ਸੋਚੋ, ਜਿਹਦਾ ਆਪਣਾ ਕਿਤੇ ਨਾ ਘਰ ਹੁੰਦਾ, ਉਹਦਾ ਨੰਗ ਨਾ ਸਕੇਗਾ ਕੱਜ ਕੋਈ। ਜਿਉਂਦੇ ਜੀ ਮਰ ਜਾਏ ਜ਼ਮੀਰ ਜਿਸ ਦੀ, ਓਨ ਛੱਟਣ ਲਈ ਛੱਡੇ ਨਾ ਛੱਜ ਕੋਈ। ਜਿਸ ਨੂੰ ਆਪਣੇ ਜਿਹਦੇ ਹਰਮੰਦਰ ਤੋਂ ਤੋੜ ਦਿੱਤਾ, ਉਹਨੂੰ ਮਰਨ ਦਾ ਲੱਭੇ ਨਾ ਪੱਜ ਕੋਈ। ਜਿਹੜਾ ਅਣਖ ਦਾ ਬਦਲਾ ਨਹੀਂ ਲੈ ਸਕਦਾ, ਉਹਦੇ ਜਿਉਣ ਦਾ ਰਹੇ ਨਾ ਹੱਜ ਕੋਈ। ਜਿਸ ਦੀ ਪੱਤ ਨੂੰ ਪੈਗਾ ਜਾਏ ਹੱਥ ਲੋਕੋ, ਉਹਦੀ ਮਿੱਟੀ ਸ਼ਰੀਕ ਵੀ ਰੋਲ ਦਿੰਦੇ। ਭੇਡਾਂ ਕੁੱਟ ਖਾ ਕੇ ਧੌਣਾ ਸੁੱਟਦੀਆਂ ਨੇ, ਸਿੰਘ ਕੁੱਟ ਖਾ ਕੇ ਹੱਲੇ ਬੋਲ ਦਿੰਦੇ। ਇਹ ਭਾਈ ਸਾਹਿਬ ਦੀ ਲਿਖਤ ਸੀ, ਜਿਹਦੇ ਵਿੱਚ ਭਾਈ ਸਾਹਿਬ ਦੀ ਸਾਰਾ ਜਿਹੜਾ ਜਜ਼ਬਾਤ ਹੈ ਸੰਘਰਸ਼ ਦੇ ਪ੍ਰਤੀ, ਉਹ ਸਾਫ਼-ਸਾਫ਼ ਨਸ਼ਰ ਹੋ ਜਾਂਦਾ ਹੈ। ਤੁਸੀਂ ਸੋਚ ਕੇ ਵੇਖੋ ਭਾਜੀ, ਗੁਰਬਾਣੀ ਵਿੱਚ ਬਹੁਤੀਆਂ ਥਾਵਾਂ ਦਾ ਜ਼ਿਕਰ ਨਹੀਂ ਹੈ, ਪਰ ਜਦੋਂ ਦਰਬਾਰ ਸਾਹਿਬ ਦਾ ਜ਼ਿਕਰ ਆਉਂਦਾ ਹੈ ਤੇ ਅਸੀਂ ਕੀ ਕਹਿੰਦੇ ਹਾਂ? ਡਿੱਠੇ ਸਭੇ ਥਾਂ ਨਹੀਂ ਤੁਧ ਨਹੀਂ ਜਿਹਾ। ਇਹ ਉਸ ਥਾਂ ਬਾਰੇ ਕਿਹਾ ਉਹਨਾਂ ਨੇ ਕਿ ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇਹ ਕੁਝ ਲਿਖਿਆ ਮਹਾਰਾਜ ਨੇ। ਦਰਬਾਰ ਸਾਹਿਬ ਦੇ ਉਸ ਮੁਕੱਦਸ ਸਥਾਨ ਤੇ ਜਦੋਂ ਕੋਈ ਸਰਕਾਰ ਤੋਪਾਂ ਦੇ ਨਾਲ, ਟੈਂਕਾਂ ਦੇ ਨਾਲ ਚੜ ਜਾਂਦੀ ਹੈ, ਤੁਹਾਡਾ ਅਕਾਲ ਤਖਤ ਜਿਹੜਾ ਤੁਹਾਡੀ ਸੋਵਰੈਨਿਟੀ ਦਾ, ਤੁਹਾਡੀ ਆਜ਼ਾਦੀ ਦਾ ਪ੍ਰਤੀਕ ਹੈ, ਉਹਨੂੰ ਢਾਹ ਢੇਰੀ ਕਰਦੀ। ਸਿਰਫ ਇੰਨਾ ਹੀ ਨਹੀਂ, ਤੁਹਾਡੀ ਪੂਰੀ ਕੌਮ ਦਾ ਇੱਕ ਨਸਲਕੁਸ਼ੀ ਕਰਦੀ ਹੈ, ਤੁਹਾਡਾ ਜੈਨੋਸਾਈਡ ਕਰਦੀ ਹੈ। ਉਹਨਾਂ ਨੇ 5 ਦਿਨ ਦੇ ਬੱਚੇ ਵੀ ਨਹੀਂ ਛੱਡੇ, ਗੈਸ ਦੇ ਚੁੱਲ੍ਹੇ ਤੇ ਰੱਖ ਕੇ ਦਿੱਲੀ ਦੇ ਵਿੱਚ ਸਾੜ ਦਿੱਤੇ। ਕੇਵਲ ਇੰਨਾ ਹੀ ਨਹੀਂ, ਦਰਬਾਰ ਸਾਹਿਬ 'ਚ ਜਿਹੜੇ ਸ਼ਰਨਾਰਥੀ ਬੱਚੇ ਆਏ ਸੀਗੇ, ਉਹਨਾਂ ਨੂੰ ਪੋਟੈਂਸ਼ੀਅਲ ਟੈਰਰਿਸਟ ਕਹਿ ਕੇ ਜੇਲ੍ਹਾਂ ਦੇ ਵਿੱਚ ਉਹਨਾਂ ਦੀ ਜੀਵਨ ਬਤੀਤ ਕੀਤਾ ਸਾਰਾ। ਇੰਨੀ ਨਫ਼ਰਤ ਸਾਡੇ ਨਾਲ ਕਰਨ ਵਾਲੀ ਇਹ ਸਰਕਾਰ ਨੇ ਜੋ ਸਰ ਅੰਜਾਮ ਦਿੱਤਾ, ਸਿਰਫ ਉਸ ਦੀ ਭਾਜੀ ਮੋੜੀ। ਕੋਈ ਬਦਲਾ ਨਹੀਂ ਸੀ, ਕੋਈ ਤਾਤ ਪਰਾਈ ਨਹੀਂ ਸੀ, ਕਿਸੇ ਪ੍ਰਤੀ ਨਫ਼ਰਤ ਨਹੀਂ ਸੀ, ਸਿਰਫ ਇਨਸਾਫ ਸੀ ਔਰ ਸਜ਼ਾ ਦਿੱਤੀ ਜਿਨ੍ਹਾਂ ਨੇ ਦੁਸ਼ਟ ਕੰਮ ਕੀਤੇ। ਇਹ ਭਾਈ ਸਾਹਿਬ ਦੀ ਜ਼ਿੰਦਗੀ ਦਾ ਇੱਕ ਜਿਹੜਾ ਸਾਰ ਤੱਤ ਸੀ। ਮੈਂ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ। ਭਾਈ ਸਾਹਿਬ ਦੀ ਨਿਮਾਣਤਾ ਦੀ ਹੱਦ ਹੈ ਕਿ ਭਾਈ ਸਾਹਿਬ ਦੇ ਮੇਰੇ ਖਿਆਲ ਨਾਲ ਕਿਸੇ ਫੈਮਿਲੀ ਦੇ ਵਿੱਚ ਕੋਈ ਬੱਚਾ ਬੌਰਨ ਹੋਇਆ ਸੀ ਤੇ ਉਹਨੂੰ ਮਿਲਣ ਗਏ ਤੇ ਉਹਨੂੰ 2 ਰੁਪਏ ਦਾ ਸਗਨ ਪਾਇਆ ਉਹਨਾਂ ਨੇ। ਐਡੀ ਵੱਡੀ ਜਥੇਬੰਦੀ ਦਾ ਵਿੰਗ ਕਮਾਂਡਰ ਹੋਵੇ, ਪਹਿਲੇ 5 ਬੰਦਿਆਂ 'ਚ ਜਿਹਦਾ ਨਾਂ ਹੋਵੇ ਤੇ 2 ਰੁਪਏ ਦਾ ਸਗਨ ਪਾਇਆ। ਉਹ ਕਹਿੰਦਾ ਵੀ ਇਹ ਮੇਰੇ ਇੰਨੇ ਹੀ ਨੇ, ਬਾਕੀ ਜਿਹੜਾ ਉਹ ਜਥੇਬੰਦੀ ਦਾ ਪੈਸਾ ਹੈ, ਇਹ ਕੌਮ ਦਾ ਪੈਸਾ ਹੈ। ਮੇਰਾ ਕਹਿਣ ਤੋਂ ਭਾਵ ਤੁਹਾਨੂੰ ਇਹ ਹੈ ਕਿ ਇੱਕ ਜਿਹੜੇ ਬੰਦੇ ਨੇ, ਇਹਨਾਂ ਦਾ ਆਪਣਾ ਕੁਛ ਨਹੀਂ ਸੀ, ਇਹਨਾਂ ਨੇ ਆਪਣਾ ਜੀਵਨ, ਆਪਣੀ ਐਨਰਜੀ, ਆਪਣਾ ਦਿਮਾਗ, ਆਪਣੀਆਂ ਕੁਆਲੀਫਿਕੇਸ਼ਨ, ਆਪਣਾ ਪਰਿਵਾਰ, ਸਾਰਾ ਹੀ ਕੁਛ ਕੌਮ ਦੇ ਉੱਤੋਂ ਵਾਰ ਦਿੱਤਾ ਔਰ ਜਿਸ ਤਰ੍ਹਾਂ ਆਏ ਸਨ ਉਸ ਤਰ੍ਹਾਂ ਚਲੇ ਗਏ। ਪਰ ਹਾਂ, ਮਹਾਰਾਜ ਦੀ ਦਇਆ ਕਿਰਪਾ, ਜਿੱਦਾਂ ਮਹਾਰਾਜ ਕਹਿੰਦੇ ਨੇ, ਜਿੱਦਾਂ ਭਾਈ ਗੁਰਦਾਸ ਜੀ ਨੇ ਸ਼ਹੀਦਾਂ ਨੂੰ ਬਿਆਨ ਕੀਤਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੋਖ ਹੋਵਣਾ। ਇਹ ਭਾਈ ਸਾਹਿਬ ਦੇ ਮਨ ਦੇ ਅੰਦਰ ਦੀਆਂ ਵਿਅਥਾਵਾਂ ਸਨ, ਜਿਹੜੀਆਂ ਕਿ ਉਹਨਾਂ ਨੇ ਕਹਿਣੀ ਤੇ ਕਥਨੀ ਕਰਕੇ ਬਰਾਬਰ ਵਿਖਾਈ ਔਰ ਇੱਕ ਲਾਸਾਨੀ ਇਤਿਹਾਸ ਸਿਰਜ ਦਿੱਤਾ ਸਾਡੇ ਵਾਸਤੇ, ਅੱਜ ਦੇ ਯੁੱਗ ਵਾਸਤੇ, ਕਿ ਸ਼ਹੀਦੀਆਂ ਅੱਜ ਵੀ ਉਦਾਂ ਹੀ ਸਿੱਖ ਪਾ ਰਹੇ ਨੇ। ਗੁਰੂ ਅੱਜ ਵੀ ਸਿੱਧਾ ਸੱਚਾ ਗੁਰੂ ਜਿਹੜਾ ਹੈ, ਉਹਦਾ ਸਿਰ ਤੇ ਸਾਡੇ ਉਦਾਂ ਹੀ ਹੱਥ ਹੈ, ਜਿੱਦਾਂ ਅੱਜ ਤੋਂ 500 ਸਾਲ ਪਹਿਲਾਂ ਸੀ, 400 ਸਾਲ ਪਹਿਲਾਂ ਸੀ ਜਾਂ 300 ਸਾਲ ਪਹਿਲਾਂ ਸੀ। ਅੱਜ ਵੀ ਸਿੰਘਾਂ ਨੇ ਉਹ ਕਰ ਦਿਖਾਇਆ ਜਿਹੜਾ ਇਤਿਹਾਸ ਅਸੀਂ ਪੁਰਾਤਨ ਸਿੰਘਾਂ ਬਾਰੇ ਸੋਚਦੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਸੋ ਨਾਲ ਹੀ ਨਾਲ ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਨਾ ਤਾਂ ਜਥੇਬੰਦੀ ਕਦੀ ਕਿਸੇ ਬੇਗੁਨਾਹ ਨੂੰ ਮਾਰਨ ਦੇ ਸਪੋਰਟ ਦੇ ਵਿੱਚ ਸੀ ਤੇ ਨਾ ਹੀ ਕਦੀ ਇਹਨਾਂ ਨੇ ਈਜ਼ੀ ਟਾਰਗੇਟ ਚੂਜ਼ ਕੀਤੇ। ਕਦੀ ਵੀ ਜਿਹੜਾ ਵੀ ਕੋਈ ਬੇਗੁਨਾਹ ਮਰਿਆ, ਬਕਾਇਦਾ ਉਹਦੀ ਅਰਦਾਸ ਕਰਕੇ ਪਾਠ
ਰੱਖ ਕੇ ਉਹਦਾ ਭੋਗ ਪਾ ਕੇ ਅਰਦਾਸ ਕੀਤੀ ਗਈ ਹੈ ਵੀ ਇਹਦੇ ਲਈ ਸਾਨੂੰ ਮਾਫੀ ਦਿੱਤੀ ਜਾਵੇ ਤੇ ਜਿਹੜੀ ਵਿਛੜੀ ਰੂਹ ਹੈ ਉਹਨੂੰ ਜਿਹੜਾ ਤੁਸੀਂ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ। ਇਹਨੂੰ ਕਹਿੰਦੇ ਨੇ ਇੱਕ ਗੁਰਸਿੱਖੀ ਦੀ ਜਿਹੜੀ ਇੱਕ ਸਾਡੀ ਦੁਸ਼ਮਣੀ ਦਾ ਵੀ ਸਟੈਂਡਰਡ। ਅਸੀਂ ਕਿਸੇ ਦੇ ਪਰਿਵਾਰ ਕੋ ਕੇ ਨਹੀਂ ਮਾਰੇ, ਕਿਸੇ ਦੀਆਂ ਔਰਤਾਂ ਦੀ ਬੇਪੱਤੀ ਨਹੀਂ ਕੀਤੀ, ਅਸੀਂ ਭਾਜੀ ਉਦਾਂ ਨਹੀਂ ਮੋੜੀ ਜਿੱਦਾਂ ਸਰਕਾਰ ਨੇ ਜੋ ਸਾਡੇ ਨਾਲ ਕੀਤਾ ਸੀ। ਸਾਡੀ ਦੁਸ਼ਮਣੀ ਦਾ ਵੀ ਸਟੈਂਡਰਡ ਹੈ। ਇਹ ਉਹ ਸਟੈਂਡਰਡ ਹੈ ਜਿਹਦੇ ਵਿੱਚ ਗੁਰੂ ਸਾਹਿਬ ਆਪਣੇ ਤੀਰ ਦੇ ਅੱਗੇ ਸੋਨਾ ਲਾ ਕੇ ਇਹ ਵੀ ਕਹਿੰਦੇ ਸਨ ਵੀ ਜਿਹੜਾ ਮਰਿਆ ਉਹਦੇ ਕਫਨ ਦਾ ਵੀ ਇੰਤਜ਼ਾਮ ਹੋ ਜਾਵੇ, ਉਹਦੇ ਅਖਰੀ ਕਿਰਿਆਕਰਮ ਦਾ ਵੀ ਇੰਤਜ਼ਾਮ ਹੋ ਜਾਏ। ਸਿੰਘਾਂ ਨੇ ਵੀ ਉਹੀ ਪ੍ਰਥਾ ਨੂੰ ਨਿਭਾਉਂਦੇ ਹੋਏ ਸਜ਼ਾ ਦਿੱਤੀ ਹੈ, ਇਨਸਾਫ ਕੀਤਾ। ਹਾਂ ਬਿਲਕੁਲ ਭਾਜੀ, ਤੁਸੀਂ ਬੜੇ ਵਧੀਆ ਤਰੀਕੇ ਨਾਲ, ਹਰਵਿੰਦਰ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜਿੰਨੇ ਮੈਂ ਕਹਿੰਦਾ ਡਿਟੇਲ ਦੇ ਵਿੱਚ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ ਦੱਸਿਆ ਹੈ, ਉਹਨਾਂ ਦੇ ਜੀਵਨ ਨੂੰ ਦੱਸਿਆ ਹੈ। ਸ਼ਾਇਦ ਸਾਡੇ ਵਿੱਚ ਬਹੁਤਿਆਂ ਨੇ ਪਹਿਲਾਂ ਨਾ ਸੁਣਿਆ ਹੋਵੇ ਤਾਂ ਉਹਨਾਂ ਦੇ ਲਈ ਇੱਕ ਬਹੁਤ ਇਹ ਪ੍ਰੇਰਨਾ ਸਰੋਤ ਹੋ ਸਕਦੀ ਹੈ ਗੱਲ, ਉਹਨਾਂ ਦਾ ਜੀਵਨ ਜਿਹੜਾ ਆ। ਵਾਕਈ ਭਾਜੀ ਅਖੀਰ ਦੇ ਵਿੱਚ ਮੈਂ ਇਹੀ ਗੱਲ ਕਹਾਂਗਾ ਕਿ ਅਸੀਂ ਆਮ ਤੌਰ ਤੇ ਸੋਚਦੇ ਹਾਂ ਕਿ ਉਹ ਕਿੱਦਾਂ ਦੇ ਜ਼ਾਲਮ ਹੋਣਗੇ ਜਿਨ੍ਹਾਂ ਨੇ ਉਦੋਂ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਇੰਨੀ ਬੁਰੀ ਤਰ੍ਹਾਂ ਨਾਲ ਇੰਨੇ ਕੋਹ ਕੇ ਸ਼ਹੀਦ ਕੀਤਾ। ਜਦੋਂ ਅਸੀਂ ਆਪਣੀਆਂ ਸਾਖੀਆਂ ਪੜ੍ਹਦੇ ਨੇ, ਇਤਿਹਾਸ ਸੁਣਦੇ ਨੇ, ਅਸੀਂ ਉਹ 17ਵੀਂ ਸਦੀ 18ਵੀਂ ਸਦੀ ਦੇ ਜਿਹੜੇ ਸਿੱਖ ਨੇ ਉਹਨਾਂ ਦੀ ਗੱਲਾਂ ਕਰਦੇ ਨੇ। ਅਸੀਂ ਅੱਜ ਵੀ ਕਹਿੰਦੇ ਹਾਂ ਕਿ ਉਹ ਕਿੱਦਾਂ ਦੀਆਂ ਰੂਹਾਂ ਸੀ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਤੇ ਉੱਤੇ ਗਰਮ ਰੇਤਾ ਜਿਹੜੀ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ। ਤਾਂ ਅਸੀਂ ਉਹਨਾਂ ਦੇ ਬਾਰੇ ਵੀ ਸੋਚਦੇ ਹਾਂ ਕਿ ਉਹ ਕਿੱਦਾਂ ਦੀਆਂ ਰੂਹਾਂ ਹੋਣਗੀਆਂ, ਕਿੰਨੇ ਕਰੂਰ, ਕਿੰਨੇ ਬੇਰਹਿਮ ਉਹ ਲੋਕ ਹੋਣਗੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੁਣਿਆ। ਮਗਰ ਉਹ ਰੂਹਾਂ ਅੱਜ ਵੀ ਸਾਡੇ ਵਿੱਚ ਹੈਗੀਆਂ ਨੇ। ਲਗਾਤਾਰ ਜਿਹੜੀਆਂ ਨੇ ਉਹ ਤਸ਼ੱਦਦ ਜਿਹੜਾ ਆ ਉਹ ਸਿੱਖਾਂ ਦੇ ਉੱਤੇ ਕਰ ਰਹੇ ਨੇ। ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਹਨਾਂ ਦੇ ਉੱਤੇ ਕਰ ਰਹੇ ਨੇ। ਭਾਈ ਸਾਹਿਬ ਜੀ ਦੇ ਉੱਤੇ ਹੋਣ ਵਾਲਾ ਤਸ਼ੱਦਦ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਕਰੂਰਤਾ ਦਾ, ਮੈਂ ਕਹਾਂਗਾ ਕਿ ਉਸ ਜ਼ੁਲਮ ਦਾ, ਉਸ ਜ਼ਾਲਮ ਦਾ ਇੱਕ ਚਿਹਰਾ ਜਿਹੜਾ ਉਹ ਨੰਗਾ ਕਰਦੀ ਹੈ ਕਿ ਅੱਜ ਉਹ ਜਿਹੜਾ ਜ਼ਾਲਮ ਹੈ ਉਹ ਕਿਹੜੀ ਵਰਦੀ ਪਾਉਂਦਾ ਆ ਤੇ ਕਿਹੜੀ ਕਿੱਦਾਂ ਉਹਦੀ ਸ਼ਕਲ ਸੂਰਤ ਕਿੱਦਾਂ ਦੀ ਹੈ। ਇਹ ਅਸੀਂ ਆਪ ਡਿਸੀਜ਼ਨ ਅੱਜ ਦੇਖਣਾ, ਅਸੀਂ ਆਪ ਸੋਚਣਾ ਕਿ ਕੀ ਅਸੀਂ ਅੱਜ ਉਸ ਦੁਸ਼ਮਣ ਨੂੰ ਪਛਾਣਦੇ ਹਾਂ ਕਿ ਨਹੀਂ ਪਛਾਣਦੇ, ਕਿ ਅਸੀਂ ਕਿਹੜੇ ਪਾਸੇ ਖੜੇ ਹਾਂ। ਕਿਉਂਕਿ ਇਤਿਹਾਸ ਦੋਨੋਂ ਪਾਸਿਆਂ ਨੂੰ ਯਾਦ ਰੱਖਦਾ ਆ ਕਿ ਤੁਸੀਂ ਕਿਹੜੇ ਪਾਸੇ ਸੀਗੇ, ਕਿ ਉੱਧਰ ਸੀ ਕਿ ਇੱਧਰ ਸੀਗੇ। ਇਹ ਸਾਡੇ ਸਰੋਤਿਆਂ ਨੇ, ਸਾਡੇ ਦਰਸ਼ਕਾਂ ਨੇ ਆਪ ਡਿਸੀਜ਼ਨ ਲੈਣਾ ਆ। ਹਰਵਿੰਦਰ ਭਾਜੀ ਜਾਣ ਤੋਂ ਪਹਿਲਾਂ, ਕਿਉਂਕਿ ਆਪਣਾ ਸਮਾਂ ਵੀ ਹੋ ਗਿਆ ਆ, ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ ਤੁਸੀਂ ਕੁਛ ਅਗਰ ਰਹਿ ਗਈ ਹੋਵੇ ਗੱਲ, ਜਾਂ ਤੁਸੀਂ ਅਖੀਰ ਦੇ ਵਿੱਚ ਕੀ ਐਡ ਕਰਨਾ ਚਾਹੋਗੇ? ਫਿਰ ਮੈਨੂੰ ਪਤਾ ਹੈ ਸਮਾਂ ਕਾਫੀ ਹੋ ਗਿਆ। ਮੈਂ ਸਿਰਫ ਇੱਕ ਛੋਟੀ ਜੀ ਗੱਲ ਮੈਂਸ਼ਨ ਕਰਕੇ ਖਿਮਾ ਦਾ ਜਾਚਕ ਹੋਊਂਗਾ। ਜਦੋਂ ਭਾਈ ਸਾਹਿਬ ਨੂੰ ਪਹਿਲੀ ਵਾਰੀ ਗ੍ਰਿਫਤਾਰੀ ਤੋਂ ਬਾਅਦ ਛਡਾਇਆ ਗਿਆ, ਉਦੋਂ ਭਾਈ ਸਾਹਿਬ ਦੇ ਬਹੁਤ ਕਲੋਜ਼ ਜਿਹੜੇ ਭਾਈ ਸੁਲੱਖਣ ਸਿੰਘ ਸੀ ਉਹਨਾਂ ਦੀ ਸ਼ਹੀਦੀ ਹੋ ਚੁੱਕੀ ਸੀ। ਤੇ ਜਦੋਂ ਸਾਨੂੰ ਪਤਾ ਹੈ ਕਿ ਜਦੋਂ ਆਪਾਂ ਜੇਲ੍ਹਾਂ 'ਚ ਜਾਂਦੇ ਹਾਂ ਸਾਡੇ ਕੋਲ ਕਈ ਕਕਾਰ ਵੀ ਖੋਲ੍ਹੇ ਜਾਂਦੇ ਨੇ, ਬਹੁਤ ਕੁਛ ਹੁੰਦਾ। ਭਾਈ ਸਾਹਿਬ ਪੇਸ਼ੀ ਵਾਸਤੇ ਪੰਜਾਂ ਪਿਆਰਿਆਂ ਕੋਲ ਗਏ ਸ਼ਹੀਦੀ ਤੋਂ ਪਹਿਲਾਂ ਤੇ ਛਡਾਉਣ ਤੋਂ ਦੇ ਵਿਚਕਾਰ। ਉੱਥੇ ਜਦੋਂ ਪੇਸ਼ੀ ਲੈਣ ਗਏ ਤੇ ਹੁਕਮਨਾਮਾ ਆਇਆ, ਸੂਹੀ ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣਾ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਜਿਹੜੇ ਸਿੰਘ ਨੇ ਹੁਕਮਨਾਮਾ ਲਿਆ ਨਾ, ਉਹਦੀ ਅੱਖਾਂ 'ਚ ਭਰ ਆਈਆਂ ਇਹ ਸੁਣ ਕੇ। ਤੇ ਭਾਈ ਸਾਹਿਬ ਨੇ ਕਿਹਾ, ਜੀਓ ਤੁਸੀਂ ਕਿਉਂ ਆਪਣਾ ਵਿਰਾਗ ਚਾਹੁੰਦੇ ਹੋ? ਜਿੱਦਣ ਅਸੀਂ ਇਹ ਮਾਰਗ ਚੁਣਿਆ ਸੀ ਉਦਣ ਸਾਨੂੰ ਪਤਾ ਸੀ ਸਾਡਾ ਅੰਤ ਕੀ ਹੋਣਾ। ਸੋ ਸਾਨੂੰ ਇਹ ਗੱਲ ਡਰਾਉਂਦੀ ਹੈ ਕਿ ਭਾਈ ਸਾਹਿਬ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਸਨ, ਉਹਨਾਂ ਨੇ ਮਰਨਾ ਮਿਥਿਆ ਹੋਇਆ ਸੀ ਜਿੱਦਣ ਉਹ ਇਸ ਰਾਹ ਤੇ ਚੱਲੇ ਸਨ। ਸੋ ਗੁਰੂ ਸਾਹਿਬ ਇਹੋ ਜਿਹੇ ਯੋਧੇ ਹੋਰ ਕੌਮ ਨੂੰ ਦੇਣ ਤੇ ਸਾਡੀ ਜਿਹੜੀ ਇੱਜ਼ਤ ਰੋਲੀ ਜਾ ਰਹੀ ਹੈ, ਅਸੀਂ ਉਹਦੀ ਭਾਜੀ ਭਾਰਤ ਸਰਕਾਰ ਨੂੰ ਮੋੜ ਸਕੀਏ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਬੋਲਦੇ ਹਾਂ ਸਾਡੇ ਕੋਲ ਹੋਈਆਂ ਭੁੱਲਾਂ, ਤੇ ਜੇ ਭਾਈ ਸਾਹਿਬ ਦਾ ਕੋਈ ਇਤਿਹਾਸ ਜਾਂ ਕੋਈ ਡੇਟ ਗਲਤ ਦੱਸੀ ਗਈ ਹੋਏ, ਅਸੀਂ ਉਹਦਾ ਖਿਮਾ ਦਾ ਜਾਚਕ ਹਾਂ, ਕਿਉਂਕਿ ਅਸੀਂ ਭੁੱਲਣਹਾਰ ਹਾਂ, ਖਿਣ ਭੁੱਲਣਹਾਰ ਹਾਂ। ਸੋ ਸਾਡੇ ਕੋਲ ਗਲਤੀਆਂ ਹੋ ਜਾਣੀਆਂ ਦਰਸ਼ਕਾਂ ਤੋਂ ਤੇ ਤੁਹਾਡੇ ਕੋਲੋਂ, ਅਸੀਂ ਖਿਮਾ ਦੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਅਖੀਰ 'ਚ ਇਹੀ ਬੇਨਤੀ ਕਰਾਂਗੇ ਸਾਰੇ ਦਰਸ਼ਕਾਂ ਨੂੰ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਜਿਹੜੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦੀ ਜੀਵਨੀ, ਉਹਨਾਂ ਦੀ ਲਾਈਫ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਤਾਂ ਕਿ ਤੁਸੀਂ ਉਹਨਾਂ ਤੋਂ ਪ੍ਰੇਰਨਾ ਲੈ ਸਕੋ, ਉਹਨਾਂ ਦੇ ਜੀਵਨ ਤੋਂ ਇੱਕ ਸਿੱਖਿਆ ਲੈ ਸਕੋ ਕਿ ਸਾਡੇ ਜਿਹੜੇ ਸਿੰਘ ਸੀਗੇ ਜਿਨ੍ਹਾਂ ਨੇ ਕੌਮ ਦੇ ਲਈ, ਸਾਡੇ ਪੰਥ ਦੇ ਲਈ ਸ਼ਹਾਦਤ ਦਿੱਤੀ, ਉਹ ਕਿੱਦਾਂ ਦੇ ਸੀਗੇ, ਉਹਨਾਂ ਦਾ ਜੀਵਨ ਕਿੱਦਾਂ ਸੀਗਾ। ਉਮੀਦ ਕਰਦੇ ਹਾਂ ਤੁਹਾਨੂੰ ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਸ਼ਹੀਦ, ਉਹਨਾਂ ਦੇ ਬੱਬਰ
ਜਿਨ੍ਹਾਂ ਦੀ ਸ਼ਹਾਦਤ ਦੇ ਉੱਤੇ ਅੱਜ 30 ਅਗਸਤ ਵਾਲੇ ਦਿਨ ਅਸੀਂ ਇਹ ਬ੍ਰੌਡਕਾਸਟ ਕਰ ਰਹੇ ਹਾਂ। 30 ਅਗਸਤ 1987 ਵਾਲੇ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਉਮੀਦ ਕਰਾਂਗੇ ਜੀ ਕਿ ਤੁਸੀਂ ਅੱਗੇ ਵੀ ਇੱਦਾਂ ਹੀ ਪਿਆਰ ਬਖਸ਼ਦੇ ਰਹੋਗੇ। ਓਕੇ ਭਾਈ ਸਾਹਿਬ ਜੀ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਵਿੱਚ। ਤਦ ਤੱਕ ਦੇ ਲਈ ਸਾਨੂੰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਧੰਨ ਤੇਰੀ ਕੁਰਬਾਨੀ ਓ ਬੱਬਰਾ ਸਦਕੇ ਤੇਰੇ ਤੋਂ ਜਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਕੌਮ ਦੀ ਖਾਤਰ ਵੀਰਾ ਇਹਨੇ ਕਸ਼ਟ ਸਹਾਰੇ। ਤੇਰੀ ਅਣਖ ਵੰਗਾਰਨ ਵਾਲੇ ਤੇਰੇ ਅੱਗੇ ਹਾਰੇ। ਤੇਰੀ ਅਣਖ ਵੰਗਾਰਨ ਵਾਲੇ ਤੇਰੇ ਅੱਗੇ ਹਾਰੇ। ਤੇਰੀਆਂ ਅੱਖਾਂ ਕੱਟਣ ਵਾਲੇ ਖੜੀਆਂ ਕਰਕੇ ਪਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਗੱਬਰ ਜਲੰਧਰੋਂ ਚੜ ਕੇ ਲੈ ਕੇ ਲਸ਼ਕਰ ਭਾਰੀ। ਚੰਡੀਗੜ੍ਹ ਵਿੱਚ ਮਾਰ ਗੋਲੀਆਂ ਉਹਦੀ ਭੁਗਤ ਸਵਾਰੀ। ਚੰਡੀਗੜ੍ਹ ਵਿੱਚ ਮਾਰ ਗੋਲੀਆਂ ਉਹਦੀ ਭੁਗਤ ਸਵਾਰੀ। ਪੁਲਿਸ ਵਾਲਿਆਂ ਭਾਈ ਰੁਕਣ ਨੂੰ ਲੱਭਦੀਆਂ ਨਾ ਕੋਈ ਥਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਕਰਨੀ ਦਾ ਪੂਰਾ ਬਾਣੀ ਪੜਦਾ ਰਹਿੰਦਾ। ਮੈਂ ਮਰਾਂ ਪੰਥ ਜੀਵੇ ਮੇਰਾ ਇਹੋ ਹਰਦਮ ਕਹਿੰਦਾ। ਮੈਂ ਮਰਾਂ ਪੰਥ ਜੀਵੇ ਮੇਰਾ ਇਹੋ ਹਰਦਮ ਕਹਿੰਦਾ। ਮੇਰੀ ਕੌਮ ਆਜ਼ਾਦ ਹੋ ਜਾਵੇ ਮੈਂ ਸੂਲੀ ਚੜ ਜਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਮਾਂ ਦਾ ਦੁੱਧ ਜੋ ਸਫਲਾ ਕਰਦੇ ਮਰ ਕੇ ਵੀ ਨਹੀਂ ਮਰਦੇ। ਗਾਗਾ ਢਾਡੀ ਵਾਰਾਂ ਉਹਨਾਂ ਦੀਆਂ ਤਾਈਓ ਸਿਜਦੇ ਕਰਦੇ। ਗਾਗਾ ਢਾਡੀ ਵਾਰਾਂ ਉਹਨਾਂ ਦੀਆਂ ਤਾਈਓ ਸਿਜਦੇ ਕਰਦੇ। ਅਲੋਕ ਸਿੰਘਾਂ ਰਹਿਣ ਵਸਦੀਆਂ ਤੇਰੀਆਂ 18 ਥਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਜਦ ਤੱਕ ਸੂਰਜ ਤਾਰੇ ਤੇਰੀ ਗਾਊਗਾ ਜੱਗ ਕਹਾਣੀ। ਫੌਜੀ ਕਹੇ ਅਨੋਖ ਸਿੰਘਾ ਤੇਰੀ ਭੁੱਲਣੀ ਨਹੀਂ ਕੁਰਬਾਨੀ। ਫੌਜੀ ਕਹੇ ਅਨੋਖ ਸਿੰਘਾ ਤੇਰੀ ਭੁੱਲਣੀ ਨਹੀਂ ਕੁਰਬਾਨੀ। ਰਣਜੀਤ ਦਲੇਰ ਮਹਿਤਾਬ ਕਹਿਣ ਅੱਜ ਤੇਰੀ ਹਵਾਰਾ ਗਾਵਾਂ। ਅਨੋਖ ਸਿੰਘ ਜੈ ਪੁੱਤ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। ਅਨੋਖ ਸਿੰਘ ਜੈ ਬੱਬਰ ਸੂਰ ਮੈਂ ਵਿਰਲੇ ਜੰਮਦੀਆਂ ਮਾਵਾਂ। One God, be Khalsa.